ਡਰਾਈਵਰ ਵੀਰਾਂ ਤੇ ਓਨਰ ਓਪਰੇਟਰਸ ਲਈ ਖਾਸ। ਦੋਸਤੋ ਤੁਸੀਂ ਲੋਡ ਬੁਕਿੰਗ ਦੀ ਚਿੰਤਾ ਛੱਡ ਆਪਣਾ ਪੂਰਾ ਧਿਆਨ ਡਰਾਈਵਿੰਗ ਉੱਤੇ ਲਗਾਓ। ਰੋਡੈਕਸ ਪ੍ਰੋਫੈਸ਼ਨਲ ਡਿਸਪੈਚ ਲੋਡ ਬੁਕਿੰਗ, ਕਰੀਅਰ ਪੈਕਟ ਭੇਜਣ, ਟ੍ਰੇਸਿੰਗ, ਟਰੈਕਿੰਗ ਦੀਆਂ ਸੇਵਾਵਾਂ ਮੁਹੱਈਆ ਕਰਾਉਂਦਾ। ਟਰੱਕਿੰਗ ਇੰਡਸਟਰੀ ਵਿੱਚ ਸਾਡਾ ਡਿਸਪੈਚ ਦਾ ਲੰਬਾ ਤਜਰਬਾ ਹੈ। ਸ਼ਿਪਰਸ ਬ੍ਰੋਕਰਸ ਨਾਲ ਸਿੱਧਾ ਰਾਬਤਾ ਹੋਣ ਕਾਰਨ ਤੁਹਾਡੇ ਲਈ ਬਹੁਤ ਵਧੀਆ ਕੀਮਤਾਂ ਉੱਤੇ ਲੋਡ ਬੁੱਕ ਕਰ ਸਕਦੇ ਹਾਂ। ਤੁਸੀਂ ਜ਼ਿਆਦਾ ਮੁਨਾਫਾ ਕਮਾ ਸਕਦੇ ਹੋ, ਉਹ ਵੀ ਬਿਨਾਂ ਕਿਸੇ ਕੰਟਰੈਕਟ ਦੇ। ਜਾਣਕਾਰੀ ਲਈ ਨੰਬਰ 313 855 56 23। ਸਫਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡੀ ਹੋਸਟ ਮਿੱਕਾ ਗਿੱਲ। ਅੱਜ ਫੇਰ ਇੱਕ ਵਾਰੀ ਤੁਹਾਡੇ ਨਾਲ ਰੂਬਰੂ ਹੋਣ ਜਾ ਰਹੇ ਹਾਂ ਇੱਕ ਹੋਰ ਬਹੁਤ ਹੀ ਪਿਆਰੀ ਜਿਹੀ ਸ਼ਖਸੀਅਤ ਨੂੰ ਲੈ ਕੇ। ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਮਾਰਚ ਦਾ ਮਹੀਨਾ ਦੇ ਵਿੱਚ ਜਿਹੜੀ 8 ਤਰੀਕ ਨੂੰ ਇੰਟਰਨੈਸ਼ਨਲ ਵੂਮਨ ਡੇ ਮਨਾਇਆ ਜਾਂਦਾ ਹੈ। ਸੋ ਅਸੀਂ ਵੀ ਸੋਚਿਆ ਕਿ ਇਸ ਦਿਹਾੜੇ ਤੋਂ ਬਾਅਦ ਤੁਹਾਡੇ ਨਾਲ ਕਿਸੇ ਐਸੀ ਸ਼ਖਸੀਅਤ ਦੇ ਨਾਲ ਮਿਲਾਇਆ ਜਾਏ ਜਿਨ੍ਹਾਂ ਤੋਂ ਕਿ ਅਸੀਂ ਬਹੁਤ ਹੀ ਪ੍ਰਭਾਵਿਤ ਹਾਂ। ਜਿਹੜੇ ਲਵੀਨ ਗਿੱਲ ਅੱਜ ਦੇ ਸਾਡੇ ਗੈਸਟ ਨੇ, ਜਿੱਥੇ ਕਿ ਉਹਨਾਂ ਨੇ ਜੀ ਭਰ ਕੇ ਉਡਾਨ ਭਰੀ ਆਪਣੀ ਜ਼ਿੰਦਗੀ ਦੇ ਵਿੱਚ ਤੇ ਉਹ ਕਿਸੇ ਵੀ ਪਹਿਚਾਣ ਦੇ ਮੁਹਤਾਜ ਨਹੀਂ ਹਨ। ਜਦੋਂ ਜਦੋਂ ਤੁਸੀਂ ਅੱਗੇ ਵੱਧਦੇ ਜਾਵਾਂਗੇ ਅਸੀਂ ਉਹਨਾਂ ਦੇ ਨਾਲ ਪਹਿਚਾਣ ਕਰਾਵਾਂਗੇ। ਤੁਸੀਂ ਦੇਖੋਗੇ ਕਿ ਉਹਨਾਂ ਨੇ ਕਿੰਨਾ ਕਮਿਊਨਿਟੀ ਦੇ ਲਈ ਕੰਮ ਕੀਤਾ, ਕਿੰਨਾ ਆਪਣੇ ਲਈ ਕੰਮ ਕੀਤਾ। ਤੇ ਅਸੀਂ ਜਦੋਂ ਵੀ ਮੈਂ ਉਹਨਾਂ ਨੂੰ ਮਿਲਦੀ ਹਾਂ ਮੈਂ ਹਰ ਵਾਰੀ ਪਿਛਲੀ ਵਾਰ ਨਾਲੋਂ ਜ਼ਿਆਦਾ ਪ੍ਰਭਾਵਿਤ ਹੁੰਦੀ ਹਾਂ। ਸੋ ਇੱਕ ਬਹੁਤ ਹੀ ਪਿਆਰੀ ਜਿਹੀ ਸ਼ਖਸੀਅਤ ਜੋ ਕਿ ਉਮਰ ਦੇ ਵਿੱਚ ਤੇ ਸ਼ਾਇਦ ਮੇਰੇ ਬੱਚਿਆਂ ਵਰਗੇ ਨੇ, ਬਟ ਬੜੇ ਪਿਆਰ ਨਾਲ ਮੈਨੂੰ ਦੀਦੂ ਕਹਿੰਦੇ ਨੇ ਤੇ ਮੈਨੂੰ ਬਹੁਤ ਹੀ ਚੰਗਾ ਲੱਗਦਾ ਹੈ। ਸੋ ਅੱਜ ਅਸੀਂ ਵੈਲਕਮ ਕਰਦੇ ਹਾਂ ਲਵੀਨ ਗਿੱਲ। ਲਵੀਨ ਗਿੱਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਉਡਾਨ ਦੇ ਵਿੱਚ। ਥੈਂਕ ਯੂ ਮਿਕਾ ਜੀ। ਤੁਸੀਂ ਇੰਨੀ ਜ਼ਿਆਦਾ ਵੱਡੀ, ਇੰਨੀ ਕਾਬਿਲ ਮੈਂ ਹੈ ਵੀ ਨਹੀਂ ਜਿੰਨੀ ਵੱਡੀ ਤੁਸੀਂ ਮੇਰੀ ਇੰਟਰੋਡਕਸ਼ਨ ਦਿੱਤੀ ਹੈ। ਥੈਂਕ ਯੂ ਸੋ ਮਚ। ਇਟਸ ਅ ਪਲੇਜ਼ਰ ਬੀਇੰਗ ਹੇਅਰ। ਥੈਂਕ ਯੂ ਸੋ ਮਚ ਫॉर ਐਕਨੋਲੇਜਿੰਗ ਦੈਟ। ਪਰ ਬਹੁਤ ਹੀ ਪਿਆਰਾ ਲੱਗਦਾ ਜਦੋਂ ਵੀ ਤੁਹਾਨੂੰ ਮਿਲਦੇ ਹਾਂ। ਸੋ ਜਿਵੇਂ ਕਿ ਅਸੀਂ ਕਿਹਾ ਸੀ ਕਿ ਹਰ ਉਡਾਨ ਇੱਕ ਬੜੇ ਹੀ ਅੱਛੇ ਬਚਪਨ ਜਾਂ ਜਿਵੇਂ ਦਾ ਵੀ ਬਚਪਨ ਹੁੰਦਾ ਉਹਦੇ ਨਾਲ ਸ਼ੁਰੂ ਹੁੰਦੀ ਹੈ। ਉਹਦੀ ਨੀਂਹ ਇੱਕ ਵਾਰੀ ਬਚਪਨ ਤੋਂ ਸ਼ੁਰੂ ਹੋ ਜਾਂਦੀ ਹੈ। ਸੋ ਅਸੀਂ ਥੋੜਾ ਜਿਹਾ ਜਾਣਨਾ ਚਾਹਾਂਗੇ ਤੁਹਾਡਾ ਬਚਪਨ ਕਿਵੇਂ ਦਾ ਸੀਗਾ। ਤੁਸੀਂ ਹੁਣ ਮੇਰੀ ਪਹਿਲੇ ਇੰਨੀ ਤਾਰੀਫ ਕੀਤੀ ਹੈ, ਹੁਣ ਜੇ ਮੈਂ ਬਚਪਨ ਦੱਸਿਆ ਤੇ ਚੀਜ਼ਾਂ ਥੋੜੀਆਂ ਚੇਂਜ ਹੋ ਜਾਣੀਆਂ। ਇਟਸ ਓਕੇ, ਵੀ ਵਾਂਟ ਟੂ ਰੀਅਲੀ ਨੋ ਕਿ ਕਿੱਦਾਂ ਦਾ ਸੀਗਾ ਬਚਪਨ। ਹਾਂਜੀ, ਬਚਪਨ ਬਹੁਤ ਅੱਛਾ ਸੀ। ਮੈਂ ਬਹੁਤ ਪ੍ਰੋਟੈਕਟਿਡ ਤੇ ਬਹੁਤ ਇੱਕ ਅੱਛੇ ਫੈਮਿਲੀ, ਇੱਕ ਜਿਨ੍ਹਾਂ 'ਚ ਬਹੁਤ ਜ਼ਿਆਦਾ ਪਿਆਰ ਮੇਰੇ ਪੇਰੈਂਟਸ ਦੇ ਵਿੱਚ, ਦੋਵਾਂ ਦੇ ਵਿੱਚ ਇੱਕ ਮਿਸਾਲ ਵਰਗਾ ਪਿਆਰ ਹੈ। ਤੇ ਅਸੀਂ 3 ਸਿਬਲਿੰਗਸ ਹਾਂ, ਅਸੀਂ 2 ਸਿਸਟਰਸ ਹਾਂ ਤੇ ਮੇਰਾ ਇੱਕ ਬ੍ਰਦਰ ਹੈ। ਤੇ ਬਹੁਤ ਜਿਹੜਾ ਹੁੰਦਾ ਨਾ ਇੱਕ ਪ੍ਰੋਟੈਕਟਿਡ ਤੇ ਸੇਫ ਕਿਸਮ ਦਾ ਬਲੈਸਡ ਮਾਹੌਲ, ਉਸ ਵਿੱਚ ਮੈਂ ਰੇਜ਼ ਹੋਈ ਹਾਂ। ਤੇ ਜੇ ਤੁਸੀਂ ਬਚਪਨ ਦੇ ਵਿੱਚ ਮੈਂ ਕਿਸ ਤਰ੍ਹਾਂ ਦੀ ਸੀ ਉਸ ਤਰ੍ਹਾਂ ਦੀ ਗੱਲ ਕਰੋ। ਹਾਂਜੀ। ਤੇ ਬਚਪਨ ਵਿੱਚ ਇੱਕ ਬੱਚਾ ਹੁੰਦਾ ਨਾ ਕਿ ਜਿਹੜਾ ਤੁਹਾਡੇ ਪੇਰੈਂਟਸ ਨੂੰ, ਆਪਣੇ ਆਸ-ਪਾਸ ਦੀਆਂ ਸਰਾਊਂਡਿੰਗਸ ਨੂੰ ਇੱਕ ਅੰਬੈਰਸਿੰਗ ਸਿਚੁਏਸ਼ਨਸ 'ਚ ਪਾਉਂਦਾ ਤੇ ਵੀਅਰਡ ਐਂਡ ਔਕਵਰਡ ਸਿਚੁਏਸ਼ਨਸ ਦੇ ਵਿੱਚ I was a huge trouble of a child that no one would want to own. ਸੋ ਇਸ ਤਰ੍ਹਾਂ ਦਾ। ਤੇ ਆਈ ਵਾਜ਼ ਅ ਬੁਲੀ ਤੇ ਮੇਰੀਆਂ ਇੰਨੀਆਂ ਕੁ ਸ਼ਿਕਾਇਤਾਂ, ਇੰਨੇ ਕੁ ਲਾਂਭੇ ਮੇਰੇ ਪੇਰੈਂਟਸ ਨੂੰ ਆਉਂਦੇ ਸੀ ਕਿ ਲਾਈਕ ਔਨ ਅ ਸੀਰੀਅਸ ਨੋਟ। ਹਾਂਜੀ। ਪਰ ਇੱਥੇ ਜਿੱਥੇ ਕਿ ਆਪਣੇ ਆਪ ਨੂੰ ਇਦਾਂ ਦੱਸ ਰਹੇ ਨੇ, ਜਦੋਂ ਵੀ ਅਸੀਂ ਕੱਲ ਤਿਆਰੀ ਕਰ ਰਹੇ ਸੀ ਪ੍ਰੋਗਰਾਮ ਦੀ, ਮੇਰੀ ਤੁਹਾਡੇ ਨਾਲ ਬੜੀ ਲੰਬੀ ਗੱਲ ਹੋਈ ਸੀਗੀ। ਇਹਨਾਂ ਨੇ ਕਿਹਾ ਕਿ ਮੈਂ ਬੁਲੀ ਹੁੰਦੀ ਸੀ। ਮੈਂ ਕਿਹਾ ਕਿ ਦੇਰ ਇਜ਼ ਅ ਰੀਜ਼ਨ, ਕਿਉਂਕਿ ਤੁਸੀਂ ਕਿਉਂ ਬੁਲੀ ਹੁੰਦੇ ਸੀਗੇ। ਜਦੋਂ ਸਾਰੇ ਦਰਸ਼ਕ ਉਹਨੂੰ ਜਾਣਨਗੇ ਦੈਨ ਇਹਦੇ ਚੋਂ ਇੱਕ ਆਪਾਂ ਮਿਸਾਲ ਕੱਢ ਕੇ ਲੈ ਕੇ ਆਣੀ ਹੈ ਕਿ ਦੇਰ ਵਾਜ਼ ਅ ਰੀਜ਼ਨ ਵਾਈ ਯੂ ਵਰ ਬੁਲੀ ਟੂ ਅਦਰਸ। ਸੋ ਉਹ ਸ਼ੇਅਰ ਕਰੋ ਸਾਡੇ ਨਾਲ ਜ਼ਰੂਰ। ਜੀ ਬਿਲਕੁਲ। ਐਕਚੁਅਲੀ ਮੈਂ ਆਪਣੇ ਆਪ ਦੀ ਜਦੋਂ ਜ਼ਿੰਦਗੀ ਨੂੰ ਰਿਫਲੈਕਟ ਕਰਦੀ ਹਾਂ ਨਾ, ਆਈ ਐਮ ਮਚ ਆਫ ਅ ਥਿੰਕਰ। ਸੋ ਮੈਨੂੰ ਇੱਕ ਤੇ ਬਹੁਤ, ਆਈ ਥਿੰਕ ਸਾਰਿਆਂ ਦੀ ਜ਼ਿੰਦਗੀ 'ਚ ਇਸ ਤਰ੍ਹਾਂ ਹੋਏਗਾ ਕਿ ਮੇਰੀ ਜ਼ਿੰਦਗੀ ਦੇ ਜਿਹੜੇ ਸੀਕੁਐਂਸਿਸ ਹੈ ਨਾ ਉਹ ਸਾਰੇ ਦੇ ਸਾਰੇ ਆਪਸ ਵਿੱਚ ਜੁੜੇ ਹੋਏ ਆ। ਸੋ ਮੇਰਾ ਬੁਲੀ ਹੋਣਾ ਜਾਂ ਮੇਰੇ ਐਕੈਡੈਮਿਕਸ, ਮੈਂ ਕਾਫੀ ਅੱਛੀ ਸੀ ਐਕੈਡੈਮਿਕਸ ਦੇ ਵਿੱਚ। ਆਈ ਵਾਜ਼ ਰੀਅਲੀ ਗੁੱਡ ਇਨ ਲੈਂਗੁਏਜ ਐਂਡ ਸੋਸ਼ਲ ਸਾਇੰਸਿਸ ਐਂਡ ਆਰਟਸ ਐਂਡ ਆਲ ਆਫ ਦੈਟ।
ਸਾਇੰਸਿਸ ਵਿੱਚ ਵੀ ਬੁਰੀ ਨਹੀਂ ਸੀ, ਪਰ ਨੰਬਰਸ ਐਂਡ ਆਲ ਆਫ ਦੈਟ ਆਈ ਵਾਸ ਇਨ ਦੈਟ ਉਹਨਾਂ ਚੀਜ਼ਾਂ ਦੇ ਵਿੱਚ ਨਹੀਂ ਸੀ। ਸੋ ਉਹ ਸਾਰੇ ਦੇ ਸਾਰੇ ਸੀਕੁਐਂਸਿਸ, ਮੇਰਾ ਕੁਝ ਹੋਣਾ, ਅੱਛੇ ਹੋਣਾ ਜਾਂ ਬੁਰੇ ਹੋਣਾ ਜਾਂ ਸਾਰੀਆਂ ਗਲਤੀਆਂ, ਸਾਰਾ ਕੁਝ ਨਾ ਬੜੇ ਸੀਕੁਐਂਸ ਦੇ ਨਾਲ ਚੱਲ ਰਿਹਾ ਐਂਡ ਉਹ ਸਾਰੀਆਂ ਚੀਜ਼ਾਂ ਹੁਣ ਵੀ ਆਪਸ ਵਿੱਚ ਇੱਕ ਲੜੀ ਦੀ ਤਰ੍ਹਾਂ ਜੁੜੀਆਂ ਹੋਈਆਂ ਨੇ। ਸੋ ਜੇ ਮੈਂ ਬੁਲਿੰਗ ਦੀ ਗੱਲ ਕਰਾਂ ਤੇ ਯੈਸ ਆਈ ਵਾਸ ਅ ਬੁਲੀ, ਵਰਬਲੀ, ਫਿਜ਼ੀਕਲੀ, ਇਨ ਐਵਰੀ ਵੇ। ਸੋ ਪਰ ਹੁਣ ਜਦੋਂ ਮੈਂ ਪਿੱਛੇ ਮੁੜ ਕੇ ਦੇਖਦੀ ਹਾਂ ਕਿ ਮੈਂ ਇੰਨੀ ਕੁੱਟ ਮਾਰ ਖਾਈ, ਸਾਰਿਆਂ ਤੋਂ, ਆਸ-ਪਾਸ ਆਂਟੀਆਂ ਅੰਕਲਾਂ ਤੋਂ, ਪੇਰੈਂਟਸ ਤੋਂ ਡਾਂਟ ਐਂਡ ਇਹ ਬੱਚਾ ਅੱਛਾ ਬੱਚਾ ਨਹੀਂ ਹੈ, ਤੇ ਉਹਦੀ ਕੀ ਵਜ੍ਹਾ ਹੋ ਸਕਦੀ ਹੈ। ਇੱਕ ਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਸਾਡੇ ਬੈਕ ਇਨ ਦੀ 80s ਜਦੋਂ ਬੱਚੇ ਰੇਜ਼ ਹੋ ਰਹੇ ਸੀ, ਕੋਈ ਗੂਗਲ ਤੇ ਹੈ ਨਹੀਂ ਸੀ, ਕੁਐਸਚਨਸ ਇੰਨੇ ਜ਼ਿਆਦਾ ਮਾਈਂਡ 'ਚ ਆਉਂਦੇ ਹੁੰਦੇ ਸੀ। ਸੋ ਅ ਚਾਈਲਡ ਹੂ ਆਸਕਸ ਅ ਲੋਟ ਆਫ ਕੁਐਸਚਨਸ ਐਂਡ ਜਨਰਲੀ ਉਹ ਕੁਐਸਚਨਸ ਜਿਹੜੇ ਕਿ ਐਪਰੀਸ਼ੀਏਟਿਡ ਨਹੀਂ ਹੁੰਦੇ ਸਾਡੇ ਆਸ-ਪਾਸ, ਹੈ ਨਾ, ਕਿ ਇਹ ਕੀ ਪੁੱਛ ਲਿਆ, ਹੈ ਨਾ, ਇਹ ਸੋਸ਼ਲੀ ਬਹੁਤ ਆਕਵਰਡ ਹੈ ਜਾਂ ਕੁਝ ਇਸ ਤਰ੍ਹਾਂ ਦੀ ਚੀਜ਼। ਤੇ ਜਾਂ ਫਿਰ ਕੁਝ ਇਸ ਤਰ੍ਹਾਂ ਕਿ ਜਦੋਂ ਬੱਚਿਆਂ ਦੇ ਤੁਸੀਂ ਫਿਜ਼ੀਕਲ ਰਿਮਾਰਕ ਕਰਦੇ ਹੋ ਕਿ ਬਈ ਇਹਦੀ ਹਾਈਟ ਛੋਟੀ ਹੈ, ਇਹਦੀ ਹਾਈਟ ਵੱਡੀ ਹੈ, ਇਹ ਸੋਹਣਾ ਜਾਂ ਇਹ ਨਹੀਂ ਸੋਹਣਾ। ਸੋ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ, ਜਿਵੇਂ ਕਿ ਸਾਡੇ ਗਰੋਇੰਗ ਅਪ ਇਨ ਪੰਜਾਬ, ਸਾਡੇ ਮਤਲਬ ਮੇਰੇ ਆਂਟੀਜ਼ ਵਗੈਰਾ, ਨੇਬਰਸ ਜਿਹੜੇ ਸਾਡੇ ਹੁੰਦੇ ਆ ਨਾ, ਉਹਨਾਂ ਨੇ ਇਸ ਤਰ੍ਹਾਂ ਕਰਨਾ ਕਿ ਸਾਨੂੰ ਨਾ ਵੀਕਲੀ, ਆਲਮੋਸਟ ਵੀਕਲੀ, ਜਦੋਂ ਇਕੱਠਿਆਂ ਬੈਠਣਾ ਛੁੱਟੀ ਵਾਲੇ ਦਿਨ, ਚਲੋ ਮੈਜਰ ਕਰੋ ਇਹਨਾਂ ਦੀ ਹਾਈਟ ਕਿੰਨੀ ਆ, ਤੇ ਆਹ ਇੰਨੇ ਵੱਡੇ ਹੋ ਗਏ, ਉਹ ਇਹ ਤੋਂ 2 ਇੰਚ ਵੱਡਾ, ਇਹ ਛੋਟੀ ਹੈ। ਸੋ ਮੈਨੂੰ ਨਾ ਕੁਝ ਇਸ ਤਰ੍ਹਾਂ ਦੇ ਰਿਮਾਰਕਸ ਕਿ ਇਹਨੇ ਤਾਂ ਛੋਟੀ ਰਹਿਣਾ, ਇਹਦੀ ਹਾਈਟ ਵੱਡੀ ਨਹੀਂ ਹੋਣੀ, ਜਾਂ ਕੁਝ ਇਸ ਤਰ੍ਹਾਂ। ਸੋ ਜਦੋਂ ਐਜ਼ ਅ ਚਾਈਲਡ ਤੁਸੀਂ ਕੌਨਸ਼ੀਅਸ ਹੋ ਜਾਂਦੇ ਹੋ ਨਾ ਫਿਜ਼ੀਕਲੀ, ਸੋ ਉਹ ਫਿਰ ਚੀਜ਼ ਜਿਹੜੀ ਅਸੀਂ ਕੱਢਦੇ ਸੀ, ਉਹ ਅਸੀਂ ਉਹਨਾਂ ਦੇ ਬੱਚਿਆਂ ਦੇ ਕੱਢਦੇ ਸੀ। ਸੋ ਆਈ ਫੀਲ ਕਿ a lot of adults bullied me, not knowingly that that's what they were doing. So in ਉਹਦਾ ਜਿਹੜਾ ਰਿਜ਼ਲਟ ਹੁੰਦਾ ਸੀ, ਸੋ ਉਹ ਫਿਰ ਬੱਚੇ ਆਪਣੀ ਫਰਸਟ੍ਰੇਸ਼ਨ ਕਿਸ ਤਰ੍ਹਾਂ ਕੱਢਦੇ ਆ, I did that. ਸੋ ਜਦੋਂ ਅਸੀਂ ਇਹ ਗੱਲ ਕਰ ਰਹੇ ਸੀ ਤੇ ਮੇਰੇ ਵੀ ਧਿਆਨ ਦੇ ਵਿੱਚ ਆਇਆ ਕਿ ਅਸੀਂ ਕਈ ਵਾਰੀ ਅਣਜਾਣੇ ਦੇ ਵਿੱਚ ਬੱਚਿਆਂ ਨੂੰ ਕੰਪੇਅਰ ਕਰਨ ਲੱਗ ਜਾਂਦੇ ਆ। ਕਹਿੰਦੇ ਨੇ ਜੇ ਮੱਛੀ ਦੀ ਕਾਬਲੀਅਤ ਉਹਦੇ ਟਰੀ ਤੇ ਚੜਨ ਤੋਂ ਕੀਤੀ ਜਾਏ ਨਾ, ਤਾਂ ਉਹ ਕਿਸੇ ਵੀ ਕਾਬਿਲ ਨਹੀਂ ਹੋਏਗੀ। ਸੋ ਹਰ ਬੱਚਾ ਇੱਕ ਸਪੈਸ਼ਲ ਬੱਚਾ ਹੁੰਦਾ ਹੈ ਤੇ ਉਹਨੇ ਡੈਸਟਨੀ ਲੈ ਕੇ ਜੰਮਿਆ ਹੁੰਦਾ ਆਪਣੀ, ਉਹਨੇ ਉਸ ਮੁਕਾਮ ਤੇ ਪਹੁੰਚਣਾ ਹੀ ਹੁੰਦਾ। ਪਰ ਜਦੋਂ ਆਪਾਂ ਉਹਦਾ ਕੰਪੈਰੀਜ਼ਨ ਦੂਸਰੇ ਬੱਚਿਆਂ ਨਾਲ ਤੇ ਫਿਰ ਉਹਨੂੰ ਡੀਗ੍ਰੇਡ ਕਰਕੇ ਕਰਦੇ ਆ, ਤਾਂ ਆਫ ਕੋਰਸ ਉਹ ਬੱਚਾ ਫਿਰ ਕਈ ਵਾਰੀ ਬੁਲੀ ਹੋ ਜਾਂਦਾ। ਸੋ ਇਹ ਇੱਕ ਜ਼ਰੂਰ ਅਸੀਂ ਮੈਸੇਜ ਦੇਣਾ ਚਾਹਾਂਗੇ ਕਿ ਕਦੀ ਵੀ ਬੱਚਿਆਂ ਨੂੰ ਮੂੰਹ ਤੇ ਬਿਠਾ ਕੇ ਇੱਕ ਦੂਸਰੇ ਦੇ ਸਾਹਮਣੇ ਬੈਠ ਕੇ ਕੰਪੇਅਰ ਨਾ ਕਰੋ ਕਿ ਤੂੰ ਚੰਗਾ। ਹਾਂ, ਤੁਸੀਂ ਉਹਦੇ ਨਾਲ ਗੱਲ ਕਰਨੀ ਹੈ, ਉੱਦਾਂ ਕਰੋ ਕਿ ਵੀ ਦਿਸ ਇਜ਼ ਗੁੱਡ, ਦਿਸ ਇਜ਼ ਬੈਡ, ਨਾਟ you are better than this or you are worse than that. ਬਿਲਕੁਲ। ਸੋ ਇਹ ਚੀਜ਼ ਅਸੀਂ ਸੋਚਿਆ ਕਿ ਜਰੂਰ ਸ਼ੇਅਰ ਕੀਤੀ ਜਾਵੇ। ਕਈ ਵਾਰੀ ਹੁੰਦਾ ਨਾ ਕਿ ਵੱਡੇ ਇਸ ਤਰ੍ਹਾਂ ਚਾਹ ਨਹੀਂ ਰਹੇ ਹੁੰਦੇ ਕਿ ਬੱਚਿਆਂ ਨੂੰ ਹਰਟ ਹੋਏ, ਪਰ ਅਸੀਂ ਕਈ ਵਾਰ ਥੋੜੇ ਹਾਰਸ਼ ਹੋ ਜਾਂਦੇ ਆ ਕੰਪੈਰੀਜ਼ਨਸ ਦੇ ਵਿੱਚ ਵੀ ਕਿ ਸਾਨੂੰ, ਪਰ ਉਹ ਜਿਹੜੇ ਬੱਚੇ ਹੁੰਦੇ ਆ, ਉਹ ਛੋਟੇ ਹੁੰਦੇ ਆ, ਉਹਨਾਂ ਨੂੰ ਥੋੜੀ ਨਾ ਪਤਾ ਹੁੰਦਾ ਕਿ ਕਿਸ ਤਰ੍ਹਾਂ ਡੀਲ ਕਰਨ ਉਸ ਚੀਜ਼ ਨਾਲ ਸਾਈਕੋਲੋਜੀਕਲੀ। ਤਾਂ ਕਈ ਵਾਰੀ ਉਹ ਡਿਪਰੈਸ ਹੋ ਸਕਦੇ ਨੇ ਜਾਂ ਬੁਲੀ ਹੋ ਸਕਦੇ ਨੇ। ਸੋ ਇਹ ਥੋੜਾ ਜਿਹਾ ਪੇਰੈਂਟਿੰਗ ਦਾ ਜਾਂ ਕਮਿਊਨਿਟੀ ਦਾ ਇੱਕ ਇਨੀਸ਼ੀਏਟਿਵ ਇਹਦੇ ਚ ਬਣਦਾ ਹੈ ਕਿ ਆਪਾਂ ਨਾ ਕਰਿਆ ਕਰੀਏ, ਕਿਉਂਕਿ ਮੈਂ ਦੇਖਦੀ ਹਾਂ ਆਪਣੀ ਕਮਿਊਨਿਟੀ ਦੇ ਵਿੱਚ ਆਮ ਇਹਨੂੰ ਮਾੜਾ ਨਹੀਂ ਗਿਣਿਆ ਜਾਂਦਾ। ਕਿਸੇ ਦੇ weight ਤੇ ਕਹਿ ਦੇਣਾ, ਕਿਸੇ ਦੀ ਹਾਈਟ ਤੇ ਟਿੱਕਾ ਟਿੱਪਣੀ ਕਰ ਦੇਣੀ, ਕੋਈ ਬੱਚਾ ਆਰਟਸ ਵਿੱਚ ਚੰਗਾ ਉਹਨੂੰ ਕਹਿ ਦੇਣਾ ਵੀ ਤੂੰ ਡਾਕਟਰ ਨਹੀਂ ਬਣਿਆ ਹੈਗਾ। ਸੋ ਇਹ ਚੀਜ਼ਾਂ ਦੇਖ ਕਈ ਵਾਰੀ। ਤੇ ਮੈਂ ਇਹ ਵੀ ਦੇਖਦੀ ਹਾਂ ਕਿ ਡਿਸੇਬਿਲਿਟੀਜ਼ ਤੇ ਵੀ ਲੋਕੀ ਬੜੇ ਹਾਰਸ਼ ਤਰੀਕੇ ਦੇ ਨਾਲ ਕਮੈਂਟ ਕਰ ਦਿੰਦੇ ਨੇ। ਸੋ ਇਹਦੇ ਤੋਂ ਆਪਾਂ ਨੂੰ ਵਾਂਝੇ ਰਹਿਣਾ ਚਾਹੀਦਾ ਹੈ ਨਾ। ਨੋ, ਆਈ ਥਿੰਕ ਤੁਸੀਂ ਜਿਹੜੀ ਡਿਸੇਬਿਲਿਟੀਜ਼ ਦੀ ਗੱਲ ਕੀਤੀ, ਆਈ ਵਾਂਟਡ ਟੂ ਟੱਚ ਔਨ ਦੈਟ ਐਕਚੁਅਲੀ ਥਰੂ ਅਮਰ ਕਾਰਮਾ ਵਰਕ, ਐਂਡ ਦੈਨ ਸਾਡੀ ਇੱਕ ਬਹੁਤ ਅੱਛੀ ਆਰਗੇਨਾਈਜੇਸ਼ਨ ਹੈ ਐਕਸੈਸਿਬਿਲਿਟੀ ਫॉर ਆਲ, ਉਹਨੂੰ ਮੀਨੂ ਸਿਕਨ ਨੇ ਜਿਹੜੇ ਰਨ ਕਰਦੇ ਨੇ, ਤੇ ਮੈਂ ਉਹਨਾਂ ਦੇ ਨਾਲ ਕਾਫੀ ਟਾਈਮ ਸਪੈਂਡ ਕੀਤਾ। ਸੋ ਆਈ ਫੀਲ ਕਿ ਜਿਹੜੇ ਪਰਸਪੈਕਟਿਵਸ ਉਹਨਾਂ ਨੇ ਮੈਨੂੰ ਦੱਸੇ, ਅਸੀਂ ਸਾਰੇ ਸੋਚਦੇ ਹਾਂ ਕਿ ਡਿਸੇਬਿਲਿਟੀਜ਼ ਇਸ ਤਰ੍ਹਾਂ ਹੁੰਦੀਆਂ ਨੇ, ਡਿਸੇਬਿਲਿਟੀਜ਼ ਦੇ ਵਿੱਚ ਵੀ ਕੁਝ ਚੈਲੰਜਸ ਹੁੰਦੇ ਨੇ, ਰਾਦਰ ਕਈ ਵਾਰੀ ਬਹੁਤ ਜ਼ਿਆਦਾ ਚੈਲੰਜਸ ਹੁੰਦੇ ਨੇ, ਪਰ ਅਸੀਂ ਉਹਨਾਂ ਦੀਆਂ ਐਬਿਲਿਟੀਜ਼ ਦੇ ਉੱਪਰ ਕੁਐਸਚਨ ਨਹੀਂ ਕਰ ਸਕਦੇ। ਸੋ ਜਦੋਂ ਮੈਂ ਮੀਨੂ ਨਾਲ ਕੁਝ ਟਾਈਮ ਸਪੈਂਡ ਕਰਦੀ ਹਾਂ ਤੇ ਮੈਨੂੰ ਪਤਾ ਚੱਲਿਆ ਕਿ ਜਿਹੜੀ ਵੀਲ ਚੇਅਰ ਜਾਂ ਕੋਈ ਵੀ ਅਸਿਸਟਡ ਡਿਵਾਈਸ ਉਹ ਯੂਜ਼ ਕਰਦੇ ਆ, ਉਹਦੇ ਪਿੱਛੇ ਵੀ ਇੱਕ ਦਿਲ ਹੁੰਦਾ। ਸੋ ਇਸ ਤਰ੍ਹਾਂ ਦੇ ਰਿਮਾਰਕਸ ਕਰਨਾ ਕਿ ਲੈਟਸ ਸੇ 2 ਬੱਚੇ ਆ, ਇੱਕ ਬੱਚੇ ਨੂੰ ਕੋਈ ਡਿਸੇਬਿਲਿਟੀ ਹੈ, ਕਮਿੰਗ ਫਰੋਮ ਸਟੋਰੀਜ਼ ਕੁਛ ਜਿਹੜੀਆਂ ਅਸੀਂ ਮੈਂ ਤੇ ਮੈਨੂੰ ਆਪਸ 'ਚ ਡਿਸਕਸ ਕਰਦੇ ਹਾਂ ਕਿ ਬਈ
ਇਹਦੇ ਲਈ ਅਸੀਂ ਲੜਕਾ ਦੇਖ ਰਹੇ ਹਾਂ ਤੇ ਜਿਹੜਾ ਦੂਸਰਾ ਬੱਚਾ ਹੈ ਉਹਨੂੰ ਇਹ ਫੀਲ ਕਰਵਾਉਣਾ ਕਿ ਸੋ ਆਈ ਥਿੰਕ ਇਹ ਕਿਤੇ ਨਾ ਕਿਤੇ ਚੈਲੰਜਸ ਤੇ ਹੈਗੇ ਪੇਰੈਂਟਸ ਲਈ ਵੀ ਕਿ ਕਿਸ ਤਰ੍ਹਾਂ ਉਸ ਚੀਜ਼ ਨੂੰ ਕੋਪ ਕਰਨਾ। ਸੋ ਪਰ ਮੇਬੀ ਐਜ਼ ਅ ਕਮਿਊਨਿਟੀ ਸਾਨੂੰ ਡਿਸਕਸ ਕਰਨਾ ਪਏਗਾ ਵਨ ਡੇ ਕਿ ਕਿਸ ਤਰ੍ਹਾਂ ਅਸੀਂ ਉਹਨਾਂ ਚੀਜ਼ਾਂ ਨਾਲ ਟੈਕਲ ਕਰੀਏ ਕਿ ਦੂਸਰੇ ਬੱਚੇ ਨੂੰ ਹਰਟ ਨਾ ਹੋਏ। ਹਾਂਜੀ ਹਾਂਜੀ। ਸੋ ਇਹ ਤੇ ਸੀ ਤੁਹਾਡਾ ਬਚਪਨ ਜਿਹੜਾ ਕਿ ਇੱਕ ਬਹੁਤ ਹੀ ਪਿਆਰਾ ਬਤੀਤ ਹੋਇਆ ਤੇ ਤੁਸੀਂ ਜਿਹੜਾ ਬੁਲੀ ਹੁੰਦਾ ਉਹਨੂੰ ਤੇ ਜ਼ਿਆਦਾ ਔਖਾ ਨਹੀਂ ਹੋਣਾ ਪੈਂਦਾ। ਸੋ ਇਹਨਾਂ ਨੇ ਆਪਣੀਆਂ ਸ਼ਰਤਾਂ ਤੇ ਇੱਕ ਆਪਣੀ ਸ਼ਖਸੀਅਤ ਬਣਾਉਂਦੇ ਸ਼ੁਰੂ ਤੋਂ ਹੀ ਰਹੇ। ਸੋ ਉਸ ਤੋਂ ਬਾਅਦ ਫਿਰ ਤੁਸੀਂ ਕੈਨੇਡਾ ਆ ਗਏ ਨਾ ਬੜੀ ਜਲਦੀ। ਕਦੋਂ ਆਏ ਸੀਗੇ ਕੈਨੇਡਾ? ਸੋ ਇਨ ਲੇਟ 90s ਵਿੱਚ ਅਸੀਂ ਕੈਨੇਡਾ ਆਏ ਸੀ ਤੇ ਉੱਥੇ ਆ ਕੇ ਫਿਰ ਉਸ ਤੋਂ ਬਾਅਦ ਸੋ ਹਾਊ ਡਿਡ ਯੂ ਫੀਲ? ਵਾਸ देयर ਛੋਟੇ ਹੁੰਦੇ ਆ ਗਏ ਸੀਗੇ ਤੁਸੀਂ? ਆਈ ਵਾਸ 17। ਅੱਛਾ। ਸੋ 17। ਸੋ देयर ਵਾਸ ਹਿਊਜ ਡਿਫਰੈਂਸ ਹੈ ਨਾ ਕੈਨੇਡਾ ਕੈਨੇਡਾ ਤੇ ਇੰਡੀਆ ਦਾ ਤੁਹਾਨੂੰ? ਇਸ ਤਰ੍ਹਾਂ ਸੀ ਕਿ ਅਸੀਂ ਜਿਹੜਾ ਸਾਡਾ ਵੈਰੀ अर्ਲੀ ਬਚਪਨ ਸੀ ਉਹ ਅਸੀਂ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਬਿਤਾਇਆ। ਸਾਡਾ ਜਿਹੜਾ ਹੈ ਮੇਰੇ ਪੇਰੈਂਟਸ ਦਾ ਪਿੰਡ ਜਿਹੜਾ ਹੈ ਉਹ ਗਿੱਲ ਹੈ ਤੇ अर्ਲੀ ਈਅਰਸ ਅਸੀਂ ਸੰਗਰੂਰ ਡਿਸਟ੍ਰਿਕਟ ਵਿੱਚ ਗੁਜ਼ਾਰੇ। ਉਸ ਤੋਂ ਬਾਅਦ ਅਸੀਂ ਜ਼ਿਆਦਾਤਰ ਟਾਈਮ ਲੁਧਿਆਣੇ ਵਿੱਚ ਰਹੇ ਤੇ ਫਿਰ ਅਸੀਂ ਇੱਥੇ ਆਏ। ਜ਼ਿਆਦਾ ਡਿਫਰੈਂਸ ਸੁਸਾਇਟੀ ਦਾ ਜਿਹੜਾ ਇੱਕ ਆਬਵੀਅਸ ਡਿਫਰੈਂਸ ਹੈ ਈਸਟ ਤੇ ਵੈਸਟ ਦਾ ਉਹ ਤੇ ਹੈ। ਹਾਂਜੀ ਉਹ ਤੇ ਰਹਿ ਗਏ। ਹਾਂ ਜੀ ਬਿਲਕੁਲ। ਤੇ ਉਦਾਂ ਤੁਸੀਂ ਸਟੱਡੀਜ਼ ਦੇ ਵਿੱਚ ਇੱਥੇ ਆ ਕੇ ਫਿਰ ਕੀ ਜੁਆਇਨ ਕੀਤਾ? ਸੋ ਉਸ ਵਿੱਚ ਇਸ ਤਰ੍ਹਾਂ ਹੋਇਆ ਕਿ ਜਿਵੇਂ ਸਾਰੇ ਬੱਚਿਆਂ ਨੂੰ ਸਾਡੇ ਸਾਊਥ ਏਸ਼ੀਅਨ ਫੈਮਲੀਜ਼ ਦੇ ਵਿੱਚ ਖਾਸ ਕਰਕੇ ਮੈਂ ਕਹਿੰਦੀ ਹਾਂ ਜਿਹੜੇ 80s ਤੋਂ ਪਹਿਲਾਂ ਦੇ ਆ ਜਾਂ 80s ਦੇ ਅਰਾਊਂਡ ਦੇ ਬੱਚੇ ਆ, ਸਾਨੂੰ ਚੋਇਸ ਹੀ ਇਹ ਦਿੱਤੀ ਜਾਂਦੀ ਹੈ ਕਿ ਬਈ ਬੈਕ ਇਨ ਦ ਡੇ ਖਾਸ ਕਰਕੇ ਕਿਉਂਕਿ ਸਾਡੇ ਪੇਰੈਂਟਸ ਮੇਰੇ ਪੇਰੈਂਟਸ ਐਕੈਡੈਮਿਕਲੀ ਇਸ ਤਰ੍ਹਾਂ ਨਹੀਂ ਹੈ ਕਿ ਦੇ ਹੈਵ ਡਿਗਰੀਜ਼ ਐਂਡ ਆਲ ਆਫ ਦੈਟ। ਸੋਸ਼ਲੀ ਬਹੁਤ ਲਰਨਡ ਨੇ ਮੇਰੇ ਫਾਦਰ ਵੀ। ਸੋਸ਼ਲੀ ਬਹੁਤ ਉਹਨਾਂ ਨੂੰ ਸਮਝ ਹੈ ਚੀਜ਼ਾਂ ਦੀ ਤੇ ਮਾਈ ਮਦਰ ਇਜ਼ ਅ ਹੋਮ ਮੇਕਰ। ਸੋ ਇਸ ਤਰ੍ਹਾਂ ਲੱਗਦਾ ਹੁੰਦਾ ਸੀ ਕਿ ਬਈ ਆਈਦਰ ਯੂ ਆਰ ਅ ਡਾਕਟਰ ਔਰ ਯੂ ਆਰ ਇੰਜੀਨੀਅਰ ਤੇ ਉਸ ਤੋਂ ਇਲਾਵਾ ਮਤਲਬ ਕੋਈ ਹੋਰ ਕਰੀਅਰ ਦੀ ਚੋਇਸ ਜਾਂ ਸੋਚ ਤੋਂ ਬਾਹਰ ਹੈਗਾ ਸੀ। ਸੋ ਜੇ ਤੇ ਐਕੈਡੈਮਿਕਸ ਵਾਲੇ ਤੁਹਾਡੇ ਆਸ-ਪਾਸ ਹੁੰਦੇ ਆ ਤੇ ਉਹ ਸ਼ਾਇਦ ਮੇਬੀ ਇਸ ਤਰ੍ਹਾਂ ਸੋਚ ਸਕਦੇ ਹੋਣ ਕੁਝ ਇਸ ਤੋਂ ਬਿਯੋਂਡ। ਸੋ ਮੈਨੂੰ ਵੀ ਇਹੀ ਚੋਇਸ ਦਿੱਤੀ ਗਈ ਕਿ ਆਈਦਰ ਮੈਡੀਕਲ ਆਈਦਰ ਬੀ ਅ ਡਾਕਟਰ ਸੋ ਨਥਿੰਗ more or less a nurse perhaps or engineering। ਸੋ ਮੈਨੂੰ ਲੱਗਿਆ ਕਿ ਯਾਰ engineering means ਤੁਸੀਂ ਫਿਜ਼ਿਕਸ ਦੇ ਨਾਲ ਮੈਥਸ ਦੇ ਨਾਲ ਨੰਬਰਸ ਦੇ ਨਾਲ ਮੈਂ ਸਭ ਕਰਦੇ ਹੋ and I have never been friends with numbers so maybe I'll be okay I guess let's choose medical। so I chose nursing and so ਉਹਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਕਿ ਜਿਹੜੇ ਨਰਸਿੰਗ ਦੇ ਵੀ ਜਿਹੜੇ ਸੋਸ਼ਲ ਸਾਇੰਸਿਸ ਦੇ ਰਿਲੇਟਡ ਕੰਪੋਨੈਂਟਸ ਸੀ ਜਿਨ੍ਹਾਂ ਬਾਰੇ ਮੈਂ ਹੁਣ ਵੀ ਲਿਖਦੀ ਹਾਂ ਤੇ ਜਿਹੜੇ ਕਿ ਆਮ ਕੈਰਿੰਗ ਔਨ ਲਾਈਕ ਆਈ ਸੈਡ ਮੇਰੀਆਂ ਸਾਰੀਆਂ ਚੀਜ਼ਾਂ ਇੱਕ ਦੂਸਰੇ ਨਾਲ ਜੁੜੀਆਂ ਹੋਈਆਂ ਨੇ। ਸੋ ਉਹਦੇ ਵਿੱਚ ਵੀ ਮੇਰੀ ਉਹਨਾਂ ਤੇ ਜ਼ਿਆਦਾ ਅੱਛੀ ਗ੍ਰਿਪ ਸੀ। ਸੋ ਆਈ ਐਂਡਡ ਅਪ ਡ੍ਰੌਪਿੰਗ ਆਊਟ। ਸੋ ਕੁਝ ਇਸ ਤਰ੍ਹਾਂ ਦੀ ਜਰਨੀ ਰਹੀ ਹੈ ਕਿ ਜਿਵੇਂ ਕੋਈ ਕਾਸਮੋਸ ਦੇ ਵਿੱਚ ਕੋਈ ਹੁੰਦਾ ਨਾ ਕੋਈ ਪਾਰਟੀਕਲ ਜਾਂ ਕੋਈ ਐਲੀਮੈਂਟ ਘੁੰਮ ਰਿਹਾ ਹੈ ਤੇ ਉਹਦੀ ਇੱਕ ਜਰਨੀ ਚੱਲ ਰਹੀ ਹੈ ਤੇ ਪਰ ਉਹਨੂੰ ਸਹੀ ਐਲੀਮੈਂਟਸ ਆਪਣੇ ਨਾਲ ਕਨੈਕਟ ਹੋਣ ਦੇ ਵਿੱਚ ਥੋੜਾ ਜਿਹਾ ਹੋਰ ਸ਼ਾਇਦ ਵੱਡੀ ਜਰਨੀ ਲੱਗਦੀ ਹੈ। ਸੋ ਇਸ ਤਰ੍ਹਾਂ ਹੋਇਆ। ਪਰ ਫਿਰ ਇਸ ਤਰ੍ਹਾਂ ਘੁੰਮਦਿਆਂ ਘੁਮਾਉਂਦਿਆਂ ਬਹੁਤ ਚੀਜ਼ਾਂ ਬਹੁਤ ਕੁਝ ਟਰਾਈ ਕਰਕੇ ਮੈਂ ਕਹਿੰਦੀ ਹਾਂ ਮੇਰੀ ਜਿੰਨੀ ਕਿਸੇ ਨੇ ਗਲਤੀਆਂ ਕਰਨ ਦੀ ਆਜ਼ਾਦੀ ਬਹੁਤ ਘੱਟ ਲੜਕੀਆਂ ਨੂੰ ਮਿਲਦੀ ਹੈ। ਸੋ ਬਹੁਤ ਸਭ ਤੋਂ ਵੱਡੀ ਗੱਲ ਹੀ ਇਹ ਹੈ ਕਿ ਮੈਂ ਬਹੁਤ ਸਾਰੀਆਂ ਗਲਤੀਆਂ ਕਰਨ ਦੀ ਮੈਨੂੰ ਓਪਰਚੁਨਿਟੀ ਤੇ ਆਜ਼ਾਦੀ ਮੇਰੇ ਪੇਰੈਂਟਸ ਨੇ ਦਿੱਤੀ ਰੱਖੀ ਹੈ ਤੇ ਫਿਰ ਆਪਣੇ ਦਰਵਾਜ਼ੇ ਵੀ ਖੁੱਲੇ ਰੱਖੇ ਆ ਤੇ ਆਪਣੀ ਅੰਡਰਸਟੈਂਡਿੰਗ ਵੀ ਖੁੱਲੀ ਰੱਖੀ ਹੈ। ਸੋ ਫਿਰ ਇਵੈਂਚੁਅਲੀ ਆਈ ਰੀਅਲਾਈਜ਼ਡ ਕਿ ਅਸਲ ਦੇ ਵਿੱਚ ਤੇ ਮੈਂ ਸ਼ੁਰੂ ਤੋਂ ਹੀ ਇੱਕ ਜਰਨਲਿਸਟ ਹਾਂ। ਮੇਰੇ ਖਿਆਲ ਦੇ ਵਿੱਚ ਮੇਰੇ ਅੰਦਰ ਇੱਕ ਜਰਨਲਿਸਟ ਹੈ ਜਿਹੜਾ ਚੀਜ਼ਾਂ ਨੂੰ ਡਾਕੂਮੈਂਟ ਕਰਦਾ ਹੀ ਰਹਿੰਦਾ ਹਮੇਸ਼ਾ ਤੋਂ। ਬਿਕਾਜ਼ ਆਈ ਯੂਜ਼ਡ ਟੂ ਰਾਈਟ ਆਈ ਯੂਜ਼ਡ ਟੂ ਡਾਕੂਮੈਂਟ ਥਿੰਗਸ so and then eventually it led then you realized ਹੈ ਨਾ ਕਿਉਂਕਿ ਦੇਖੋ ਇੱਕ ਜਦੋਂ ਮੈਂ ਲਵੀਨ ਬਾਰੇ ਤੁਹਾਡੇ ਬਾਰੇ ਸੋਚਦੀ ਆ ਨਾ ਮੈਂ ਕਿਸੇ ਵੀ ਬਾਰੇ ਸੋਚਦੀ ਆ ਇੱਕ ਇਮੇਜ ਹੀ ਅਣਚਾਹੇ ਤੁਹਾਡੇ ਦਿਮਾਗ 'ਚ ਆ ਜਾਂਦੀ ਹੈਗੀ ਹੈ ਨਾ। ਸੋ ਜਦੋਂ ਮੈਂ ਤੁਹਾਡੇ ਬਾਰੇ ਸੋਚ ਰਹੀ ਸੀ ਤੇ ਮੈਂ ਐਂ ਵੀ ਪ੍ਰੋਗਰਾਮ ਦਾ ਨਾਂ ਉਡਾਨ ਤੇ ਮੈਨੂੰ ਇਹ ਲੱਗੇ ਕਿ ਸ਼ੀ ਇਜ਼ ਦ ਬੈਸਟ ਫਿਟ ਹੇਅਰ। ਜਦੋਂ ਮੈਂ ਲਵੀਨ ਬਾਰੇ ਸੋਚਦੀ ਆ ਨਾ ਇਹਨਾਂ ਦੀ ਇੱਕ ਮੈਨੂੰ ਐ ਲੱਗਦਾ ਕਿ ਇੱਕ ਆਜ਼ਾਦ ਸਪਿਰਿਟ ਜਿਹੜੀ ਕਿ ਸੱਚੀ ਉੱਡੀ ਫਿਰਦੀ ਹੈਗੀ ਹੈ ਨਾ। ਇਹਨਾਂ ਦੇ ਖਿਆਲ ਬਹੁਤ ਹੀ ਉੱਚੇ ਨੇ
ਭਾਵੇਂ ਇਹਨਾਂ ਨੂੰ ਕੱਦ ਪਿੱਛੇ ਕਮੈਂਟਸ ਹੁੰਦੇ ਰਹੇ, ਬਟ ਮੈਂ ਕਹਿੰਦੀ ਇਹਨਾਂ ਦਾ ਕੱਦ ਸੋਚ ਦੇ ਵਿੱਚ ਬਹੁਤ ਉੱਚਾ ਹੈ ਇੱਕ ਆਮ ਬੰਦੇ ਤੋਂ, ਹੈ ਨਾ। ਸੋ ਤੁਸੀਂ ਤੁਹਾਡੇ ਜਿਹੜੇ ਕਮਿਊਨਿਟੀ ਲਈ ਕੰਮ, ਕਮਿਊਨਿਟੀ ਬਾਰੇ ਸੋਚਣਾ, ਸਾਰਾ ਕੁਝ ਉਹ ਇੱਕ ਬਹੁਤ ਹੀ ਆਜ਼ਾਦ ਪੰਛੀ ਵਰਗਾ ਹੈਗਾ, ਹੈ ਨਾ। ਸੋ ਤੁਹਾਡੀ ਇਹ ਚੀਜ਼ ਮੈਨੂੰ ਬਹੁਤ ਅਟਰੈਕਟ ਕਰਦੀ ਹੈ। ਸੋ ਤੁਹਾਨੂੰ ਭਾਵੇਂ ਸਾਇੰਸ ਵਿੱਚ ਪਾਇਆ ਗਿਆ ਜਾਂ ਕੁਝ ਵੀ, ਪਰ ਤੁਸੀਂ ਆਪਣੇ ਅੰਦਰ ਲਾਈਕ ਜਰਨਲਿਸਟ ਤੁਹਾਡੇ ਜਿੰਦਾ ਸੀ, ਉਹਨੇ ਤੁਹਾਨੂੰ ਲੱਭ ਹੀ ਲਿਆ ਇੱਕ ਦਿਨ, ਹੈ ਨਾ। ਬਿਲਕੁਲ, ਆਈ ਥਿੰਕ ਦੈਟਸ ਦ ਥਿੰਗ, ਹੈ ਨਾ, ਕਿ ਇੱਕ ਚੀਜ਼ ਵਿੱਚ ਮੈਂ ਹੁਣ ਇਸ ਫੇਜ਼ ਦੇ ਵਿੱਚ ਲਾਈਫ 'ਚ ਬਹੁਤ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਆਪਣੀ ਆਸ-ਪਾਸ ਦੀ ਕੁਦਰਤ ਦੇ ਨਾਲ ਜਦੋਂ ਅਲਾਈਨ ਕਰਦੇ ਹੋ ਨਾ, ਉਹਦੇ ਨਾਲ ਜ਼ਿਆਦਾ ਮੈਸ ਅਪ ਨਹੀਂ ਕਰਦੇ, ਯੂ ਜਸਟ ਗੋ ਵਿਦ ਦ ਫਲੋ। ਡੈਸਟੀਨੀ ਜਿਹੜੀ ਹੈ ਨਾ, ਉਹ ਫਿਰ ਤੁਹਾਨੂੰ ਆਈ ਗੈਸ ਲੈ ਜਾਂਦੀ ਹੈ, ਉਹ ਤੁਹਾਨੂੰ ਤੁਹਾਡੇ ਰਾਈਟ ਐਲੀਮੈਂਟਸ ਦੇ ਨਾਲ ਕਨੈਕਟ ਕਰ ਦਿੰਦੀ ਹੈ। ਜਦੋਂ ਤੁਸੀਂ ਉਹਦੇ ਨਾਲ ਫਾਈਟ ਨਹੀਂ ਕਰਦੇ, then it takes you there with the flow, ਬਿਲਕੁਲ ਬਿਲਕੁਲ। so you let it ਆਈ ਗੈਸ ਫੋਰਚੂਨ ਕਿਤੇ ਨਾ ਕਿਤੇ ਕਿਸਮਤ ਵੀ ਬਲੀਵ ਹੋਣੀ ਹੈ, ਮੇਬੀ। ਹਾਂਜੀ ਹਾਂਜੀ। ਸੋ ਐਜ਼ ਅ ਜਰਨਲਿਸਟ ਤੁਸੀਂ ਕਦੋਂ ਕੰਮ ਕਰਨਾ ਸ਼ੁਰੂ ਕੀਤਾ? ਮੈਂ ਪਹਿਲੇ, ਮੇਰੇ ਕੋਲ ਇੰਡੀਪੈਂਡੈਂਟ ਮੈਂ ਵਰਕ ਕਰਦੀ ਸੀ। ਸੋ ਓਮਨੀ ਟੈਲੀਵਿਜ਼ਨ ਦੇ ਨਾਲ ਮੈਂ 2017 ਤੋਂ ਜੁੜੀ ਹੋਈ ਹਾਂ। ਸੋ ਓਮਨੀ ਟੈਲੀਵਿਜ਼ਨ ਸਾਡੇ ਸਾਰੇ ਦਰਸ਼ਕਾਂ ਨੂੰ ਪਤਾ ਹੈ ਕਿ ਇੱਕ ਅਸੀਂ ਮਲਟੀਕਲਚਰਲ ਬ੍ਰਾਂਚ ਹੈਗੇ ਆ ਰੋਜਰਸ ਮੀਡੀਆ ਦੀ, ਤੇ ਸਾਡੇ ਬਹੁਤ ਸਾਰੀਆਂ ਡਿਫਰੈਂਟ ਲੈਂਗੁਏਜਸ, ਅਰੈਬਿਕ, ਪੋਰਚੁਗੀਜ਼, ਚਾਈਨੀਜ਼, ਮੈਂਡਰਿਨ, ਜਿਹੜੇ ਕਿ ਬਹੁਤ ਸਾਲਾਂ ਤੋਂ ਚੱਲ ਰਹੇ ਨੇ। ਇਹਨਾਂ ਦਾ ਬ੍ਰਾਂਚਿਸ ਦਾ ਇਹ ਮਕਸਦ ਹੈ ਕਿ ਇਹ ਜਿਹੜੀਆਂ ਸਾਡੀਆਂ ਕਮਿਊਨਿਟੀਜ਼ ਨੇ ਉਹਨਾਂ ਨੂੰ ਮੇਨ ਸਟ੍ਰੀਮ ਦੇ ਨਾਲ ਕਨੈਕਟ ਕਰਨਾ। ਸੋ ਜਿਹੜੇ ਸਾਡੇ ਬਾਕੀ ਦੇ ਰੋਜਰਸ ਦੇ ਆਊਟਲੈਟਸ ਨੇ, ਜਿਵੇਂ ਕਿ ਸਿਟੀ ਨਿਊਜ਼, ਬ੍ਰੈਕਫਾਸਟ ਟੈਲੀਵਿਜ਼ਨ, ਇਹ ਸਾਰੇ ਵੀ ਮਿਲ ਕੇ ਕੰਮ ਕਰਦੇ ਆ, ਪਰ ਵੀ ਆਰ ਬ੍ਰਾਂਚਡ ਆਊਟ ਇਨਟੂ ਡਿਫਰੈਂਟ ਕਮਿਊਨਿਟੀਜ਼। ਠੀਕ ਹੈ ਜੀ। ਸੋ ਇਹਦੇ ਨਾਲ ਦੇ ਨਾਲ ਜਿਵੇਂ ਕਿ ਤੁਸੀਂ ਆਪਣੇ ਕੈਰੀਅਰ ਦੇ ਵਿੱਚ ਤੇ ਜ਼ਰੂਰ ਕੰਮ ਕੀਤਾ, ਸਾਰੇ ਹੀ ਕਰਦੇ ਰਹਿੰਦੇ ਨੇ, ਪਰ ਜਿਹੜੀ ਕਿ ਤੁਹਾਡੀ ਸਾਡੀ ਕਮਿਊਨਿਟੀ ਨੂੰ ਇੱਕ ਬਹੁਤ ਹੀ ਵੱਡੀ ਦੇਣ ਹੈਗੀ ਹੈ, ਕਿ ਜਿਹਦਾ ਮੈਂ ਕਹਿੰਦੀ ਹਾਂ ਕਿ ਜੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਇਸ ਵੇਲੇ ਜਾਗਰੂਕਤਾ ਹੈਗੀ ਹੈ, ਤੇ ਉਹਦਾ ਸਾਰਾ ਸਿਰਾ ਜੇ ਅਸੀਂ ਲਵੀਨ ਦੇ ਸਿਰ ਤੇ ਬੰਨ੍ਹਦੀਏ ਤੇ ਕੋਈ ਗਲਤ ਗੱਲ ਨਹੀਂ ਹੋਏਗੀ। ਸੋ ਉਹਦੇ ਬਾਰੇ ਜ਼ਰੂਰ ਦੱਸੋ ਕਿ ਤੁਹਾਨੂੰ ਕਿਵੇਂ ਇਹ ਸੋਚਿਆ, ਕੀ ਮੌਕਾ ਬਣਿਆ ਕਿ ਤੁਸੀਂ ਇਹਦੇ ਬਾਰੇ ਸੋਚਣ ਲਈ ਮਜਬੂਰ ਹੋ ਗਏ ਕਿ ਵੀ ਮੈਂ ਇਹ ਕੰਮ ਕਰਨਾ ਹੈ। ਸੋ ਉਹਦੇ ਬਾਰੇ ਸਾਨੂੰ ਦੱਸੋ। ਦੇਖੋ, ਇੱਕ ਤੇ ਨਾ ਸੇਰਾ ਨਾ ਦਿਓ, ਬਿਲਕੁਲ ਵੀ ਨਾ ਦਿਓ, ਕਿਉਂਕਿ ਮੈਂ ਕੁਝ ਵੀ ਇਸ ਤਰ੍ਹਾਂ ਨਾ ਤਾਂ ਮੈਂ ਪਲਾਨ ਕੀਤਾ ਕਿ ਮੈਂ ਕਮਿਊਨਿਟੀ ਦੇ ਲਈ ਕੁਝ ਕਰਨਾ, ਤੇ ਨਾ ਓਨੈਸਟਲੀ ਨਾ ਮੈਂ ਇਹ ਫੀਲ ਕਰਦੀ ਹਾਂ ਕਿ ਮੈਂ ਕਮਿਊਨਿਟੀ ਦੇ ਲਈ ਕੁਝ ਕਰ ਰਹੀ ਹਾਂ। ਤੇ ਇਸ ਤਰ੍ਹਾਂ ਹੋਇਆ ਕਿ ਅਮਰ ਕਰਮਾ ਦਾ ਜਿਹੜਾ ਹੈ ਕਿ ਉਹ ਆਈ ਡਿਡਨਟ ਚੂਜ਼ ਅਮਰ ਕਰਮਾ, ਇਟ ਚੋਜ਼ ਮੀ, ਰੈਦਰ ਦ ਮਿਸ਼ਨ ਚੋਜ਼ ਮੀ। ਇਸ ਤਰ੍ਹਾਂ ਨਹੀਂ ਹੈ ਕਿ ਮੈਂ ਬਹੁਤ ਇਸ ਤਰ੍ਹਾਂ ਦੀ ਫੋਕਸਡ ਇੱਕ ਪਰਸਨ ਸੀ ਕਿ ਜਿਹੜਾ ਹੁੰਦਾ ਨਾ ਕਿ ਮੈਂ ਸੋਚਦੀ ਹੁੰਦੀ ਹਾਂ ਕਿ ਕੁਝ ਹੁੰਦੇ ਆ ਕਿ ਜਿਹੜੇ ਸ਼ੁਰੂ ਤੋਂ ਹੀ ਫੋਕਸਡ ਹੁੰਦੇ ਆ ਕਿ ਅਸੀਂ ਇਹ ਬਣਨਾ ਤੇ ਅਸੀਂ ਇਹ ਕਰਨਾ। ਆਈ ਵਾਜ਼ ਨੈਵਰ ਦੈਟ। ਸੋ ਮੈਂ ਖੁਦ ਹੀ ਆਈ ਵਾਜ਼ ਗੋਇੰਗ ਥਰੂ ਸਰਟਨ ਸਰਕਮਸਟੈਂਸਿਸ ਇਨ ਲਾਈਫ, ਤੇ ਮੈਨੂੰ ਲੱਗਦਾ ਸੀ ਕਿ ਮੇਰੀਆਂ ਪ੍ਰੋਬਲਮਸ ਹੀ ਸਭ ਤੋਂ ਵੱਡੀਆਂ ਨੇ। ਸੋ ਆਈ ਵਾਜ਼ ਗੋਇੰਗ ਥਰੂ ਅ ਬ੍ਰੇਕਅਪ, ਤੇ ਮੈਨੂੰ ਲੱਗਦਾ ਸੀ ਕਿ ਦੁਨੀਆ ਤੇ ਮੇਰੇ ਤੋਂ ਜ਼ਿਆਦਾ ਦੁਖੀ ਤੇ ਕੋਈ ਵੀ ਨਹੀਂ ਹੈ। ਸੋ ਐਟ ਦੈਟ ਏਜ ਯੂ ਨੋ ਕਿ ਸਾਰੀ ਦੁਨੀਆ ਖਤਮ ਹੋ ਗਈ ਹੋਈ ਹੈ ਤੇ ਮੈਂ ਹੀ ਸਭ ਤੋਂ ਜ਼ਿਆਦਾ ਦੁਖੀ ਹਾਂ। ਸੋ ਮੈਂ ਉਸ ਤਰ੍ਹਾਂ ਕਾਸਮੋਸ ਦੇ ਵਿੱਚ ਇੱਧਰ ਉੱਧਰ ਘੁੰਮ ਰਹੀ ਸੀ। ਜਿਸ ਤਰ੍ਹਾਂ ਚੀਜ਼ਾਂ ਦਾ ਨਾ ਸੀਕੁਐਂਸ ਬਣਦਾ ਗਿਆ, ਇਸ ਤਰ੍ਹਾਂ ਦੀਆਂ ਚੀਜ਼ਾਂ, ਇਸ ਤਰ੍ਹਾਂ ਦੇ ਇਤਫਾਕ ਮੇਰੇ ਬਾਰ-ਬਾਰ ਸਾਹਮਣੇ ਆਉਂਦੇ ਗਏ ਕਿ ਜਿਵੇਂ ਕਿ ਇੱਕ ਵਾਰ ਮੈਂ ਬੱਸ ਸਟਾਪ ਤੇ ਖੜੀ ਹਾਂ ਤੇ ਆਈ ਮੈਟ ਅ ਵੂਮਨ ਜਿਹਦੇ ਕੋਲ ਜਿਹੜੀ ਹੂ ਡਿਸਕਸਡ ਵਿਦ ਮੀ ਕਿ ਇੱਕ ਡਿਵਾਈਸ ਹੁੰਦੀ ਹੈ, ਇੱਕ ਰਿਮੋਟ, ਇੱਕ ਪੇਜਰ ਟਾਈਪ ਡਿਵਾਈਸ ਹੁੰਦੀ ਹੈ ਜਿਹੜੀ ਉਸਦੇ ਬੇਟੇ ਕੋਲ ਹੈ, ਜਿਹੜੀ ਉਹਨਾਂ ਨੂੰ ਮਿਲਦੀ ਹੈ ਜਦੋਂ ਉਹ ਵੇਟਿੰਗ ਲਿਸਟ ਤੇ ਹੁੰਦੇ ਆ। And I didn't know there is a device like that, and I didn't know what a waiting list is. And she told me ਕਿ ਉਹ ਕੁਝ ਸਾਲਾਂ ਤੋਂ ਵੇਟਿੰਗ ਲਿਸਟ ਤੇ ਹੈ ਤੇ ਉਹਨੂੰ ਲਿਵਰ ਚਾਹੀਦਾ। and she started crying, obviously ਉਹਦਾ ਬੱਚਾ ਯੰਗ ਬਹੁਤ ਜਿਹੜਾ ਇੰਨਾ ਸਫਰ ਕਰ ਰਿਹਾ। ਤੇ ਮੈਨੂੰ ਲੱਗਿਆ ਕਿ so why do people wait? Why don't they just go get a transplant? ਉਹ ਕਹਿੰਦੀ ਹੈ ਕਿ ਇਸ ਤਰ੍ਹਾਂ ਨਹੀਂ work ਕਰਦਾ, you need to have organs. You need to have a donor for that. You have to have a donor, and you need to have a supply of organs. You need to have enough organs to be able to transplant. So ਮੈਂ ਕਿਹਾ really? So why don't they have enough organs? And then she told me ਕਿ ਇਸ ਤਰ੍ਹਾਂ ਹੁੰਦਾ। And then ਮੈਂ ਵਾਪਸ ਘਰ ਆਈ ਤੇ ਮੈਨੂੰ ਲੱਗਿਆ ਕਿ oh really? So I came back with the thought ਕਿ ਯਾਰ really ਕਿਸੇ ਨੂੰ ਇਸ ਚੀਜ਼ ਦੀ ਵੀ ਵੇਟ ਕਰਨੀ ਪੈਂਦੀ ਹੈ। ਥੋੜਾ ਜਿਹਾ ਮੈਨੂੰ ਕੁਝ ਲਿਟਲ ਬਿਟ ਲੱਗਿਆ ਕਿ ਸ਼ਾਇਦ ਲੋਕ ਮੇਰੇ ਤੋਂ ਜ਼ਿਆਦਾ ਦੁਖੀ ਵੀ ਹੋ ਸਕਦੇ ਆ, ਮਤਲਬ ਮੈਂ ਹੀ ਜ਼ਿਆਦਾ ਦੁਖੀ ਨਹੀਂ ਆ, ਮੈਂ ਹੀ ਇਕੱਲੀ ਹਾਰਟ ਬ੍ਰੇਕ ਵਿੱਚੋਂ ਨਹੀਂ ਨਿਕਲ ਰਹੀ ਹਾਂ।
ਸੋ ਉਸ ਤੋਂ ਬਾਅਦ ਇਸ ਤਰ੍ਹਾਂ ਹੀ ਚੀਜ਼ਾਂ ਦਾ ਸੀਕੁਐਂਸ ਬਣਦਾ ਰਿਹਾ। ਇੱਕ ਵਾਪਸ ਉਹਨਾਂ ਦਿਨਾਂ ਵਿੱਚ MSN ਮੈਸੇਂਜਰ ਹੁੰਦਾ ਸੀ। ਵਾਪਸ ਆਈ ਕਨੈਕਟਡ ਵਿਦ ਵਨ ਆਫ ਮਾਈ ਫਰੈਂਡਸ ਐਂਡ ਜਿਹਨੇ ਮੈਨੂੰ ਦੱਸਿਆ ਕਿ ਸਾਡੀ ਇੱਕ ਬਹੁਤ ਕਲੋਜ਼ ਫਰੈਂਡ ਹੁੰਦੀ ਸੀ BC ਵਿੱਚ, who was on the waiting list, and when she received that organ it was too late for her body to adapt to it and then she passed away. So and ਉਹ ਫਿਰ ਕੁਛ ਉਹਦੇ ਨਾਲ ਜੁੜੀਆਂ ਮੈਮਰੀਜ਼ ਆਉਂਦੀਆਂ ਮਾਈਂਡ ਦੇ ਵਿੱਚ, and I thought a little bit more than I thought about the first one. ਕੁਛ ਦਿਨ ਸੋਚਦੀ ਰਹੀ, ਕੁਛ ਦਿਨ ਪਰੇਸ਼ਾਨ ਰਹੀ, ਥੋੜੀ ਬਹੁਤ ਸਰਚ ਕੀਤੀ ਕਿ ਯਾਰ ਇਹ ਕੀ ਹੁੰਦੀ ਹੈ ਵੇਟਿੰਗ ਲਿਸਟ, ਯੂ نو ਕਿਉਂ ਵੇਟ ਕਰਦੇ ਆ ਲੋਕ, ਹੈ ਨਾ। ਸੋ ਉਸ ਤੋਂ ਬਾਅਦ ਮੇਰੇ ਵਰਕ ਪਲੇਸ ਤੇ recycleme.org ਇੱਕ ਬਹੁਤ ਅੱਛੀ ਆਰਗੇਨਾਈਜੇਸ਼ਨ ਹੈ ਯੂਥ ਦੀ, ਜਿਹੜੇ ਬਹੁਤ ਹੀ ਡਿਫਰੈਂਟ ਮਲਟੀਮੀਡੀਆ ਦੇ ਨਾਲ ਅਵੇਅਰਨੈਸ ਰੇਜ਼ ਕਰਦੇ ਆ ਅਬਾਊਟ organ and tissue donation. So this was back in 2007-8. ਸੋ ਫਿਰ ਮੈਨੂੰ ਲੱਗਿਆ ਕਿ ਉਹਨਾਂ ਦੀ ਕੋਈ ਪ੍ਰੈਜੈਂਟੇਸ਼ਨ ਸੀ ਸਾਡੇ ਵਰਕ ਪਲੇਸ ਤੇ, that was again about organ and tissue donation. So that enabled me to do a bit more search. ਜਿਵੇਂ ਤੁਸੀਂ ਪਹਿਲਾਂ ਕਿਹਾ ਕਿ you didn't pick ਅਮਰ ਕਰਮਾ picked you, ਹਨਾ ਜੀ। ਸੋ ਇਹਨਾਂ ਦਾ ਬਹੁਤ ਹੀ ਇੰਟਰਸਟਿੰਗ ਵੇ ਦੇ ਨਾਲ ਇਹਨਾਂ ਨੇ ਇਹ ਆਰਗੇਨਾਈਜੇਸ਼ਨ ਸ਼ੁਰੂ ਕੀਤੀ। ਤੇ ਇੱਥੇ ਥੋੜਾ ਜਿਹਾ ਆਪਾਂ ਨੂੰ ਸਮਾਂ ਹੋ ਗਿਆ ਇੱਕ ਬ੍ਰੇਕ ਲੈਣ ਦਾ। ਬ੍ਰੇਕ ਤੋਂ ਬਾਅਦ ਆ ਕੇ ਅਸੀਂ ਫਿਰ ਸ਼ੇਅਰ ਕਰਾਂਗੇ ਕਿ ਇਹਨਾਂ ਨੇ ਕਿੱਦਾਂ ਇਸ ਆਰਗੇਨਾਈਜੇਸ਼ਨ ਨੂੰ ਖੜਾ ਕੀਤਾ। ਸੋ ਮਿਲਦੇ ਆ ਬ੍ਰੇਕ ਤੋਂ ਬਾਅਦ। ਡਰਾਈਵਰ ਵੀਰਾਂ ਤੇ ਓਨਰ ਆਪਰੇਟਰਸ ਲਈ ਖਾਸ ਦੋਸਤੋ, ਤੁਸੀਂ ਲੋਡ ਬੁਕਿੰਗ ਦੀ ਚਿੰਤਾ ਛੱਡ ਆਪਣਾ ਪੂਰਾ ਧਿਆਨ ਡਰਾਈਵਿੰਗ ਉੱਤੇ ਲਗਾਓ। ਰੋਡੈਕਸ ਪ੍ਰੋਫੈਸ਼ਨਲ ਡਿਸਪੈਚ ਲੋਡ ਬੁਕਿੰਗ, ਕਰੀਅਰ ਪੈਕਟ ਭੇਜਣ, ਟ੍ਰੇਸਿੰਗ, ਟਰੈਕਿੰਗ ਦੀਆਂ ਸੇਵਾਵਾਂ ਮੁਹੱਈਆ ਕਰਾਉਂਦਾ। ਟਰੱਕਿੰਗ ਇੰਡਸਟਰੀ ਵਿੱਚ ਸਾਡਾ ਡਿਸਪੈਚ ਦਾ ਲੰਬਾ ਤਜਰਬਾ ਹੈ। ਸ਼ਿਪਰਸ ਬ੍ਰੋਕਰਸ ਨਾਲ ਸਿੱਧਾ ਰਾਬਤਾ ਹੋਣ ਕਾਰਨ ਤੁਹਾਡੇ ਲਈ ਬਹੁਤ ਵਧੀਆ ਕੀਮਤਾਂ ਉੱਤੇ ਲੋਡ ਬੁੱਕ ਕਰ ਸਕਦੇ ਹਾਂ। ਤੁਸੀਂ ਜ਼ਿਆਦਾ ਮੁਨਾਫਾ ਕਮਾ ਸਕਦੇ ਹੋ, ਉਹ ਵੀ ਬਿਨਾਂ ਕਿਸੇ ਕੰਟਰੈਕਟ ਦੇ। ਜਾਣਕਾਰੀ ਲਈ ਨੰਬਰ 313 855 5623। ਜੀ ਹਾਂ ਦੋਸਤੋ, ਜੇ ਤੁਸੀਂ ਆਪਣੇ ਟਰੱਕ ਜਾਂ ਟ੍ਰੇਲਰ ਦੀ ਮੁਰੰਮਤ ਦਾ ਕੰਮ ਤਸੱਲੀ ਬਖਸ਼ ਅਤੇ ਬਿਨਾਂ ਸਮਾਂ ਖਰਾਬ ਕੀਤਿਆਂ ਕਰਾਉਣਾ ਚਾਹੁੰਦੇ ਹੋ ਤਾਂ ਭਰੋਸੇਯੋਗ ਇੱਕੋ ਇੱਕ ਨਾਂ BTS ਟਰੱਕ ਰਿਪੇਅਰ। ਇੱਥੋਂ ਤੁਸੀਂ ਟਰੈਕਟਰ, ਟ੍ਰੇਲਰ, ਰੀਫਰ, ਇੰਜਨ, ਟਰਾਂਸਮਿਸ਼ਨ ਅਤੇ ਸਸਪੈਂਸ਼ਨ ਦਾ ਰਿਪੇਅਰ ਦਾ ਕੰਮ ਸਰਟੀਫਾਈਡ ਟੈਕਨੀਸ਼ੀਅਨਸ ਵੱਲੋਂ ਕਰਵਾ ਸਕਦੇ ਹੋ। ਜੀ ਹਾਂ, BTS ਟਰੱਕ ਰਿਪੇਅਰ 39115 ਮੇਪਲ ਐਵਨਿਊ, ਵੇਨ, ਮਿਸ਼ੀਗਨ ਵਿਖੇ ਵਾਕਿਆ ਹੈ। ਫੋਨ ਨੰਬਰ 734 419 1408 734 419 1408 BTS ਟਰੱਕ ਰਿਪੇਅਰ। ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਉਡਾਨ ਦੇ ਵਿੱਚ। ਤੇ ਚਲੋ ਅਸੀਂ ਹੁਣ ਆਪਣੀ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ ਕਿ ਤੁਸੀਂ ਗੱਲ ਕਰ ਰਹੀ ਸੀ ਕਿ ਕਿੱਦਾਂ ਅਮਰ ਕਰਮਾ ਨੇ ਤੁਹਾਨੂੰ ਚੂਜ਼ ਕਰਦੇ ਰਹੇ ਵਾਰ-ਵਾਰ। ਸੋ ਫਿਰ ਕੀ ਹੋਇਆ? ਜੀ ਫਿਰ ਇਸ ਤਰ੍ਹਾਂ ਹੋਇਆ ਕਿ ਮੈਂ ਐਕਚੁਅਲੀ ਇਹ ਬਿਲਕੁਲ ਨਹੀਂ ਸੀ ਸੋਚਿਆ ਕਦੇ ਕਿ ਅਮਰ ਕਰਮਾ ਇੱਕ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਹੋਏਗੀ ਜੋ ਇਹ ਬਣ ਚੁੱਕੀ ਆ ਹੁਣ। ਹਾਂਜੀ ਹਾਂਜੀ। ਸੋ ਫਿਰ ਥੋੜੇ ਸਕ੍ਰਿਬਲਸ ਕੀਤੇ, ਫਿਰ ਉਹਦਾ ਇੱਕ ਨਾਮ ਸੋਚਿਆ। ਫਿਰ ਮੈਨੂੰ ਲੱਗਿਆ ਕਿ ਮੈਂ ਪਹਿਲੇ ਇਹ ਸੋਚਿਆ ਸੀ ਕਿ ਕੁਛ ਨਾ ਪੈਂਫਲੇਟਸ ਬਣਾ ਕੇ ਨਾ ਮੇਬੀ ਆਈਲ ਡਿਸਟ੍ਰੀਬਿਊਟ। ਉਸ ਤੋਂ ਪਹਿਲੇ ਆਈ ਰਿਮੈਂਬਰ ਕਿ ਇੱਕ ਪਾਰਟ ਸੀ, ਅਸੀਂ ਉੱਥੇ ਸਾਰੇ ਰਿਲੇਟਿਵ, ਸਾਡੇ ਫੈਮਿਲੀ ਮੈਂਬਰ, ਸਾਰੇ ਲੋਕ ਇਕੱਠੇ ਹੋਏ ਤੇ ਉੱਥੇ ਮੈਂ ਕੁਛ ਫੈਮਿਲੀ ਮੈਂਬਰਸ ਨਾਲ, ਰਿਲੇਟਿਵਸ ਨਾਲ ਗੱਲ ਕੀਤੀ ਇਸ ਬਾਰੇ ਵਿੱਚ। ਤੇ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਬਹੁਤ ਸਾਰੀ ਇਸ ਬਾਰੇ 'ਚ ਨਾ ਰਿਜੈਕਸ਼ਨ ਸੀ, ਜਿਵੇਂ ਇਸ ਟੌਪਿਕ ਦੇ ਬਾਰੇ 'ਚ ਗੱਲ ਕਰਨ ਦੇ ਲਈ ਵੀ। ਬੈਕ ਗੋਇੰਗ 12 years ਹੈ ਨਾ ਪਿੱਛੇ। ਕਿਉਂਕਿ ਜਦੋਂ ਵੀ ਆਪਾਂ ਆਰਗਨ ਡੋਨੇਸ਼ਨ ਦੀ ਗੱਲ ਕਰਦੇ ਆਪਾਂ ਸ਼ੁਰੂ ਕਰਦੇ ਹਾਂ ਕਿ ਜਦੋਂ ਅਸੀਂ ਮਰ ਜਾਣਾ ਹੈ ਜੀ, ਹੈ ਨਾ, nobody wants to discuss that, ਹੈ ਨਾ। ਜੀ ਜੀ ਜੀ, it's a very dry subject to discuss ਜੀ। ਸੋ ਉਹ ਜਿਹੜਾ ਟੌਪਿਕ ਸੀ ਨਾ, ਉਹ ਸਾਨੂੰ ਡੈਥ ਦੀ ਯਾਦ ਦਿਲਾਉਂਦਾ। ਸੋ ਮੈਨੂੰ ਲੱਗਿਆ ਕਿ ਉਹ ਜ਼ਿਆਦਾ ਵੈਲਕਮਡ ਨਹੀਂ ਸੀ। ਹਾਂਜੀ ਹਾਂ। ਸੋ ਉਸ ਤੋਂ ਬਾਅਦ ਮੈਂ ਸੋਚਿਆ ਕਿ ਯਾਰ ਇਸ ਤਰ੍ਹਾਂ ਕਰਦੇ। ਮੇਰੀ ਐਕਚੁਅਲੀ ਜਿਹੜੀਆਂ ਚੀਜ਼ਾਂ 'ਚੋਂ ਮੈਂ ਨਿਕਲ ਰਹੀ ਸੀ ਨਾ, ਉਹਨਾਂ ਤੋਂ ਫਿਰ ਮੈਂ ਡਿਸਟਰੈਕਟ ਹੋਈ ਉਸ ਦੀ ਵਜ੍ਹਾ ਦੇ ਨਾਲ, ਕਿਉਂਕਿ ਮੇਰਾ ਸਾਰਾ ਧਿਆਨ ਇਸ ਚੀਜ਼ 'ਚ ਲੱਗ ਗਿਆ ਕਿ ਚਲੋ ਇਹਨੂੰ ਡਿਜ਼ਾਈਨ ਕਰਦੇ ਹਾਂ, ਇੱਦਾਂ ਕਰਦੇ ਹਾਂ ਕਿ ਲੈਟਸ ਜਸਟ ਡਿਸਟ੍ਰੀਬਿਊਟ ਕੁਛ ਫਲਾਇਰਸ। ਜਿੰਨਾ ਤੁਸੀਂ ਇੱਧਰ ਧਿਆਨ ਦਿੰਦੇ ਗਏ ਤੁਹਾਡਾ ਉਧਰੋਂ ਹਟਦਾ ਗਿਆ। ਸੋ ਇਟ ਵਾਸ ਅ ਹੀਲਿੰਗ ਥੈਰੇਪੀ ਫॉर ਯੂ। ਜੀ ਜੀ ਬਿਲਕੁਲ। ਸੋ ਫਿਰ ਉਹ ਪੈਂਫਲੇਟਸ ਬਣਾ ਕੇ ਤੇ ਭੇਜਦੇ ਆ, ਪਰ ਮੈਨੂੰ ਉਹਦੀ ਕੋਈ ਕ੍ਰੈਡੀਬਿਲਿਟੀ ਵੀ ਚਾਹੀਦੀ ਹੈ ਨਾ। ਸੋ ਜੋ ਮੈਨੂੰ ਰਿਸਰਚ ਮਿਲੀ ਮੇਰੀ ਇੰਟਰਨੈਟ ਤੋਂ, ਉਹਦੇ ਤੇ ਮੈਂ ਉਹ ਤੇ ਪਾ ਸਕਦੀ ਹਾਂ, ਪਰ who should they contact ਜੇ ਉਹਦੇ 'ਚ ਕੁਛ ਹੈ ਨਾ। ਸੋ ਫਿਰ ਉਸ ਤੋਂ ਔਨ ਟ੍ਰਿਲੀਅਮ ਗਿਫਟ ਆਫ ਲਾਈਫ ਦੇ ਨਾਲ ਕੰਟੈਕਟ ਕੀਤਾ, ਉਹਨਾਂ ਦੇ ਨਾਲ ਮੀਟਿੰਗਸ ਕੀਤੀਆਂ। ਫਿਰ ਮੈਨੂੰ ਇਹਨੂੰ ਰਜਿਸਟਰ ਕਰਕੇ ਇਹਦਾ ਪ੍ਰੋਪਰ ਇੱਕ ਨਾਮ ਦੇਣਾ ਪਿਆ। ਉਸ ਤੋਂ ਬਾਅਦ ਤੇ ਫਿਰ ਆਈ ਗੈਸ
ਅਨਪਲੈਨਡ ਹੀ ਸੀ ਸਾਰਾ ਕੁਝ। ਤੇ ਫਿਰ ਜਿਹੜੇ ਸਾਡੇ ਹੋਰ ਸਸਪੈਂਡਡ ਐਲੀਮੈਂਟਸ, ਸਾਡੇ ਬ੍ਰਦਰਸ ਐਂਡ ਸਿਸਟਰਸ ਹੈ ਜਿਹੜੇ ਅਮਰ ਕਰਮਾ ਦੇ ਵਿੱਚ, ਜਿਨ੍ਹਾਂ ਦੇ ਕਰਕੇ ਅਮਰ ਕਰਮਾ ਜੋ ਹੈ ਉਹ ਸਾਰੇ ਫਿਰ ਜਿੱਥੇ ਵੀ ਉਹ ਘੁੰਮ ਰਹੇ ਸੀ ਫਿਰ ਅਸੀਂ ਸਾਰੇ ਮਿਲਦੇ ਗਏ ਆਪਸ ਦੇ ਵਿੱਚ। ਸੋ ਇੰਨੀ ਕੁ ਜ਼ਿਆਦਾ ਬਿਊਟੀਫੁਲ ਸਾਡੀ ਟੀਮ ਹੈ। ਹੁਣ ਜੇ ਅਸੀਂ ਗੱਲ ਕਰੀਏ ਕਿ ਅਮਰ ਕਰਮਾ ਕੀ ਬਣ ਚੁੱਕੀ ਹੈ ਆਰਗੇਨਾਈਜੇਸ਼ਨ, ਪਹਿਲੇ ਅਸੀਂ ਜ਼ਰੂਰ organ and tissue donation ਤੋਂ ਹੀ ਸ਼ੁਰੂ ਹੋਏ ਸੀ, ਜੋ ਕਿ ਅਸੀਂ ਹੁਣ ਵੀ ਕਰਦੇ ਹਾਂ। ਉਸ ਤੋਂ ਇਲਾਵਾ ਵੀ ਇਨਕੋਰਪੋਰੇਟਡ ਅੰਬਿਲਿਕਲ ਕੋਰਡ ਬਲੱਡ ਡੋਨੇਸ਼ਨ, ਜਦੋਂ ਬੱਚੇ ਦਾ ਨਾੜੂ ਵੀ ਦਾਨ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ, ਬਲੱਡ ਡੋਨੇਸ਼ਨ। ਸੋ ਸਾਡੇ ਕੁਝ ਬੱਚੇ ਆ ਸਾਡੀ ਆਰਗੇਨਾਈਜੇਸ਼ਨ ਵਿੱਚ ਜਿਹੜੇ ਕਿ ਮੇਕ ਸ਼ੋਰ ਕਰਦੇ ਆ ਕਿ ਜੇ ਉਹਨਾਂ ਨੇ ਹੈਅਰ ਕੱਟ ਕਰਾਉਣਾ ਤਾਂ ਉਹ ਆਪਣੇ ਵਾਲਾਂ ਨੂੰ ਇੱਕ ਸਰਟਨ ਤਰੀਕੇ ਨਾਲ ਪੈਕ ਕਰਦੇ ਆ ਤੇ ਉਹਨਾਂ ਨੂੰ ਦੇ ਡੋਨੇਟ देयर हेयर ਟੂ ਬ੍ਰਦਰਸ ਐਂਡ ਸਿਸਟਰਸ ਹੂ ਆਰ ਬੈਟਲਿੰਗ ਕੈਂਸਰ। ਸੋ ਇਹ ਐਕਚੁਅਲੀ ਇਸ ਤਰ੍ਹਾਂ ਹੁਣ ਹੋ ਗਿਆ ਹੋਇਆ ਕਿ ਛੋਟੇ ਛੋਟੇ ਗਿਫਟਸ ਐਂਡ ਛੋਟੇ ਛੋਟੇ ਕਰਮਾ, ਛੋਟੇ ਛੋਟੇ ਐਕਸ਼ਨਸ ਜਿਹੜੇ ਅਸੀਂ ਕਰ ਸਕਦੇ ਹਾਂ, ਜਿਹੜੇ ਕਿ ਕੈਨ ਮੇਕ ਅ ਹਿਊਜ ਡਿਫਰੈਂਸ ਦੂਸਰਿਆਂ ਦੀ ਲਾਈਫ ਦੇ ਵਿੱਚ। ਸੋ ਉਹ ਜਿਹੜੇ ਛੋਟੇ ਛੋਟੇ ਬੱਚੇ ਆ ਉਹ ਵੀ ਇਹ ਚੀਜ਼ਾਂ ਉਹ ਸ਼ੁਰੂ ਤੋਂ ਹੀ ਸਿੱਖਦੇ ਆ। ਬਿਲਕੁਲ, ਹਾਂਜੀ। ਸੋ ਤੁਸੀਂ ਜਿਵੇਂ ਕਿ ਕਿਹਾ ਇਹਨਾਂ ਦੀ ਟੀਮ ਦੇ ਵਿੱਚ ਹਰ ਸਾਲ ਅਸੀਂ ਵੀ ਗੋ ਟੂ ਅਟੈਂਡ देयर ਐਨੂਅਲ ਫੰਕਸ਼ਨ, ਤੇ ਉਹਦੇ ਵਿੱਚ ਜਿਹੜੀ ਬਿਊਟੀ ਹੈਗੀ ਹੈ ਕਿ ਭਾਵੇਂ ਸਾਰਿਆਂ ਨੂੰ ਪਤਾ ਹੈ ਕਿ ਲਵੀਨ ਗਿੱਲ ਨੇ ਕ੍ਰੀਏਟ ਕੀਤਾ ਹੋਇਆ ਹੈ, ਬਟ ਯੂ ਵਿਲ ਸੀ ਸਾਰੇ ਬੱਚੇ, ਯੂਥ, ਮੋਸਟਲੀ ਯੂਥ ਨੂੰ ਬਹੁਤ ਤੁਸੀਂ ਇਨਵੋਲਵ ਕਰਦੇ ਹੋ। ਯੂਥ ਦੇ ਨਾਲ ਨਾਲ ਇਹਨਾਂ ਦਾ ਜਿਹੜਾ ਬੇਟਾ ਹੈਗਾ ਸਿਰਫ 4 ਸਾਲ ਦਾ, ਉਹ ਵੀ ਇੰਨੇ ਇਨਵੋਲਵ ਰਹਿੰਦੇ ਨੇ। ਸੋ ਯੂਥ ਦੇ ਨਾਲ ਨਾਲ ਬੱਚਿਆਂ ਨੂੰ ਸ਼ੁਰੂ ਤੋਂ ਹੀ ਉਹਨਾਂ ਨੂੰ ਗੁੜਤੀ ਹੀ ਦੇ ਦਿੰਦੇ ਨੇ ਕਿ ਤੁਸੀਂ ਕਮਿਊਨਿਟੀ ਦੇ ਲਈ ਕੀ ਕਰਨਾ ਹੈਗਾ। ਸੋ ਉਹ ਬਹੁਤ ਅੱਛਾ ਹੈਗਾ। ਉਹਦੇ ਬਾਰੇ ਤੁਸੀਂ ਦੱਸੋ ਕਿ ਤੁਸੀਂ ਯੂਥ ਨੂੰ ਕਿਵੇਂ ਐਨਕਰੇਜ ਕਰਦੇ ਹੋ? ਜੀ ਇਸ ਤਰ੍ਹਾਂ ਹੈ ਕਿ ਜਿਵੇਂ ਹੁਣ ਤੁਸੀਂ ਮੇਰੇ ਸਨ ਆਜ਼ਾਦ ਦੀ ਗੱਲ ਕੀਤੀ, ਉਹ 5.5 ਸਾਲ ਦਾ ਹੋ ਗਿਆ। ਜਦੋਂ ਉਹ ਬੇਬੀ ਸੀਟ ਵਿੱਚ ਵੀ ਹੁੰਦਾ ਸੀ, ਹੀ ਇਜ਼ ਗੋਨ ਟੂ ਐਵਰੀ ਮੀਟਿੰਗ। ਸੋ ਕੋਈ ਵੀ ਮੀਟਿੰਗ ਨਹੀਂ ਹੈ ਜਿਹੜੀ ਉਹਨੇ ਇਹਨਾਂ 5.5 ਸਾਲਾਂ ਵਿੱਚ ਮਿਸ ਕੀਤੀ ਹੋਏ। ਸੋ ਦਿਸ ਇਜ਼ ਲਾਈਕ ਸੈਕੰਡ ਨੇਚਰ ਟੂ ਹਿਮ ਕਿ ਇਹ ਤੇ ਅਮਰ ਕਰਮਾ ਇਜ਼ ਸਮਥਿੰਗ ਦੈਟ ਆਈ ਹੈਵ ਟੂ ਡੂ। ਜਿਵੇਂ ਬੱਚਿਆਂ ਫॉर ਹਿਮ ਇਟਸ ਨੈਚੁਰਲ, ਘਰ ਦਾ ਕਲਚਰ ਹੈ ਉਹਦਾ ਕਿ ਅਮਰ ਕਰਮਾ ਹੈ ਨਾ। ਸੋ ਫਿਰ ਉਹਦੇ ਥਰੂ ਹੁਣ ਇਸ ਤਰ੍ਹਾਂ ਹੋਇਆ ਕਿ ਕਿਉਂਕਿ ਅਸੀਂ ਉਹਦਾ ਅੰਬਿਲਿਕਲ ਕੋਰਡ ਬਲੱਡ ਡੋਨੇਟ ਕੀਤਾ ਸੀ, ਸੋ ਉਸ ਤੋਂ ਬਾਅਦ ਅਸੀਂ ਕੀ ਕੀਤਾ ਕਿ ਇਨਫੈਕਟ ਬੱਚਿਆਂ ਨੂੰ ਇਨਕਰੇਜ ਕਰਨ ਦੇ ਵਾਸਤੇ ਵੀ ਮੈਂ ਇੱਕ ਹੋਰ ਚੀਜ਼ ਰੀਅਲਾਈਜ਼ ਕੀਤੀ ਸਡਨਲੀ 5 ਸਾਲਾਂ ਬਾਅਦ ਆਜ਼ਾਦ ਦੇ ਬਰਥ ਤੋਂ। ਸੋ ਅਸੀਂ ਉਹਦਾ ਅੰਬਿਲਿਕਲ ਕੋਰਡ ਬਲੱਡ ਡੋਨੇਟ ਕਰਨ ਤੋਂ ਬਾਅਦ ਨਾ ਜਿਹੜੇ ਹੋਰ ਸਾਡੇ ਮੈਂਬਰ ਸੀ ਜਿਨ੍ਹਾਂ ਨੇ ਅੰਬਿਲਿਕਲ ਕੋਰਡ ਬਲੱਡ ਡੋਨੇਟ ਕੀਤਾ ਸੀ, ਅਸੀਂ ਸਾਰਿਆਂ ਨੂੰ ਵੀ ਇਨਵਾਈਟਡ them ਟੂ ਸਟੇਜ, ਐਂਡ ਤੁਸੀਂ ਤੇ ਸਾਰੇ ਇਵੈਂਟਸ ਅਟੈਂਡ ਕਰਦੇ ਰਹੇ ਹੋ। ਸੋ ਅਸੀਂ ਉਹਨਾਂ ਨੂੰ ਨਾ ਬੱਚਿਆਂ ਦੇ ਬਰਥ ਈਅਰ ਦੇ ਨਾਮ ਤੇ ਬੱਚਿਆਂ ਨੂੰ ਮੈਡਲਸ ਦਿੱਤੇ। ਸੋ ਚਲੋ that was that। ਤੇ ਉਹ 5 ਸਾਲ ਉਹ ਮੈਡਲ ਸਾਡੇ ਘਰ ਦੇ ਵਿੱਚ ਹੈਂਗ ਰਿਹਾ। ਤੇ ਹੁਣ ਆਜ਼ਾਦ ਨੇ ਇਸ ਸਾਲ ਮੇਰੇ ਤੋਂ ਪੁੱਛਿਆ ਕਿ ਮੰਮਾ ਇਹ ਮੈਡਲ ਮੈਨੂੰ ਕਿਉਂ ਮਿਲਿਆ? And I was like, wow, so this medal initiated a dialogue ਸਾਡੇ ਘਰ ਦੇ ਵਿੱਚ। ਸੋ ਫਿਰ ਮੈਂ ਆਜ਼ਾਦ ਨੂੰ ਦੱਸਿਆ ਕਿ ਆਜ਼ਾਦ ਇੱਕ ਅੰਬਿਲਿਕਲ ਕੋਡ ਹੁੰਦੀ ਹੈ। ਉਹ ਮੰਮਾ ਉਹ ਫਿਰ ਉਹਨੂੰ ਸਿੰਪਲੀਫਾਈ ਕਰਕੇ ਦੱਸਿਆ ਜੋ ਕਿ ਉਹ ਇਸ ਏਜ ਤੇ ਅੰਡਰਸਟੈਂਡ ਕਰ ਸਕਦਾ ਹੈ। ਸੋ ਫਿਰ ਉਹ ਸਟੋਰੀ ਉਸਨੇ ਹੁਣ ਇਸ ਸਾਲ ਐਜ਼ ਐਨ ਐਡਵੋਕੇਟ ਸਪੀਕਰ ਸ਼ੇਅਰ ਕੀਤੀ ਸਾਡੇ ਅਮਰ ਕਰਮਾ ਦੇ 11th ਇਵੈਂਟ ਤੇ। ਸੋ ਸਾਰੇ ਹੀ ਮੈਂਬਰਸ ਅਮੇਜ਼ਿੰਗ, ਹਾਂਜੀ ਜੀ, ਸੋ ਸਾਰੇ ਮੈਂਬਰਸ ਹੀ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਐਨਕਰੇਜ ਕਰਦੇ ਨੇ। ਜਿਵੇਂ ਇੱਕ ਜੀਆ ਖੁਰਾਨਾ ਇੱਕ ਬੱਚੀ ਹੈ ਨਾ, ਸ਼ੀ ਵਾਸ 6 years old ਜਦੋਂ ਤੋਂ ਉਹ ਅਮਰ ਕਰਮਾ ਦੀ ਮੈਂਬਰ ਹੈ। ਨਾਓ ਸ਼ੀ ਇਜ਼ ਟਰਨਿੰਗ 16 ਨੈਕਸਟ ਈਅਰ। ਸੋ ਸ਼ੀ ਹੈਜ਼ ਸੀਨ ਇਟ ਆਲ। Harry Pabla, he was a kid 13 and he's now in his 20s, like they see it all। ਬਹੁਤ ਸਾਰੇ ਬੱਚੇ ਹੋਰ ਵੀ। ਹਾਂਜੀ, ਸੋ ਇਹਨਾਂ ਦੀ ਇੱਕ ਸਾਡੀ ਕਮਿਊਨਿਟੀ ਨੂੰ ਬਹੁਤ ਹੀ ਵੱਡੀ ਦੇਣ ਹੈਗੀ ਹੈ। ਤੇ ਜਿਵੇਂ ਤੁਸੀਂ ਦੱਸ ਰਹੇ ਸੀ ਲਵੀਨ ਬ੍ਰੇਕ ਦੇ ਵਿੱਚ ਇਹ ਗੱਲ ਕਰ ਰਹੀ ਸੀ ਕਿ ਅਮਰ ਕਰਮਾ ਵਾਜ਼ ਅਵਾਰਡਡ ਫॉर ਸਮਥਿੰਗ, ਸੋ ਉਹਦੇ ਬਾਰੇ ਸਾਨੂੰ ਦੱਸੋ ਜੀ। ਜਿਵੇਂ ਕਿ ਯਾ ਬਿਲਕੁਲ ਐਜ਼ ਅਮਰ ਕਰਮਾ ਟੁਗੇਦਰ ਐਜ਼ ਅ ਟੀਮ, ਜੇ ਇਹ ਜਿਸ ਤਰ੍ਹਾਂ ਦੀ ਕੁਦਰਤ ਨੇ ਯੂਨੀਵਰਸ ਦੀਆਂ ਸਾਰੀਆਂ ਫੋਰਸਿਸ ਨੇ ਮਿਲ ਕੇ ਇਹਨੂੰ ਬਣਾਇਆ ਹੈ ਨਾ। So Amar Karma is Canada's first South Asian organization that was founded to raise awareness about organ and tissue donation initially। So ਸਾਨੂੰ Ontario government ਨੇ ਮੈਨੂੰ ਇਸ ਚੀਜ਼ ਦਾ ਸਾਰੀ ਦਾ ਮਾਣ ਦਿੱਤਾ ਹੈ ਕਿ they gave me a good citizenship medal in 2017। and ਤੁਹਾਨੂੰ ਮੈਂ ਦੱਸ ਰਹੀ ਸੀ ਕਿ ਜਿਹੜੇ ਸਾਰੇ ਸਾਡੇ ਮੈਂਬਰ ਸੀ ਉਹਦੇ ਵਿੱਚ I was the 11th one।
ਸਾਰੇ ਬਹੁਤ ਸੀਨੀਅਰਸ ਤੇ ਬਹੁਤ ਹੀ ਐਕਸਪੀਰੀਅੰਸਡ ਸੀ ਐਂਡ ਮੈਂ ਇਕੱਲੀ ਆਈ ਵਾਸ ਦ ਲੀਸਟ ਐਕਸਪੀਰੀਅੰਸਡ ਪਰਸਨ ਜਿਹਨੂੰ ਉਹ ਮੈਡਲ ਮਿਲਿਆ। ਨਹੀਂ, ਬੇਸ਼ੱਕ ਤੁਸੀਂ ਆਪਣੇ ਆਪ ਨੂੰ ਲੀਸਟ ਐਕਸਪੀਰੀਅੰਸ ਜਾਂ ਛੋਟੇ ਮੰਨਦੇ ਹੋ, ਬਟ ਕਹਿੰਦੇ ਨੇ ਤੁਹਾਡੀ ਜਿਹੜੀ ਕੰਮ ਸੀਗਾ ਉਹ ਬਹੁਤ ਹੀ ਵੱਡਾ ਸੀ ਕਿ ਅੱਜ ਦੀ ਦਿਹਾੜੀ ਦੇ ਵਿੱਚ ਜੇ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਜਾਂ ਬਰੈਂਪਟਨ ਦੇ ਵਿੱਚ ਲਵੀਨ ਐਂਡ ਅਮਰ ਕਰਮਾ ਇਜ਼ ਸੇਮ ਥਿੰਗ, ਹੈ ਨਾ, ਕਿ ਸਾਰੇ ਇੰਨੀ ਜਾਗਰੂਕਤੀ, ਇੰਨੇ ਡੋਨੇਸ਼ਨ, ਈਵਨ our family donated our organs ਇਹਨਾਂ ਦੀ ਉਹਦੇ ਵਿੱਚ ਜਾ ਕੇ, ਹੈ ਨਾ। ਸੋ ਇਹਨਾਂ ਨੇ ਬੜਾ ਹੀ ਇੱਕ ਅੱਛਾ ਇਨੀਸ਼ੀਏਟਿਵ ਕੀਤਾ ਹੈ ਕਿ ਜਿਹਦੇ ਲਈ ਕਿ ਤੁਹਾਨੂੰ ਇੰਨੀਆਂ ਦੁਆਵਾਂ ਮਿਲਣੀਆਂ ਨੇ ਤੇ ਜਿੰਨੇ ਵੀ ਇਹ ਅੱਗੇ ਵਧਦਾ ਜਾਂਦਾ ਹੈ, ਇਹ ਕਿੰਨੇ ਲੋਕਾਂ ਨੂੰ ਇਹਦੇ ਤੋਂ ਤੰਦਰੁਸਤੀ ਮਿਲਣੀ ਹੈ ਜਾਂ ਆਰਗਨਸ ਮਿਲ ਕੇ ਉਹਨਾਂ ਨੂੰ ਜ਼ਿੰਦਗੀ ਮਿਲੇਗੀ। ਸੋ ਤੁਹਾਡਾ ਬਹੁਤ ਹੀ ਥੈਂਕ ਯੂ ਸਾਡੀ ਸਾਰੀ ਕਮਿਊਨਿਟੀ ਵੱਲੋਂ, ਐਂਡ ਇਹਦੇ ਲਈ ਤੁਹਾਨੂੰ ਜਿੰਨੀਆਂ ਵੀ ਦੁਆਵਾਂ ਦਿੱਤੀਆਂ ਜਾਣ ਉਨੀਆਂ ਹੀ ਥੋੜੀਆਂ। ਤੁਹਾਡੀ ਸਾਰਿਆਂ ਦੀ ਸਪੋਰਟ ਤੋਂ ਬਿਨਾਂ ਵੀ ਕੀ ਹੋ ਸਕਦਾ, ਇੰਨੇ ਸਾਲਾਂ ਤੋਂ ਤੁਸੀਂ ਵੀ ਜੁੜੇ ਹੋਏ ਹੋ ਸਾਰੇ ਐਜ਼ ਫੈਮਲੀਜ਼, ਹੈ ਨਾ। ਬਿਲਕੁਲ, ਤੁਸੀਂ ਜਿਹੜੇ ਵੀ ਮਿਲਦੇ ਨੇ ਉਹਨਾਂ ਨੂੰ ਫੈਮਿਲੀ ਲੈ ਕੇ ਅੱਗੇ ਤੁਰੀ ਜਾਂਦੇ, ਹੈ ਨਾ। ਸੋ ਇਹ ਤੇ ਸੀ ਇਹਨਾਂ ਦਾ ਇੱਕ ਸਾਡੀ ਕਮਿਊਨਿਟੀ ਨੂੰ ਬਹੁਤ ਹੀ ਵੱਡੀ ਦੇਣ ਅਮਰ ਕਰਮਾ। ਸੋ ਇਸ ਤੋਂ ਬਾਅਦ ਜਦੋਂ ਮੈਂ ਇਹਨਾਂ ਦੇ ਨਾਲ ਗੱਲ ਕਰ ਰਹੀ ਸੀਗੀ ਕਿ ਜਿਵੇਂ ਆਪਾਂ ਨੂੰ ਪਤਾ ਹੈ ਕਿ ਓਮਨੀ ਟੀਵੀ ਦੇ ਵਿੱਚ ਇਹ ਐਜ਼ ਕੀ ਤੁਹਾਡੀ ਡੈਜ਼ਿਗਨੇਸ਼ਨ ਕੀ ਹੈ ਉੱਥੇ? ਜੀ ਮੈਂ ਜਰਨਲਿਸਟ ਹਾਂ, ਮੈਂ ਰਿਪੋਰਟਰ ਐਂਡ ਹੋਸਟ ਹਾਂ। ਹਾਂਜੀ, ਸੋ ਇਹ ਇਹਨਾਂ ਦੀਆਂ ਬੜੀਆਂ ਦਿਲਚਸਪ ਚੀਜ਼ਾਂ ਹੁੰਦੀਆਂ ਨੇ ਜਿਹਨੂੰ ਉਹਨਾਂ ਨੂੰ ਵੇਖ ਕੇ ਇਹਨਾਂ ਦਾ ਪੇਸ਼ ਕਰਨ ਦਾ ਤਰੀਕਾ ਬਹੁਤ ਅੱਛਾ ਹੁੰਦਾ ਹੈ। ਸੋ ਜਦੋਂ ਆਪਾਂ ਗੱਲ ਕਰ ਰਹੇ ਸੀ, ਤੁਸੀਂ ਦੱਸ ਰਹੇ ਸੀ ਕਿ ਤੁਸੀਂ ਇੱਕ ਬੜੀ ਹੀ ਦਿਲਚਸਪ ਜਾਂ ਮੱਚ ਨੀਡਡ ਡਾਕੂਮੈਂਟਰੀ ਤੇ ਕੰਮ ਕਰ ਰਹੇ ਹੋ, ਉਹਦੇ ਬਾਰੇ ਸਾਡੇ ਨਾਲ ਸ਼ੇਅਰ ਕਰੋ। ਜੀ, ਜਿਵੇਂ ਕਿ ਤੁਸੀਂ ਪ੍ਰੋਮੋਜ਼ ਵੀ ਦੇਖ ਰਹੇ ਹੋ, 15th ਆਫ ਮਾਰਚ ਤੋਂ ਸਾਡਾ ਓਮਨੀ ਟੈਲੀਵਿਜ਼ਨ ਦਾ ਸਿਟੀ ਨਿਊਜ਼ ਦੀ ਕੋਲੈਬੋਰੇਸ਼ਨ ਦੇ ਨਾਲ ਅਸੀਂ ਇੱਕ ਸਟੋਰੀਜ਼ ਦੀ ਸੀਰੀਜ਼ ਤੁਹਾਡੇ ਲਈ ਅਗਲੇ 8 ਹਫ਼ਤਿਆਂ ਦੇ ਲਈ ਪੇਸ਼ ਕਰਨ ਜਾ ਰਹੇ ਹਾਂ। ਇਹਦੇ ਵਿੱਚ ਡੋਮੈਸਟਿਕ ਵਾਇਲੈਂਸ ਦੀਆਂ ਡਿਫਰੈਂਟ ਐਸਪੈਕਟਸ ਤੇ ਜਿਹੜੇ ਲੋਕ ਡਿਫਰੈਂਟ ਸਿਚੁਏਸ਼ਨਸ ਦੇ ਵਿੱਚ ਰਹਿੰਦੇ ਨੇ ਤੇ ਕਿਹੜੇ ਕਾਰਨ ਹੋ ਸਕਦੇ ਨੇ ਨਾ, ਕੁਝ ਕੰਪਲੈਕਸ ਜਿਹੜੀਆਂ ਸਿਚੁਏਸ਼ਨਸ ਨੇ ਉਹਨੂੰ ਦਰਸਾਉਂਦੀਆਂ ਇਹ ਸੀਰੀਜ਼ ਅਸੀਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਇਹਦੇ ਵਿੱਚੋਂ ਕੁਝ ਕੁ ਆਈ ਡੋਂਟ ਨੋ ਕਿ ਆਪਾਂ ਨੇ ਸਾਰੇ ਤੁਸੀਂ ਜ਼ਰੂਰ ਇਹਨਾਂ ਦੀਆਂ ਪ੍ਰਮੋਸ਼ਨਸ ਵੀ ਦੇਖੋ ਤੇ ਇਹਨਾਂ ਨੂੰ ਵਾਚ ਵੀ ਜ਼ਰੂਰ ਕਰਿਓ। ਇਹ ਸਾਡੀ ਕਮਿਊਨਿਟੀ ਦੇ ਲਈ ਬਹੁਤ ਹੀ ਇਹਨਾਂ ਦੀ ਲੋੜ ਹੈ, ਜਿਹੜੇ ਆਸਪੈਕਟਸ ਤੇ ਇਹਨਾਂ ਨੇ ਟੱਚ ਕੀਤਾ ਹੈ। ਜਿਵੇਂ ਕਿ ਤੁਸੀਂ ਦੱਸ ਰਹੇ ਸੀਗੇ ਯੂ ਵਾਂਟ ਟੂ ਸ਼ੇਅਰ ਮੋਰ, ਲਾਈਕ ਪਿਨ ਪੁਆਇੰਟ ਦੋਜ਼ ਵਨਸ ਜਿਹੜੀਆਂ ਤੁਸੀਂ ਜਿਨ੍ਹਾਂ ਤੇ ਕੰਮ ਕੀਤਾ ਹੈ। ਜੀ, ਜਿਵੇਂ ਕਿ ਇਹ ਜਿਹੜੀਆਂ ਸਟੋਰੀਜ਼ ਨੇ ਇਹਨਾਂ ਵਿੱਚੋਂ ਕਾਫੀ ਜ਼ਿਆਦਾ ਸਰਵਾਈਵਰਸ ਨੇ, ਇਹਨਾਂ ਵਿੱਚੋਂ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਡੋਮੈਸਟਿਕ ਵਾਇਲੈਂਸ ਦੀਆਂ ਪ੍ਰੈਸ਼ਰਸ ਦੇ ਵਿੱਚ, ਸਿਚੁਏਸ਼ਨਸ ਦੇ ਵਿੱਚ ਕਰੰਟਲੀ ਰਹਿ ਰਹੇ ਨੇ ਤੇ ਉਹਨਾਂ ਨੇ ਕੋਵਿਡ ਦੌਰਾਨ ਜਦੋਂ ਬੰਦ ਦਰਵਾਜ਼ਿਆਂ ਦੇ ਅੰਦਰ, ਘਰਾਂ ਦੇ ਅੰਦਰ ਜਿਨ੍ਹਾਂ ਨੂੰ ਆਪਣੇ ਜਿਹੜੇ ਅਬਿਊਜ਼ਰਸ ਦੇ ਨਾਲ ਰਹਿਣਾ ਪਿਆ। ਸੋ ਅਸੀਂ ਬਹੁਤ ਸਾਰੀਆਂ ਡਿਫਰੈਂਟ ਐਸਪੈਕਟਸ ਦੇ ਵਿੱਚ ਇਨ ਡੈਪਥ ਗਏ ਹਾਂ। ਇਸ ਸਟੋਰੀ, ਇਸ ਸੀਰੀਜ਼ ਤੇ ਕੰਮ ਕਰਦਿਆਂ ਸਾਨੂੰ 1.5 ਸਾਲ ਤਕਰੀਬਨ ਲੱਗ ਗਿਆ। ਵਾਓ ਜੀ, ਇਸ ਦੇ ਵਿੱਚ ਅਸੀਂ ਐਲਕੋਹਲ ਅਬਿਊਜ਼ ਦੀ ਗੱਲ ਕੀਤੀ ਹੈ, ਇਸ ਵਿੱਚ ਅਸੀਂ ਚਾਈਲਡਹੁੱਡ ਸੈਕਸ਼ੂਅਲ ਅਬਿਊਜ਼ ਦੇ ਵਿਸ਼ੇ ਨੂੰ ਵੀ ਟੱਚ ਕੀਤਾ ਹੈ ਤੇ ਨਿਊ ਕਮਰ ਅਬਿਊਜ਼, ਈਵਨ ਜਦੋਂ ਮੇਲ ਚਾਈਲਡ ਪ੍ਰੈਫਰੈਂਸ ਹੁੰਦੀ ਹੈ ਕਿ ਘਰ ਵਿੱਚ ਬੱਚੇ ਦੇ ਲਈ ਅਸੀਂ ਸਿਰਫ ਕਹਿੰਦੇ ਹਾਂ ਕਿ ਲੜਕਾ ਹੋਣਾ ਚਾਹੀਦਾ, ਉਹਦੇ ਰਿਲੇਟਿਡ ਜਿਹੜੇ ਪ੍ਰੈਸ਼ਰਸ ਕੁਝ ਔਰਤਾਂ ਫੇਸ ਕਰਦੀਆਂ, ਉਹਨਾਂ ਚੀਜ਼ਾਂ ਦੀਆਂ ਕੰਪਲੈਕਸਿਟੀਜ਼ ਨੂੰ, ਸੋ ਬਹੁਤ ਇਨ ਡੈਪਥ ਅਸੀਂ ਇਹ ਕੋਸ਼ਿਸ਼ ਕੀਤੀ ਹੈ ਤੇ ਪਹਿਲੀ ਵਾਰ ਇਸ ਤਰ੍ਹਾਂ ਦੀ ਕੋਸ਼ਿਸ਼ ਹੋ ਰਹੀ ਹੈ। ਤੁਸੀਂ ਪ੍ਰੋਮੋਜ਼ ਦੇਖ ਰਹੇ ਹੋਗੇ, ਸੋ ਮਾਰਚ 15 ਤੋਂ ਇਸ ਨੂੰ ਤੁਸੀਂ ਓਮਨੀ ਟੈਲੀਵਿਜ਼ਨ ਤੇ ਸਿਟੀ ਨਿਊਜ਼ ਤੇ ਜ਼ਰੂਰ ਦੇਖਣਾ। ਜਦੋਂ ਵੀ ਇਹ ਡਾਕੂਮੈਂਟਰੀਜ਼ ਬਣ ਕੇ ਆਉਂਦੀਆਂ ਨੇ, ਇਹ ਇਸ ਕਰਕੇ ਬਣਦੀਆਂ ਨੇ, ਇਹਨੂੰ ਕਈ ਵਾਰੀ ਆਪਾਂ ਨੈਗੇਟਿਵਲੀ ਲੈ ਜਾਂਦੇ ਹਾਂ ਕਿ ਸਾਡੇ ਘਰ ਦੀ ਗੱਲ ਹੈ, ਚਾਰ ਦੀਵਾਰੀ ਦੇ ਵਿੱਚ ਰਹੇ, ਪਰ ਨਹੀਂ, ਇਹਨੂੰ ਡਿਸਕਸ ਕਰਨਾ, ਇਹਨੂੰ ਕਮਿਊਨੀਕੇਟ ਕਰਕੇ ਬੱਚਿਆਂ ਨੂੰ ਜਾਗਰੂਕ ਕਰਨਾ, ਕਮਿਊਨਿਟੀ ਐਜ਼ ਕਮਿਊਨਿਟੀ ਉਹਨਾਂ ਚੀਜ਼ਾਂ ਤੋਂ ਉੱਤੇ ਉੱਠਣਾ ਬਹੁਤ ਜ਼ਰੂਰੀ ਹੁੰਦਾ ਹੈ ਨਾ। ਕਿ ਜਿਵੇਂ ਇਹਨਾਂ ਨੇ ਕਿਹਾ ਡੋਮੈਸਟਿਕ ਵਾਇਲੈਂਸ ਹੈ ਨਾ, ਕਿਸੇ ਵੀ ਤਰੀਕੇ ਦੀ ਗਲਤ ਹੈਗੀ ਹੈ। ਐਲਕੋਹਲ ਦੇ ਨਾਲ ਬਹੁਤ ਅਬਿਊਜ਼ ਹੁੰਦੀ ਹੈ ਆਪਣੀ ਕਮਿਊਨਿਟੀ। ਇਹ ਨਹੀਂ ਅਸੀਂ ਕਹਿੰਦੇ ਕਿ ਔਰਤਾਂ ਕਰਦੀਆਂ ਨੇ ਜਾਂ ਮਰਦ ਕਰਦੇ ਨੇ, ਜਿਹੜਾ ਵੀ ਕਰਦਾ ਗਲਤ ਕਰਦਾ। ਜਿਹੜਾ ਬੱਚੇ ਸੈਕਸ਼ੂਅਲੀ ਅਬਿਊਜ਼ ਹੁੰਦੇ ਨੇ, ਆਪਣੇ ਕਈ ਵਾਰੀ ਦੇਖਿਆ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਸਾਲਾਂ ਦੇ ਵਿੱਚ ਇੱਕ ਦੋ ਬਹੁਤ ਹੀ ਘਿਨਾਉਣੇ ਕੇਸ ਹੋਏ ਸੀਗੇ ਜਿਨ੍ਹਾਂ ਨੂੰ ਕਿ ਆਪਾਂ ਡਿਸਕਸ ਕਰਨਾ ਆਪਣੀ ਬੇਇੱਜ਼ਤੀ ਸਮਝਦੇ ਹਾਂ। ਪਰ ਤੁਸੀਂ ਇਹ ਸੋਚਿਆ ਕਰੋ ਜਿਨ੍ਹਾਂ ਦੇ ਨਾਲ ਹੋ ਰਿਹਾ
ਉਹ ਇੱਕ ਜ਼ਿੰਦਗੀ ਨਹੀਂ, ਇੱਕ ਨਰਕ ਭਰੀ ਜ਼ਿੰਦਗੀ ਜੀ ਰਹੇ ਨੇ। ਤੇ ਉਹ ਵਿੱਚ ਥੋੜਾ ਜਿਹਾ ਸਾਡਾ ਵੀ ਬਣਦਾ ਕਿ ਇਹਦੇ ਬਾਰੇ ਜਾਗਰੂਕਤਾ ਕਰੀਏ ਤਾਂ ਕਿ ਇਹ ਬੰਦ ਹੋਣਾ ਚਾਹੀਦਾ। ਜਦੋਂ ਤੁਸੀਂ ਕਿਸੇ ਨੂੰ ਦੇਖੋ ਚੁੱਪ ਕਰਕੇ ਘਰ ਨਾ ਬੈਠੋ, ਸਗੋਂ ਉਹਦੇ ਬਾਰੇ ਗੱਲ ਕਰੋ। ਜੀ ਬਿਲਕੁਲ, ਇਹਨਾਂ ਦੇ ਲੌਂਗ ਟਰਮ ਇੰਪੈਕਟਸ ਹੁੰਦੇ ਆ ਸਾਰਿਆਂ ਉੱਪਰ ਹੀ, ਬੱਚਿਆਂ ਉੱਪਰ ਵੀ ਤੇ ਪਰਿਵਾਰਾਂ ਉੱਪਰ ਵੀ। ਸੋ ਤੁਸੀਂ 1.5 ਸਾਲ ਲਾ ਕੇ ਇਹ ਚੀਜ਼ ਨੂੰ ਤਿਆਰ ਕੀਤੀ ਤੇ ਤੁਸੀਂ ਜਰੂਰ ਦੇਖ ਕੇ, ਜੇ ਤੁਹਾਡੇ ਆਲੇ ਦੁਆਲੇ ਕੁਝ ਹੁੰਦਾ ਜਰੂਰ ਐਜ਼ ਅ ਕਮਿਊਨਿਟੀ ਉਹਦੀ ਹੈਲਪ ਕਰਨਾ ਸਾਡਾ ਫਰਜ਼ ਬਣ ਜਾਂਦਾ ਹੈ ਨਾ, ਕਿਉਂਕਿ ਆਪਾਂ ਕਿਤੇ ਨਾ ਕਿਤੇ ਵੇਖ ਲੈਂਦੇ ਆ ਕਿ ਇਹ ਹੋ ਰਿਹਾ ਹੈਗਾ ਨਾ। ਸੋ ਇਸ ਤੋਂ ਬਾਅਦ ਹੁਣ ਆਪਾਂ ਅੱਗੇ ਗੱਲ ਨੂੰ ਤੋਰਦੇ ਆ। ਤੁਹਾਡੇ ਜੀਵਨ ਇੰਨਾ ਇੰਟਰਸਟਿੰਗ ਹੈਗਾ। ਇੱਕ ਕੱਲ ਜਦੋਂ ਮੈਂ ਇਹਨਾਂ ਦੇ ਨਾਲ ਗੱਲ ਕਰ ਰਹੀ ਸੀ, ਮੈਂ ਸੋਚਦੀ ਸੀ ਕਿ ਮੈਂ ਲਵੀਨ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਆ, ਪਰ ਇਹਨਾਂ ਨੇ ਇੱਕ ਆਪਣੀ ਏਡੀ ਵੱਡੀ ਅਚੀਵਮੈਂਟ ਮੇਰੇ ਨਾਲ ਕੱਲ ਸਾਂਝੀ ਕੀਤੀ, ਜੋ ਕਿ ਇਹਨਾਂ ਦੇ ਲਾਈਫ 'ਚ ਉਦੋਂ ਹੋਣ ਜਾ ਰਹੀ ਸੀ ਜਦੋਂ ਕਿ ਕਿਤੇ ਅਸੀਂ ਆਪਣੇ ਦੁੱਖਾਂ ਦੇ ਵਿੱਚ ਗਵਾਚੇ ਹੋਏ ਸੀ। ਸਾਨੂੰ ਨਹੀਂ ਸੀ ਪਤਾ ਉਸ ਵੇਲੇ ਕਮਿਊਨਿਟੀ ਦੇ ਵਿੱਚ ਕੀ ਹੋ ਰਿਹਾ, ਪਰ ਉਸ ਵੇਲੇ ਤੁਸੀਂ ਇੱਕ ਐਜ਼ ਅ ਸੁਪਰਸਟਾਰ ਜਾਂ ਇੱਕ ਬਹੁਤ ਹੀ ਇਹਨਾਂ ਨੇ ਅੱਛਾ ਕੰਮ ਕੀਤਾ, ਜਿਹੜੀ ਤੁਸੀਂ ਬਾਅਦ 'ਚ ਤੁਹਾਡੀ ਬੁੱਕ ਵੀ ਬਣੀ। ਸੋ ਉਹਦੇ ਬਾਰੇ ਸਾਡੇ ਨਾਲ ਸ਼ੇਅਰ ਕਰੋ ਕਿ ਉਹ ਕਿੱਦਾਂ ਸਫ਼ਰ ਤੁਹਾਡਾ ਉਹ ਸ਼ੁਰੂ ਹੋਇਆ। ਜੀ ਮੇਰੇ ਖਿਆਲ ਦੇ ਵਿੱਚ ਕਿਉਂਕਿ ਇਹ ਮੇਰੀ ਫੇਸਬੁੱਕ ਪ੍ਰੋਫਾਈਲ ਤੇ ਵੀ ਆ ਰਿਹਾ ਹੋਣਾ, ਸੋ ਸਾਡੇ ਬਹੁਤ ਸਾਰੇ ਮੇਰੇ ਫਰੈਂਡਸ ਜਿਹੜੇ ਕਿ ਜਿਨ੍ਹਾਂ ਦਾ ਬਹੁਤ ਵੱਡਾ ਰੋਲ ਹੈ ਜਿਹੜੀ ਤੁਸੀਂ ਸਟੋਰੀ ਦੀ ਗੱਲ ਕਰ ਰਹੇ ਹੋ ਇਸ ਦੇ ਵਿੱਚ, ਉਹ ਵੀ ਇਹਨੂੰ ਦੇਖ ਰਹੇ ਹੋਣਗੇ। ਉਹਨਾਂ ਤੋਂ ਬਿਨਾਂ ਵੀ ਇਹ ਚੀਜ਼ ਕਿਤੇ ਨਹੀਂ ਸੀ ਪਹੁੰਚ ਸਕਦੀ। 100% ਜੀ। ਸੋ ਇਹ ਇਸ ਤਰ੍ਹਾਂ ਹੋਇਆ ਕਿ ਜਿਵੇਂ ਮੈਂ ਕਿਹਾ ਕਿ ਸਾਰੀਆਂ ਚੀਜ਼ਾਂ ਦੀ ਕੜੀ ਜੁੜਦੀ ਗਈ ਹੈ। ਸੋ ਇਹ ਜਿਹੜੀ ਸਟੋਰੀ ਵੀ ਮੈਂ ਦੱਸ ਰਹੀ ਹਾਂ, ਇਹਦਾ ਜਿਹੜਾ ਹੁਣ ਅਸੀਂ ਡੋਮੈਸਟਿਕ ਵਾਇਲੈਂਸ ਦੀ ਸੀਰੀਜ਼ ਦੀ ਗੱਲ ਕੀਤੀ ਹੈ ਓਮਨੀ ਟੈਲੀਵਿਜ਼ਨ ਦੇ ਲਈ, ਉਹ ਸਾਰੀਆਂ ਚੀਜ਼ਾਂ ਹੀ ਆਪਸ 'ਚ ਜੁੜੀਆਂ ਹੋਈਆਂ ਸੀ। ਸੋ ਉਹਨਾਂ ਚੀਜ਼ਾਂ ਦੇ ਐਕਸਪੀਰੀਐਂਸਿਸ ਜਿਹੜੇ ਅਸੀਂ ਇਨ ਡੈਪਥ ਹੁਣ ਇਹ ਗਹਿਰਾਈ ਨੂੰ ਮੈਂ ਇਹਨਾਂ 'ਚ ਪਾ ਸਕੀਆਂ ਆਪਣੀਆਂ ਜਿਹੜੀਆਂ ਸੀਰੀਜ਼ ਕਰ ਰਹੇ ਹਾਂ। ਸੋ ਇਸ ਤਰ੍ਹਾਂ ਹੋਇਆ ਕਿ 2011 ਦੇ ਵਿੱਚ ਇੱਕ ਥੀਏਟਰ ਸ਼ੋਅ ਹੋ ਰਿਹਾ ਸੀ ਜਿਹੜਾ ਕਿ ਭਰੂਣ ਹੱਤਿਆ, ਫੀਮੇਲ ਫੈਟੀਸਾਈਡ ਦੇ ਉੱਪਰ ਬਹੁਤ ਡਿਸਕਸ਼ਨ ਸਾਡੀ ਕਮਿਊਨਿਟੀ 'ਚ ਚੱਲ ਰਹੀਆਂ ਸੀ। ਉਹਦੇ ਰਿਲੇਟਡ ਅਸੀਂ ਥੀਏਟਰ ਦੇਖਣ ਗਏ ਸੀ, ਮੈਂ ਤੇ ਅਜੀਤ। ਤੇ ਜਦੋਂ ਉਹ ਥੀਏਟਰ ਓਪਨ ਹੋਇਆ ਤੇ ਉਹਦੇ ਵਿੱਚ ਉਹ ਸ਼ੁਰੂਆਤ ਹੀ ਇਸ ਤਰ੍ਹਾਂ ਹੋਈ ਕਿ ਮੈਂ ਮਾਂ ਹਾਂ, ਮੈਂ ਬੇਟੀ ਹਾਂ, ਮੈਂ ਧੀ ਹਾਂ। ਤੇ ਮੈਂ ਉੱਥੇ ਬਹੁਤ ਥੋੜਾ ਸਮਾਂ ਗੁਜ਼ਾਰਿਆ ਤੇ ਮੈਨੂੰ ਲੱਗਿਆ ਕਿ ਸਾਨੂੰ ਨਾ ਇੱਥੋਂ ਨਿਕਲਣਾ ਚਾਹੀਦਾ, ਮੈਂ ਨਹੀਂ ਦੇਖਣਾ ਚਾਹੁੰਦੀ ਇਹ ਅੱਗੇ। ਮੈਨੂੰ ਇਸ ਤਰ੍ਹਾਂ ਫੀਲ ਹੋਇਆ ਕਿ ਇੱਕ ਐਜ਼ ਅ ਫੀਮੇਲ, ਐਜ਼ ਅ ਔਰਤ, ਐਜ਼ ਅ ਗਰਲ ਕਿ ਮੈਂ I don't want these statements, they don't belong to me. Let's say ਮੈਂ ਕਿਸੇ ਦੀ ਬੇਟੀ ਵੀ ਨਹੀਂ ਆ, ਮੈਂ ਕਿਸੇ ਦੀ ਭੈਣ ਵੀ ਨਹੀਂ ਆ, ਮੈਂ ਕਿਸੇ ਦੀ ਵਾਈਫ ਨਹੀਂ ਆ, ਮਦਰ ਨਹੀਂ ਆ, ਤੇ that means it's okay to kill me. ਠੀਕ ਹੈ। ਸੋ ਘਰ ਆ ਕੇ ਮੈਂ ਇੱਕ ਆਰਟੀਕਲ ਲਿਖਿਆ, ਉਹਦਾ ਟਾਈਟਲ ਸੀ ਕਿਉਂਕਿ ਮੇਰੀ ਭਰੂਣ ਹੱਤਿਆ ਨਹੀਂ ਹੋਈ। ਸੋ ਉਹਦੀ ਇੱਕ ਸਟੋਰੀ ਲਿਖੀ ਸੀ ਕਿ ਚਲੋ ਮੈਂ ਤੇ ਕੁਛ ਵੀ ਨਹੀਂ ਆ, ਫਿਰ ਇਹਦਾ ਮਤਲਬ ਇਹ ਹੈ। ਸੋ I found that a bit, ਮੈਨੂੰ ਲੱਗਿਆ ਕਿ ਮੈਨੂੰ ਥੋੜਾ ਇੱਕ ਲੜਕੇ ਨੂੰ ਨਹੀਂ ਕਹਿਣਾ ਪੈਂਦਾ ਵੀ ਮੈਂ ਭਰਾ ਆ ਜਾਂ ਬਾਪ ਆ ਜਾਂ ਕਿਛ ਹੈ ਨਾ। ਜੀ ਬਿਲਕੁਲ। ਹਾਂ, ਸੋ ਇੱਕ ਔਰਤ ਨੂੰ ਉਸ ਸਟੇਜ ਤੇ ਕਿਉਂ ਲੈ ਕੇ ਆਓ ਕਿ ਉਹ ਚੀਕ ਕੇ ਕਹੇ ਤੇ ਤੁਸੀਂ ਸਾਰੇ ਬੈਠ ਕੇ ਦੇਖ ਰਹੇ ਹੋ ਕਿ ਮੈਂ ਮਾਂ ਹਾਂ ਜਾਂ ਮੈਂ ਬੇਟੀ ਹਾਂ, ਮੈਨੂੰ ਇਸ ਕਰਕੇ ਬਚਾਇਆ ਜਾਏ, ਇਸ ਕਰਕੇ ਮੈਨੂੰ ਮੇਰੇ ਪੇਟ ਵਿੱਚ ਨਾ ਮਾਰਿਆ ਜਾਏ। ਸੋ ਉਹ ਆਰਟੀਕਲ ਜਿਹੜਾ ਸੀ ਨਾ, ਉਹ ਸਾਡੇ ਜਿਹੜੇ ਗਲੋਬਲੀ ਇੱਥੋਂ ਫਰੈਂਡਸ ਆ, ਸਾਡੇ ਆਨਲਾਈਨ ਫਰੈਂਡਸ, ਉਹਨਾਂ ਸਾਰਿਆਂ ਨੇ ਰਿਸੀਵ ਕੀਤਾ। ਤੇ ਪੰਜਾਬ ਕੇਸਰੀ ਗਰੁੱਪ ਆਫ ਕੰਪਨੀਜ਼ ਜਗਬਾਣੀ ਤੋਂ ਸਾਡੇ ਬਹੁਤ ਹੀ ਰਿਸਪੈਕਟਡ ਮੇਰੇ ਮੈਂਟਰ ਨੇ ਸਰਦਾਰ ਕੁਲਦੀਪ ਸਿੰਘ ਬੇਦੀ ਜੀ, ਉਹਨਾਂ ਨੇ ਉਸ ਚੀਜ਼ ਨੂੰ not only publish ਕਰਨਾ ਸ਼ੁਰੂ ਕੀਤਾ, ਪਰ ਉਹਨਾਂ ਨੇ ਮੈਨੂੰ ਕਿਹਾ ਕਿ ਲਵੀਨ ਇੱਥੇ ਲੀਡ ਲੈ ਐਂਡ ਅਸੀਂ ਇਹਨੂੰ ਨਾ ਲੜੀਵਾਰ ਬਣਾਉਂਦੇ ਆ ਤੇ ਇਹਨੂੰ ਫਿਰ ਇੱਕ ਇਸ ਆਰਟੀਕਲ ਨੂੰ ਅਸੀਂ ਬਾਕੀਆਂ ਦੇ ਆਰਟੀਕਲਸ ਤੇ ਬਾਕੀਆਂ ਦੀਆਂ ਸਟੋਰੀਜ਼ ਵੀ ਪਬਲਿਸ਼ ਕਰਾਂਗੇ ਤੇ ਤੂੰ ਇਹਨਾਂ ਨੂੰ ਆਪਣੇ ਵੱਲੋਂ ਤੂੰ ਇਹਨੂੰ ਕੋਆਰਡੀਨੇਟ ਕਰ। ਸੋ ਉਸ ਤੋਂ ਬਾਅਦ 2-2.5 ਸਾਲ ਦੇ ਲਈ ਉਹ ਆਰਟੀਕਲ ਜਿਹੜਾ ਸੀ ਉਹ ਜਗਬਾਣੀ ਵਿੱਚ ਚੱਲਦਾ ਰਿਹਾ। ਤੇ ਜਿਹੜੀਆਂ ਸਾਡੇ ਘਰਾਂ ਵਿੱਚ ਔਰਤਾਂ ਰਹਿੰਦੀਆਂ, ਪਿੰਡਾਂ ਵਿੱਚ, ਪਾਕਟਸ ਵਿੱਚ, ਜਿੱਥੇ ਸਾਡੇ ਲਈ ਪਹੁੰਚਣਾ ਮੁਸ਼ਕਿਲ ਹੁੰਦਾ, ਆਈ ਵਾਸ ਸੋ ਸਰਪ੍ਰਾਈਜ਼ਡ ਕਿ ਮੈਂ ਜਿੰਨੀ ਵਾਰ ਇੰਡੀਆ ਪੰਜਾਬ ਵਿਜ਼ਿਟ ਕੀਤਾ ਨਾ, ਤੇ ਸਾਡੇ ਉਹ ਘਰਾਂ ਵਾਲੀਆਂ ਔਰਤਾਂ ਜਿਹੜੀਆਂ ਇੰਨੀਆਂ ਬਿਜ਼ੀ ਹੁੰਦੀਆਂ ਆਪਣੇ ਘਰਾਂ 'ਚ ਸਾਰੀਆਂ ਚੀਜ਼ਾਂ 'ਚ, ਦੇ ਨਿਊ ਕਿਉਂਕਿ ਮੇਰੀ ਭਰੂਣ ਹੱਤਿਆ ਨਹੀਂ ਹੋਈ। ਤੇ ਮੈਨੂੰ ਲੱਗਿਆ ਕਿ ਵਾਓ, ਇਸ ਬਹੁਤ ਚੀਜ਼ਾਂ, ਬਹੁਤ ਇਨਫੋਰਮੇਸ਼ਨ ਇੰਟਰਨੈਟ ਤੇ ਵੀ ਆ, ਬਹੁਤ ਸਾਰੀਆਂ ਇੰਗਲਿਸ਼ ਵਿੱਚ ਬੁੱਕਸ ਵੀ ਨੇ ਕਿ ਵਾਓ, ਲਾਈਕ ਦਿਸ ਆਰਟੀਕਲ ਇਜ਼ ਸੋ ਪਾਵਰਫੁਲ ਕਿ ਇਟ ਵਾਸ ਏਬਲ ਟੂ ਰੀਚ ਆਲ ਦੋਜ਼ ਪਾਕਟਸ। ਬਿਲਕੁਲ, ਕਿਉਂਕਿ ਇਹਨੂੰ ਭਾਵੇਂ ਕੋਈ ਮੰਨੇ ਭਾਵੇਂ ਨਾ ਮੰਨੇ, ਕੋਈ ਉਹ ਐਸਾ ਘਰ ਹੋਏਗਾ ਜਿਹਨੂੰ ਕਿ ਇਸ ਚੀਜ਼ ਨੇ ਨਹੀਂ ਟੱਚ ਕੀਤਾ ਕਿ ਚਲੋ ਇੱਕ ਬੇਟੀ ਹੋ ਗਈ ਜਾਂ 2 ਬੇਟੀਆਂ ਹੋ ਗਈਆਂ, ਇਸ ਤੋਂ ਬਾਅਦ ਚੈੱਕ ਕਰਾ ਕੇ, ਜਸਟ ਬਿਕੋਜ਼ ਇਟਸ ਅ ਗਰਲ
ਇਹ ਨਹੀਂ ਕਿ ਤੁਹਾਨੂੰ ਬੱਚਾ ਨਹੀਂ ਚਾਹੀਦਾ, ਤੁਹਾਨੂੰ ਬੱਚਾ ਚਾਹੀਦਾ ਹੈ ਪਰ ਤੁਹਾਨੂੰ ਮੁੰਡਾ ਚਾਹੀਦਾ ਹੈਗਾ ਹਨਾ। ਜੀ। ਸੋ ਇਹ ਬੜੀ ਹੀ ਦਰਦਨਾਕ ਗੱਲ ਹੈ ਕਿ ਮੈਂ ਵੀ ਬਹੁਤ ਚੀਜ਼ਾਂ ਸ਼ੁਰੂ ਦੇ ਵਿੱਚ, ਇੱਕ ਗੁਰਦਾਸ ਮਾਨ ਸਾਹਿਬ ਨੇ ਵੀ ਗਾਣਾ ਲਿਖਿਆ ਸੀਗਾ, ਤਾਂ ਤੁਸੀਂ ਦੇਖ ਕੇ ਰੋਂਦੇ ਹੋ ਉਹਨਾਂ ਨੂੰ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਸਾਰੀਆਂ ਚੀਜ਼ਾਂ, ਇੰਨੀ ਜਾਗਰੂਕਤਾ ਹੋਣ ਦੇ ਬਾਵਜੂਦ ਵੀ ਉਹ ਕਿਵੇਂ ਦੇ ਦਿਲ ਹੁੰਦੇ ਨੇ ਜਿਹੜੇ ਕਿ ਫਿਰ ਟੈਸਟ ਕਰਾ ਕੇ, ਅੱਜ ਵੀ ਇਹ ਬਹੁਤ ਜ਼ਿਆਦਾ ਹੈਗਾ ਤੇ ਉਹ ਇਹ ਸੋਚਦੇ ਨੇ ਕਿ ਚਲੋ ਕੁੜੀ ਹੈ ਤੇ ਇਹਨੂੰ ਮਾਰ ਦਿੱਤਾ ਜਾਏ ਹਨਾ। ਜੀ ਜੀ ਜੀ। ਹਾਂ, ਸੋ ਇਹ ਚੀਜ਼ਾਂ ਨੇ, ਇਹ ਬਹੁਤ ਅੱਛਾ ਇੱਕ ਤੁਸੀਂ ਉਪਰਾਲਾ ਕੀਤਾ ਹਨਾ, ਕਿ ਜੋ ਕਿ ਆਈ ਥਿੰਕ ਇਟ ਵਾਜ਼ ਅਮੇਜ਼ਿੰਗ। ਤੇ ਮੇਰੇ ਲੂ ਕੰਡੇ ਖੜੇ ਹੋ ਰਹੇ ਸੀ ਜਦੋਂ ਮੈਂ ਇਹਨਾਂ ਨਾਲ ਕੱਲ ਗੱਲ ਕਰ ਰਹੀ ਸੀ ਕਿ ਇੰਨਾ ਵੱਡਾ ਕੰਮ ਕੀਤਾ ਕਿ ਇੱਕ ਲਹਿਰ ਹੀ ਲੈ ਆਂਦੀ ਹਨਾ, ਕਿ ਇੱਕ ਚੀਜ਼ ਨੇ ਤੁਹਾਨੂੰ ਇੰਨਾ ਛੁਇਆ, ਕਿਉਂਕਿ ਇੱਕ ਸੋਚ ਹੀ ਹੁੰਦੀ ਹੈ ਜਿਹੜੀ ਤੁਹਾਨੂੰ ਹਿਲਾ ਕੇ ਰੱਖ ਦਿੰਦੀ ਹੈ ਨਾ। ਜੀ ਜੀ ਬਿਲਕੁਲ। ਸੋ ਇੱਥੇ ਇੱਕ ਫੇਰ ਬ੍ਰੇਕ ਹੋਣ ਦਾ ਟਾਈਮ ਹੋ ਗਿਆ ਤੇ ਜੀ ਤੇ ਕਰਦਾ ਕਿ ਬਿਨਾਂ ਬ੍ਰੇਕ ਤੋਂ ਤੁਹਾਡੇ ਨਾਲ ਗੱਲਾਂ ਕਰਦੇ ਜਾਈਏ ਹਨਾ, ਕਿਉਂਕਿ ਇਹਨਾਂ ਦੀਆਂ ਗੱਲਾਂ ਹੀ ਇੰਨੀਆਂ ਪਿਆਰੀਆਂ ਨੇ। ਪਰ ਅਸੀਂ ਬ੍ਰੇਕ ਤੋਂ ਬਾਅਦ ਫੇਰ ਆ ਕੇ ਤੁਹਾਡੇ ਨਾਲ ਇਹਨਾਂ ਦੇ ਅਗਲੇ ਸਫ਼ਰ ਦੀਆਂ ਗੱਲਾਂ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਜੀ ਹਾਂ ਦੋਸਤੋ, ਜੇ ਤੁਸੀਂ ਆਪਣੇ ਟਰੱਕ ਜਾਂ ਟ੍ਰੇਲਰ ਦੀ ਮੁਰੰਮਤ ਦਾ ਕੰਮ ਤਸੱਲੀ ਬਖਸ਼ ਅਤੇ ਬਿਨਾਂ ਸਮਾਂ ਖਰਾਬ ਕੀਤਿਆਂ ਕਰਾਉਣਾ ਚਾਹੁੰਦੇ ਹੋ ਤਾਂ ਭਰੋਸੇਯੋਗ ਇੱਕੋ ਇੱਕ ਨਾਂ BTS ਟਰੱਕ ਰਿਪੇਅਰ। ਇੱਥੋਂ ਤੁਸੀਂ ਟਰੈਕਟਰ, ਟ੍ਰੇਲਰ, ਰੀਫਰ, ਇੰਜਨ, ਟਰਾਂਸਮਿਸ਼ਨ ਅਤੇ ਸਸਪੈਂਸ਼ਨ ਦਾ ਰਿਪੇਅਰ ਦਾ ਕੰਮ ਸਰਟੀਫਾਈਡ ਟੈਕਨੀਸ਼ੀਅਨਸ ਵੱਲੋਂ ਕਰਵਾ ਸਕਦੇ ਹੋ। ਜੀ ਹਾਂ, BTS ਟਰੱਕ ਰਿਪੇਅਰ 39115 ਮੇਪਲ ਐਵਨਿਊ, ਵੇਨ, ਮਿਸ਼ੀਗਨ ਵਿਖੇ ਵਾਕਿਆ ਹੈ। ਫੋਨ ਨੰਬਰ 734 419 1408 734 419 1408 BTS ਟਰੱਕ ਰਿਪੇਅਰ। ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਉਡਾਨ ਦੇ ਵਿੱਚ। ਤੇ ਜਿਵੇਂ ਕਿ ਅਸੀਂ ਬ੍ਰੇਕ ਤੋਂ ਪਹਿਲਾਂ ਲਵੀਨ ਨਾਲ ਗੱਲ ਕਰ ਰਹੇ ਸੀ ਕਿ ਕਿੱਦਾਂ ਇੱਕ ਲਹਿਰ ਹੀ ਸ਼ੁਰੂ ਹੋ ਗਈ ਜਿਹੜੀ ਕਿ ਇੱਥੋਂ ਦੀ 7 ਸਮੁੰਦਰ ਪਾਰ ਕਰਕੇ ਪੰਜਾਬ ਪਹੁੰਚ ਗਈ ਤੇ ਉੱਥੇ ਵੀ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ। ਸੋ ਸਾਨੂੰ ਇਹਦੇ ਬਾਰੇ ਹੋਰ ਦੱਸੋ ਕਿ ਇੰਨੇ ਕਿਹੜੀਆਂ ਉਡਾਨਾਂ ਇਸ ਤੁਹਾਡੀ ਸੋਚ ਨੇ ਭਰੀਆਂ? ਉਹਨਾਂ ਇੰਨੀ ਜ਼ਿਆਦਾ ਖੂਬਸੂਰਤ ਤਰੀਕੇ ਨਾਲ ਸਾਡੀ ਕਮਿਊਨਿਟੀ ਦੇ ਵਿੱਚ ਇੱਕ ਬਹੁਤ ਅੱਛੀ ਬਿਊਟੀ ਇਹ ਹੈ ਕਿ ਅਸੀਂ ਨਾ ਜਿਹੜੀ ਵੀ ਕੋਈ ਅੱਛਾ ਮੈਸੇਜ ਹੁੰਦਾ ਨਾ, ਜਾਂ ਇੰਨਾ ਕਲੈਕਟਿਵ ਮੈਸੇਜ ਹੁੰਦਾ, ਉਹਨੂੰ ਅਸੀਂ ਰਿਸੀਵ ਹੀ ਨਹੀਂ ਕਰਦੇ, ਬਲਕਿ ਉਹਦੇ ਵਿੱਚ ਅਸੀਂ ਸਾਰੇ ਇਨਵੋਲਵ ਵੀ ਹੋ ਜਾਂਦੇ ਆ, ਅਡੈਪਟ ਕਰਕੇ ਆਪਣਾ ਬਣਾ ਲੈਂਦੇ ਆ। ਬਿਲਕੁਲ ਰਾਈਟਲੀ ਸੈਡ ਹੈ ਨਾ। ਸੋ ਉਹ ਜਿਹੜੀ ਆਰਟੀਕਲ ਜਿਹੜਾ ਚੱਲਿਆ 2-2.5 ਸਾਲ, ਉਹਦੇ ਵਿੱਚ 200 ਤੋਂ ਜ਼ਿਆਦਾ ਔਰਤਾਂ ਨੇ ਆਲ ਓਵਰ ਦ ਵਰਲਡ, ਹਰ ਜਗ੍ਹਾ ਤੋਂ ਔਰਤਾਂ ਨੇ, ਆਸਟ੍ਰੇਲੀਆ, UK, ਜਰਮਨੀ, ਪੰਜਾਬ ਆਫ ਕੋਰਸ ਤੇ ਕੈਨੇਡਾ, ਤੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਤੇ ਆਪਣੀਆਂ ਆਰਟੀਕਲਸ ਤੇ ਆਪਣੀਆਂ ਸਟੋਰੀਜ਼ ਭੇਜੀਆਂ। ਸੋ ਹੁਣ ਜਦੋਂ 2017 ਚ ਅਸੀਂ ਗਏ ਤੇ ਉਹ ਇੱਕ ਐਜ਼ ਅ ਬੁੱਕ ਵੀ ਕੰਪਾਈਲ ਹੋ ਚੁੱਕੀ ਹੈ ਤੇ ਗੁਣਜੋਤ ਬੇਦੀ ਹੁਣਾਂ ਨੇ ਉਸ ਬੁੱਕ ਦਾ ਸੰਪਾਦਨ ਕੀਤਾ ਹੈ ਤੇ ਹੁਣ ਉਹ ਐਨੀਵਨ ਕੈਨ ਰੀਡ ਦੋਜ਼ ਆਰਟੀਕਲਸ ਨਾਓ। ਸੋ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਚੱਲ ਰਹੀ ਸੀ ਉਹ ਸੀਰੀਜ਼, ਉਸ ਸੀਰੀਜ਼ ਨੇ ਕਿਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰ ਦਿੱਤਾ ਨਾ ਕਿ ਈਵਨ ਜਗਬਾਣੀ ਤੇ ਬੇਦੀ ਸਾਹਿਬ ਕਹਿੰਦੇ ਸੀ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਉਹਦੀ ਫੀਡਬੈਕ ਮਿਲ ਰਹੀ ਹੈ ਕਿ ਇਹਨੂੰ ਇਸ ਤਰ੍ਹਾਂ ਕਰੋ ਕਿ ਅਸੀਂ ਇਹਦਾ ਇੱਕ ਦਿਨ ਰੱਖ ਦਈਏ। ਸੋ ਅਸੀਂ ਇੱਕ ਦਿਨ ਰੱਖਿਆ ਤੇ ਅਸੀਂ ਕਿਹਾ ਕਿ ਬਈ ਸਾਰੇ ਇਸ ਲਹਿਰ ਨੂੰ, ਕਿਉਂਕਿ ਮੇਰੀ ਭਰੂਣ ਹੱਤਿਆ ਨੂੰ ਨਹੀਂ ਹੋਈ, ਇਹਨੂੰ ਸਪੋਰਟ ਕਰਦੇ ਆ, ਉਹ ਜਾਂ ਤਾਂ ਪਿੰਕ ਦੁਪੱਟਾ ਜਾਂ ਪਿੰਕ ਸਕਾਰਫਸ ਜਾਂ ਕੁਝ ਪਿੰਕ ਪਾ ਕੇ ਨਾ ਸਾਨੂੰ ਪਿਕਚਰਸ ਭੇਜਣ। ਸੋ ਸਾਨੂੰ ਆਲ ਓਵਰ ਦਾ ਵਰਲਡ, ਸਕੂਲਸ ਦੇ ਵਿੱਚੋਂ, ਮਰਦਾਂ ਦੀਆਂ, ਔਰਤਾਂ ਦੀਆਂ, ਬੱਚਿਆਂ ਦੀਆਂ, ਕਾਲਜਸ ਦੇ ਵਿੱਚੋਂ ਪਿਕਚਰਸ ਆਈਆਂ, ਬਹੁਤ ਸਾਰੀਆਂ ਪਿਕਚਰਸ। ਸੋ ਔਨ ਦੈਟ ਡੇ ਇਨ ਸੈਪਟੈਂਬਰ 2012 ਆਈ ਬਲੀਵ, ਸੋ ਇਸ ਤਰ੍ਹਾਂ ਉਹ ਇੱਕ ਲਹਿਰ ਦੇ ਰੂਪ ਵਿੱਚ ਹੀ ਹੋ ਗਈ। ਸੋ ਇੱਕ ਆਰਟੀਕਲ ਤੋਂ ਸ਼ੁਰੂ ਹੋਇਆ ਇੱਕ ਸਫ਼ਰ। ਦਿਸ ਇਜ਼ ਵਾਟ ਇਟ ਹੈਜ਼ ਬਿਕਮ। ਇਹੀ ਕਹਿੰਦੇ ਨੇ ਕਿ ਇੱਕ ਸੋਚ ਹੀ ਹੁੰਦੀ ਹੈਗੀ ਹੈ ਜਿਹਨੂੰ ਕਿ ਇੱਕ ਤੁਸੀਂ ਸੋਚ ਨਾਲ ਉਸ ਦਿਨ ਉਸ ਕਮਰੇ ਚੋਂ ਬਾਹਰ ਨਿਕਲੇ, ਤੁਹਾਨੂੰ ਬੜਾ ਉਹ ਚੀਕਾਂ ਪੁਕਾਰਾਂ ਨੇ ਝੰਜੋੜਿਆ ਤੇ ਤੁਸੀਂ ਉਸ ਸੋਚ ਨੂੰ ਕਿੱਡੇ ਵਧੀਆ ਇੱਕ ਮੈਸੇਜ ਤੇ ਇਹੀ ਡੈਫੀਨੇਟਲੀ ਜਾ ਰਿਹਾ ਸੀ ਨਾ ਕਿ ਇਹ ਨਹੀਂ ਹੋਣਾ ਚਾਹੀਦਾ ਹੈਗਾ ਹਨਾ। ਸੋ ਇੱਕ ਬੜੀ ਹੀ ਮੰਦਭਾਗੀ ਗੱਲ ਹੈਗੀ ਆਪਣੀ ਕਮਿਊਨਿਟੀ ਦੇ ਲਈ, ਇਸ ਕਰਕੇ ਨਹੀਂ ਕਿ ਵੀ ਇਹ ਲੜਕੀ ਹੈ ਤੇ ਉਸ ਬੱਚੇ ਨੂੰ ਦੁਤਕਾਰਨਾ ਬੜੀ ਹੀ ਗਲਤ ਗੱਲ ਹੈ ਕਿ ਉਹਨੂੰ ਇੱਕ ਜਨਮ ਲੈਣ ਦਾ ਅਧਿਕਾਰ ਤੁਸੀਂ ਖੋਹ ਲਿਆ ਹੈ। ਅਸੀਂ ਕੋਈ ਨਹੀਂ ਹੁੰਦੇ ਹੈਗੇ ਕਿਸੇ ਦਾ ਜਨਮ ਦਾ ਵੀ ਅਧਿਕਾਰ ਖੋਹਣ ਵਾਲੇ। ਸੋ ਇਹ ਇੱਕ ਤੁਸੀਂ ਬਹੁਤ ਹੀ ਅੱਛੀ ਆਈ ਥਿੰਕ ਇੱਕ ਜਾਗਰੂਕਤੀ ਲੈ ਕੇ ਆਂਦੀ। ਤੇ ਲਵੀਨ, ਤੁਸੀਂ ਲਿਖਦੇ ਵੀ ਬਹੁਤ ਸੋਹਣਾ ਹੋ ਹਨਾ, ਸੋ ਇਹ ਲਿਖਣ ਦੀ ਜਾਗ ਤੁਹਾਨੂੰ ਕਦੋਂ ਲੱਗੀ?
ਸੋ ਇਹੀ ਜਿਵੇਂ ਹੁਣ ਤੁਸੀਂ ਬੁੱਕ ਦੀ ਵੀ ਗੱਲ ਕੀਤੀ ਹੈ ਇਹ ਵਾਲੀ ਦੀ ਕਿਉਂਕਿ ਮੇਰੀ ਭਰੂਣ ਹੱਤਿਆ ਨਹੀਂ ਹੋਈ ਸੋ ਲਾਈਕ ਆਈ ਸੈਡ ਆਈ ਵਾਸ ਅ ਜਰਨਲਿਸਟ ਆਈ ਵੁੱਡ ਜਰਨਲ ਥਿੰਗਸ ਛੋਟੇ ਹੁੰਦਿਆਂ ਤੋਂ ਆਈ ਵੁੱਡ ਜਸਟ ਜਰਨਲ ਥਿੰਗਸ ਕਿ ਸਮਥਿੰਗ ਇਜ਼ ਹੈਪਨਿੰਗ ਜਰਨਲ ਰਾਈਟਿੰਗ ਲੈਟਰਸ ਐਂਡ ਜਸਟ ਰਾਈਟਿੰਗ ਸਟਫ ਸੋ ਉਹ ਫਿਰ ਇਸੇ ਤਰ੍ਹਾਂ ਮੈਂ ਥੋੜੀ ਸੋਚਿਆ ਸੀ ਕਿ ਮੈਂ ਉਹ ਆਰਟੀਕਲ ਲਿਖਣਾ ਤੇ ਉਹ ਕੀ ਹੋ ਜਾਏਗਾ ਹਾਲਾਂਕਿ ਵੈਨ ਆਈ ਲੁੱਕ ਬੈਕ ਐਟ ਦੋਜ਼ ਆਰਟੀਕਲਸ ਜਿਹੜੇ ਖਾਸ ਕਰਕੇ ਮੈਂ ਲਿਖੇ ਆ ਜਿਹੜੇ ਦੂਸਰਿਆਂ ਨੇ ਲਿਖੇ ਉਹ ਤੇ ਬਹੁਤ ਅੱਛੇ ਸੀ ਮੈਂ ਸੋਚਦੀ ਹਾਂ ਕਿ ਮਤਲਬ ਉਸ ਟਾਈਮ ਤੇ ਸੋਚ ਦਾ ਕਿਹੜਾ ਲੈਵਲ ਸੀ ਐਂਡ ਕਿੰਨਾ ਕੁਝ ਉਸ ਤੋਂ ਲਰਨ ਕੀਤਾ ਸੋ ਹੁਣ ਅਸੀਂ ਓਮਨੀ ਦਾ ਜਿਹੜਾ ਸੀਰੀਜ਼ ਕੰਪਾਈਲ ਕਰ ਰਹੇ ਹਾਂ ਉਹ ਲਰਨਿੰਗ ਵੀ ਉਹਦੇ ਵਿੱਚ ਜਾ ਰਹੀ ਹੈ ਤੇ ਉਹ ਟਰਸਟ ਜਿਹੜਾ ਔਰਤਾਂ ਨੇ ਸਾਨੂੰ ਇਸ ਸੀਰੀਜ਼ ਦੀ ਸ਼ੂਟਿੰਗ ਦੇ ਵਿੱਚ ਕੀਤਾ ਉਹ ਟਰਸਟ ਵੀ ਕਿਤੇ ਨਾ ਕਿਤੇ ਉੱਥੋਂ ਬਿਲਡ ਹੋਇਆ ਬਿਲਕੁਲ ਸੋ I guess that's where the writing comes from. ਹਾਂਜੀ ਸੋ ਅਸੀਂ ਜ਼ਰੂਰ ਚਾਹਾਂਗੇ ਕਿ ਜਿੱਥੇ ਕਿ ਇਹ ਇੰਨੇ ਵਧੀਆ ਕੰਮ ਕਰਦੇ ਨੇ ਉਹਦੇ ਨਾਲ ਇੱਕ ਬਹੁਤ ਅੱਛੇ ਪੋਇਟ ਵੀ ਨੇ ਇਹਨਾਂ ਨੂੰ ਆਪਣੀ ਗੱਲ ਰੱਖਣੀ ਬਹੁਤ ਸੋਹਣੇ ਤਰੀਕੇ ਨਾਲ ਆਉਂਦੀ ਹੈ ਸੋ ਤੁਸੀਂ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਇੱਕ ਕੋਈ ਵੀ ਆਪਣੀ ਮਨ ਚਾਹੀ ਕਵਿਤਾ ਜ਼ਰੂਰ ਸ਼ੇਅਰ ਕਰੋ ਜੀ ਹਾਂਜੀ ਸੋ ਇਹੀ ਕਵਿਤਾ ਕਿਉਂਕਿ ਇੰਟਰਨੈਸ਼ਨਲ ਵਿਮਨਸ ਡੇ ਦੀ ਵੀ ਅਸੀਂ ਗੱਲ ਕਰਦੇ ਹਾਂ ਸੋ ਇੱਕ ਕਵਿਤਾ ਹੈ ਚਿੜੀਆਂ ਦਾ ਚੰਬਾ ਮੈਂ ਰੋਜ਼ ਦੇਖਦੀ ਹਾਂ ਚਿੜੀਆਂ ਦੇ ਚੰਬੇ ਨੂੰ ਮੈਂ ਰੋਜ਼ ਦੇਖਦੀ ਹਾਂ ਚਿੜੀਆਂ ਦੇ ਚੰਬੇ ਨੂੰ ਤੁਹਾਡੇ ਪੈਮਾਨੇ ਤੇ ਪੂਰਾ ਉਤਰਨ ਲਈ ਬੇਟੰਗੇ ਫੈਸ਼ਨਾਂ 'ਚ ਅੱਧ ਨੰਗੇ ਹੁੰਦਿਆਂ ਤੁਹਾਡੇ ਪਿੰਡਾਂ ਵਿੱਚ ਖੇਡ ਮੈਦਾਨਾਂ ਤੋਂ ਬਾਹਰੀਆਂ ਘੰਟਿਆਂ ਬੱਧੀ ਬੇਟੰਗੇ ਨਾਟਕ ਦੇਖਦਿਆਂ ਨਾਟਕ ਬਣਦਿਆਂ ਨਾਟਕ ਕਰਦਿਆਂ ਗਲੀਆਂ 'ਚ ਆਪਣੀ ਹੀ ਵਾੜ ਦਾ ਸ਼ਿਕਾਰ ਬਣਦਿਆਂ ਮੈਂ ਰੋਜ਼ ਦੇਖਦੀ ਹਾਂ ਤੁਹਾਡੇ ਚਿੜੀਆਂ ਦੇ ਚੰਬੇ ਨੂੰ ਇਮੀਗ੍ਰੇਸ਼ਨ ਖਾਤਰ ਆਪਣੇ ਹੀ ਵੀਰਾਂ ਦੀ ਵੋਟੀ ਬਣਦਿਆਂ ਤੁਹਾਡੇ ਇਸ਼ਤਿਹਾਰੀ ਵਿਆਹਾਂ ਦੀ ਚੱਕੀ ਪਿਸਦਿਆਂ ਤੁਹਾਡੇ ਸੁੱਖਾਂ ਮੰਗੇ ਪੁੱਤਰਾਂ ਦੇ ਬੁਲੇਟਾਂ ਦਾ ਪੈਟਰੋਲ ਬਣਦਿਆਂ ਡਾਲਰ ਲਈ ਖਪਦਿਆਂ ਫੈਕਟਰੀਆਂ ਵਿੱਚ ਬਲਦਿਆਂ ਮੈਂ ਰੋਜ਼ ਦੇਖਦੀ ਹਾਂ ਮੈਂ ਰੋਜ਼ ਦੇਖਦੀ ਹਾਂ ਤੁਹਾਡੇ ਚਿੜੀਆਂ ਦੇ ਚੰਬੇ ਨੂੰ ਤੁਹਾਡੇ ਟੈਕਸਾਂ ਤੇ ਸਪਾਂਸਰਸ਼ਿਪਾਂ ਖਾਤਰ ਵਿਕਦਿਆਂ ਤੁਹਾਡੇ ਜੰਮਿਆਂ ਦਾ ਲੇਖਾ ਦੇਣ ਲਈ ਹਲਾਲ ਹੁੰਦਿਆਂ ਆਪਣੇ ਖੰਭਾਂ ਤੇ ਤੁਹਾਡੀ ਬੇਸ਼ਰਮੀ ਦਾ ਭਾਰ ਚੁੱਕਦਿਆਂ ਮੈਂ ਰੋਜ਼ ਦੇਖਦੀ ਹਾਂ ਚਿੜੀਆਂ ਦੇ ਚੰਬੇ ਨੂੰ ਮੈਂ ਰੋਜ਼ ਦੇਖਦੀ ਹਾਂ ਚਿੜੀਆਂ ਦੇ ਚੰਬੇ ਨੂੰ ਰਾਹਾਂ ਤੋਂ ਭਟਕਦਿਆਂ ਹਨੇਰੇ ਵੱਲ ਚਲਦਿਆਂ ਗੁੱਚੀ ਦੇ ਪਰਸਾਂ ਦੁਆਲੇ ਪਰਕਰਮਾ ਕਰਦਿਆਂ ਰੋਜ਼ ਦੇਖਦੀ ਹਾਂ ਚਿੜੀਆਂ ਦੇ ਚੰਬੇ ਨੂੰ ਛੱਡ ਦਿਓ ਭਰਮ ਨੇ ਉਹ ਚਰਖੇ ਜੋ ਹੁਣ ਸਟੇਜਾਂ ਤੇ ਆਰਕੈਸਟਰਾ ਬੁਣਦੇ ਨੇ ਤੁਹਾਡੇ ਚਿੜੀਆਂ ਦੇ ਚੰਬੇ ਉੱਥੇ ਵੀ ਫੁਲਕਾਰੀਆਂ ਉਣਦੇ ਨੇ ਤੁਹਾਡੀ ਸ਼ਰਾਬ ਦੀ ਤਾਲ ਤੇ ਤਾਰੀਖਾਂ ਖੁਣਦੇ ਨੇ ਰਹਿਣ ਦਿਓ ਹੁਣ ਚਿੜੀਆਂ ਦਾ ਚੰਬਾ ਤਾਂ ਤੁਸੀਂ ਨਾ ਹੀ ਗਾਇਆ ਕਰੋ ਵਾਹ ਨਹੀਂ ਤਾਂ ਬੇਸ਼ਰਮੀ ਨੱਚੇਗੀ ਚਿੜੀਆਂ ਨੂੰ ਨਸ਼ਾ ਖੋਰ ਕਰ ਤੁਹਾਡੇ ਮੂੰਹ ਅੱਗੇ ਸ਼ੀਸ਼ਾ ਕਰ ਦੰਦੀਆਂ ਚੜਾਏਗੀ ਬੇਸ਼ਰਮੀ ਬਹੁਤ ਹੀ ਖੂਬ ਬਹੁਤ ਹੀ there are no words ਮੈਂ ਪਹਿਲਾਂ ਵੀ ਜਿੰਨੀ ਵਾਰੀ ਮੈਂ ਸੁਣਦੀ ਆ ਮੈਨੂੰ ਇਹ ਹੀ ਲੱਗਦਾ ਕਿ ਮੈਂ ਦੁਬਾਰਾ ਇੱਕ ਵਾਰੀ ਨਵੇਂ ਸਿਰੇ ਤੋਂ ਦੁਬਾਰਾ ਸੁਣ ਰਹੀ ਆ ਇਹਨਾਂ ਨੇ ਕਿੰਨੀ ਵੱਡੀ ਗੱਲ ਮੈਨੂੰ ਲੱਗਦਾ ਤੁਸੀਂ ਸਾਰਾ ਅੱਜ ਜਿਹੜਾ ਕਿ ਅਸੀਂ ਗੱਲ ਕਰਨ ਜਾ ਰਹੇ ਸੀ ਇੰਟਰਨੈਸ਼ਨਲ ਔਮਨ ਡੇ ਤੇ ਜਦੋਂ ਅਸੀਂ ਗੱਲ ਕਰ ਰਹੇ ਸੀਗੇ ਤੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਆਪਾਂ ਟੱਚ ਕੀਤਾ ਸੀ ਜੋ ਕਿ ਤੁਸੀਂ ਇਹਦੇ ਵਿੱਚ ਪਾਈਆਂ ਨੇ ਕਿ ਇੰਟਰਨੈਸ਼ਨਲ ਔਮਨ ਡੇ ਆਪਾਂ ਮਨਾਉਂਦੇ ਆ ਔਰਤਾਂ ਸੋਚਦੀਆਂ ਨੇ ਕਿ ਸਾਡੀ ਆਜ਼ਾਦੀ ਮਨਾਈ ਜਾ ਰਹੀ ਹੈਗੀ ਹੈ ਹਨਾ ਪਰ ਕਿਤੇ ਨਾ ਕਿਤੇ ਤੇ ਇਹ ਆਜ਼ਾਦੀ ਬੜੇ ਅੱਛੇ ਤਰੀਕੇ ਦੇ ਨਾਲ ਵੀ ਯੂਜ਼ ਹੋ ਰਹੀ ਹੈ ਆਮ ਸ਼ੋਰ ਕਿ ਜ਼ਿਆਦਾ ਅੱਛੇ ਤਰੀਕੇ ਨਾਲ ਯੂਜ਼ ਹੋ ਰਹੀ ਹੈ ਪਰ ਜਿੱਥੇ ਐਵੇਂ ਦੇ ਹਾਲਾਤ ਵੀ ਬਣ ਰਹੇ ਨੇ ਇਹ ਸਾਡਾ ਫਰਜ਼ ਬਣਦਾ ਹੈ ਉਹਨਾਂ ਚੀਜ਼ਾਂ ਨੂੰ ਟੱਚ ਕਰਨਾ ਉਹਨਾਂ ਚੀਜ਼ਾਂ ਬਾਰੇ ਗੱਲ ਕਰਨੀ ਤੇ ਉਹਨਾਂ ਤੋਂ ਉੱਤੇ ਉੱਠਣਾ ਲਵੀਨ ਜਦੋਂ ਆਪਾਂ ਗੱਲ ਕਰਦੇ ਹਾਂ ਇੰਟਰਨੈਸ਼ਨਲ ਔਮਨ ਡੇ ਦੀ ਤੁਹਾਡੇ ਮਨ ਵਿੱਚ ਕਿਵੇਂ ਆਉਂਦਾ ਹੈ ਕਿ ਇਹ ਕੀ ਹੈ ਤੇ ਇਹਨੂੰ ਕਿਵੇਂ ਮਨਾਉਣਾ ਚਾਹੀਦਾ ਦੇਖੋ ਇੰਟਰਨੈਸ਼ਨਲ ਔਮਨਸ ਡੇ ਦੀ ਜੇ ਅਸੀਂ ਗੱਲ ਕਰੀਏ ਮੈਨੂੰ ਤੇ ਨਾ ਆਪਣਾ ਛੋਟੇ ਜਿਹੇ ਦਾਇਰੇ ਦੀ ਹੀ ਜ਼ਿਆਦਾ ਫਿਕਰ ਰਹਿੰਦੀ ਹੈ ਨਾ ਸੋ ਅਸੀਂ ਫਿਰ ਜਿਹੜੇ UN ਦੇ ਏਜੰਡਾਜ਼ ਹੈ ਜਾਂ UN ਦੇ ਜਿਹੜੀਆਂ ਗੱਲਬਾਤ ਹੈ ਉਸ ਤੇ ਮੈਂ ਪਰਸਨਲ ਲੈਵਲ ਤੇ ਜ਼ਿਆਦਾ ਫੋਕਸ ਨਹੀਂ ਕਰਦੀ ਵਰਕ ਰਿਲੇਟਡ ਜੋ ਕਰਦੇ ਆ ਉਹ ਗੱਲਾਂ ਅਲੱਗ ਹੈ ਸੋ ਪਰਸਨਲ ਲੈਵਲ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਹੈ ਕਿ ਜਿਹੜਾ ਤੁਹਾਡਾ ਘਰ ਹੈ ਨਾ ਆਈ ਥਿੰਕ ਉਹ ਤੁਹਾਡੀ ਫਰਸਟ ਸੁਸਾਇਟੀ ਹੈ ਜੇ ਤੁਸੀਂ ਉਹਨੂੰ ਇੱਕ ਸਹੀ ਸ਼ੇਪ ਦੇ ਰਹੇ ਹੋ ਜੇ ਤੁਸੀਂ ਉੱਥੇ ਜੋ ਕਰਨਾ ਚਾਹੀਦਾ ਕਰ ਰਹੇ ਹੋ ਸੋ ਸਾਰੇ ਕਲੈਕਟਿਵਲੀ ਫਿਰ ਸੁਸਾਇਟੀ ਦੇ ਵਿੱਚ
ਕੁਝ ਹੋ ਸਕਦਾ ਸੀ ਹੋਏਗਾ। ਕਹਿੰਦੇ ਨੇ ਇੱਕ ਚੰਗਾ ਘਰ, ਇੱਕ ਚੰਗਾ ਮਹੱਲਾ, ਕਈ ਚੰਗੇ ਮੁਹੱਲੇ, ਇੱਕ ਸ਼ਹਿਰ ਤੇ ਕਈ ਚੰਗੇ ਸ਼ਹਿਰ। ਇਟ ਸਟਾਰਟਸ ਵਿਦ ਯੂਰ ਹੋਮ, ਹਨਾ। ਜੀ। ਤੇ ਜੇ ਅਸੀਂ ਕਿਸੇ ਕਹਿੰਦੇ ਨੇ, ਗਾਂਧੀ ਜੀ ਨੇ ਵੀ ਕਿਹਾ ਸੀ, ਬੀ ਦ ਚੇਂਜ ਯੂ ਵਾਂਟ ਟੂ ਸੀ, ਹਨਾ। ਤੇ ਕਈ ਅੱਛੇ ਲੋਕ ਹਮੇਸ਼ਾ ਹੀ ਕਹਿੰਦੇ ਨੇ ਕਿ ਜਿਹੜੀ ਵੀ ਚੇਂਜ ਹੈ ਤੁਸੀਂ ਆਪਣੇ ਆਪ ਨੂੰ ਕਰ ਸਕਦੇ ਹੋ। ਸੋ ਅਗੇਨ, ਜੇ ਅਸੀਂ ਇੰਟਰਨੈਸ਼ਨਲ ਵੂਮਨ ਡੇ ਮਨਾਉਣਾ ਹੈ ਐਜ਼ ਅ ਔਰਤਾਂ, ਸਾਨੂੰ ਸੋਚਣਾ ਚਾਹੀਦਾ ਹੈ ਕਿਸੇ ਦੇ ਹੱਕ ਦੇਣ ਤੋਂ ਪਹਿਲਾਂ। ਮੈਂ ਨਹੀਂ ਸੋਚਦੀ ਕਿ ਕੋਈ ਇੰਨਾ ਵੱਡਾ ਹੋ ਗਿਆ ਕਿ ਸਾਨੂੰ ਹੱਕ ਦੇ ਸਕਦਾ। ਇਹ ਜਨਮ ਦਾ ਹੱਕ ਪਹਿਲਾਂ ਮੰਗਦੀਆਂ ਰਹਿੰਦੀਆਂ ਨੇ, ਫਿਰ ਜਿਉਣ ਦਾ ਹੱਕ। ਇਹ ਕਿਸੇ ਦੇ ਕੋਲ ਨਹੀਂ ਹੈ, ਇਹ ਹੱਕ ਸਿਰਫ ਸਾਡੇ ਕੋਲ ਹੈ। ਇੱਕ ਮਾਣ ਮਹਿਸੂਸ ਹੁੰਦਾ ਹੈ ਕਹਿੰਦੇ ਹੋਇਆ ਕਿ ਇੱਕ ਸਿੱਖ ਧਰਮ ਦੇ ਵਿੱਚ ਜਨਮ ਲਿਆ, ਜਿਸ ਕਿ ਸਾਡੇ ਗੁਰੂ ਨੇ ਕਿਹਾ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਇੱਕ ਔਰਤ ਦੇ ਕੋਲ ਹੀ ਬਖਸ਼ਿਸ਼ ਹੈ ਕਿ ਉਹ ਇੱਕ ਸੋਲ ਹੁੰਦਿਆਂ ਹੋਇਆ ਇੱਕ ਦੂਸਰੀ ਸੋਲ ਨੂੰ ਆਪਣੇ ਵਿੱਚ ਕਨਸੀਵ ਕਰ ਸਕੇ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ, ਜਿਨ੍ਹਾਂ ਨੂੰ ਗੁਰੂਆਂ ਦੀ ਬਖਸ਼ਿਸ਼ ਹੈ, ਜਿਹਨੂੰ ਪਰਮਾਤਮਾ ਵੱਲੋਂ ਬਖਸ਼ਿਸ਼ ਹੈ। ਤਾਂ ਇਹ ਸਾਡੇ ਵੀ ਹੱਥ ਵਿੱਚ ਬਹੁਤ ਹੈ ਇਹਦੀ ਇੱਜ਼ਤ ਬਰਕਰਾਰ ਰੱਖਣੀ, ਹਨਾ। ਸੋ ਤੁਸੀਂ ਅੱਗੇ ਦੱਸੋ, ਕਿਉਂਕਿ ਮੈਂ ਬਹੁਤ ਹੀ ਭਾਵੁਕ ਹੋ ਜਾਂਦੀ ਹਾਂ ਜਦੋਂ ਇਹਦੇ ਬਾਰੇ ਬੋਲਦੀ ਹਾਂ। ਤੁਸੀਂ ਦੱਸੋ। ਹਾਂਜੀ। ਸੋ ਜੇ ਅਸੀਂ ਹੁਣ IWD ਦੀ ਗੱਲ ਕਰਦੇ ਹਾਂ ਤੇ ਜਾਂ ਤੇ ਅਸੀਂ ਵੱਡੇ ਵੱਡੇ ਮਸਲਿਆਂ ਵਿੱਚ ਜਿਹੜੇ ਗਵਰਨਮੈਂਟਸ ਦੇ ਦੇਸ਼ਾਂ ਦੇ ਮਸਲੇ ਆ ਉਹਨਾਂ ਦੇ ਵਿੱਚ ਪੈਣ ਦੀ ਬਜਾਏ, ਜੇ ਅਸੀਂ ਪਹਿਲੇ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ, ਮੈਂ ਆਪਣੀ ਗੱਲ ਕਰਾਂ ਜਿਹੜੀਆਂ ਮੇਰੇ ਤੇ ਅਪਲਾਈ ਹੁੰਦੀਆਂ, ਮੈਂ ਉਹੀ ਕਰ ਲਵਾਂ, ਮੇਰੇ ਖਿਆਲ 'ਚ ਬਹੁਤ ਹੈ ਨਾ। ਸੋ ਮੇਰੇ ਘਰ ਦੇ ਵਿੱਚ I have 7 men in my life, 7 ਮਰਦ ਨੇ ਮੇਰੀ ਲਾਈਫ ਦੇ ਵਿੱਚ ਜਿਹੜੇ ਮੇਰੇ ਨਜ਼ਦੀਕੀ ਹੈ, ਜਿਨ੍ਹਾਂ ਨੂੰ ਮੈਂ ਜਾਣਦੀ ਹਾਂ, ਜਿਨ੍ਹਾਂ ਦਾ ਕਹਿਣਾ ਸੁਣਨਾ ਕਰਨਾ ਮੈਨੂੰ ਇੰਪੈਕਟ ਕਰਦਾ, ਤੇ ਜਿਨ੍ਹਾਂ ਨੂੰ ਮੇਰਾ ਕੁਝ ਕਰਨਾ ਸੁਣਨਾ ਇੰਪੈਕਟ ਕਰਦਾ ਹੈ ਨਾ। ਸੋ ਜਿਹੜੇ 7 ਮਰਦ ਨੇ ਮੇਰੀ ਜ਼ਿੰਦਗੀ ਦੇ ਵਿੱਚ, ਮੈਂ ਆਪਣੇ ਫਾਦਰ ਤੋਂ ਸ਼ੁਰੂ ਕਰਦੀ ਹਾਂ। ਮੇਰੇ ਫਾਦਰ ਪਾਕਿਸਤਾਨ ਦੇ ਵਿੱਚ, ਉਹਨਾਂ ਦਾ ਬਰਥ ਹੋਇਆ ਸੀ, 3 ਸਾਲ ਦੇ ਸੀ ਜਦੋਂ ਮੇਰੇ ਫਾਦਰ ਆਏ ਸੀ, ਹੈ ਨਾ। ਸੋ ਮੇਰੇ ਫਾਦਰ ਤੋਂ ਬਾਅਦ ਜਿਹੜੇ ਵੱਡੇ ਆ ਉਹ ਮੇਰੇ ਜੀਜੂ ਹੈ, ਮੇਰੇ ਬ੍ਰਦਰ ਇਨ ਲਾ, ਹੈ ਨਾ। ਤੇ ਉਸ ਤੋਂ ਫੈਮਿਲੀ ਦੇ ਵਿੱਚ ਇਮੀਡੀਏਟਲੀ ਫਿਰ ਮੇਰਾ ਬ੍ਰਦਰ ਹੈ, ਫਿਰ ਅਜੀਤ, ਤੇ ਫਿਰ ਮੇਰਾ ਨੈਫਿਊ ਸਾਵਨ, ਤੇ ਉਸ ਤੋਂ ਬਾਅਦ ਮੇਰਾ ਛੋਟਾ ਆਜ਼ਾਦ। ਸੋ ਜੇ ਅਸੀਂ ਸਭ ਤੋਂ ਵੱਡੀ ਜਨਰੇਸ਼ਨ ਦੀ ਗੱਲ ਕਰੀਏ, ਮੇਰੇ ਫਾਦਰ, ਤੇ ਵੈਸੇ ਮੇਰੇ ਫਾਦਰ ਇਨ ਲਾ ਦੀ ਮੈਂ ਗੱਲ ਇਸ ਲਈ ਨਹੀਂ ਕੀਤੀ ਕਿਉਂਕਿ ਉਹ ਇੰਡੀਆ ਰਹਿੰਦੇ ਨੇ, ਪਰ ਸਟਿਲ 7 ਦੇ ਵਿੱਚ ਉਹ ਵੀ ਆਉਂਦੇ ਨੇ। ਸੋ ਜੇ ਮੈਂ ਆਪਣੇ ਫਾਦਰ ਦੀ ਗੱਲ ਕਰਾਂ ਤੇ ਸਭ ਤੋਂ ਵੱਡੀ ਜਨਰੇਸ਼ਨ ਦੇ ਵਿੱਚ ਉਹ ਆਉਂਦੇ ਨੇ, ਤੇ ਫਿਰ ਫਾਦਰ ਇਨ ਲਾ ਤੇ ਫਾਦਰ ਤਕਰੀਬਨ ਸੇਮ ਦੇ ਵਿੱਚ ਫਿੱਟ ਆਉਂਦੇ ਆ, ਹੈ ਨਾ। ਸੋ ਜਿੱਥੋਂ ਤੱਕ ਗੱਲਬਾਤ ਤੇ ਕਮਿਊਨੀਕੇਸ਼ਨ ਦੀ ਗੱਲ ਹੈ, ਜਿਹੜੇ ਮੇਰੇ ਇਹ 7 ਮਰਦ ਹੈ ਮੇਰੀ ਜ਼ਿੰਦਗੀ ਦੇ ਵਿੱਚ, ਮੈਂ ਬਹੁਤ ਕੌਨਫੀਡੈਂਸ ਦੇ ਨਾਲ ਕਹਿ ਸਕਦੀ ਹਾਂ ਕਿ ਮੈਂ ਉਹਨਾਂ ਦੇ ਨਾਲ, ਸਾਰਿਆਂ ਦੇ ਨਾਲ equally I can talk to them about my health, my mother's health, periods, pregnancy, child's movements, ultrasounds, basically anything ਜਿਹੜੀ ਚੀਜ਼ ਮੈਨੂੰ impact at the time ਹੁਣ ਤੱਕ ਇਸ ਲਾਈਫ ਤੱਕ ਕਰ ਚੁੱਕੀ ਹੈ, I can, ਸਾਰਿਆਂ ਦੇ ਨਾਲ, including like I said my father-in-law, ਤੇ ਬਹੁਤ ਕੌਨਫੀਡੈਂਟਲੀ ਤੇ ਬਹੁਤ ਆਰਾਮ ਦੇ ਨਾਲ। ਇੱਥੋਂ ਤੱਕ ਕਿ ਜਦੋਂ ਮੇਰੀ ਮਦਰ ਦੇ ਮੈਨੋਪੌਜ਼ ਦੇ ਬਾਰੇ ਵਿੱਚ ਵੀ ਸਾਰਿਆਂ ਨੂੰ ਦੱਸਿਆ ਗਿਆ, ਕਿਉਂਕਿ ਮੈਂ ਖੁਦ ਬਹੁਤ ਲੇਟ ਸਮਝੀ ਇਸ ਚੀਜ਼ ਨੂੰ ਕਿ ਮੰਮੀ ਕਿਹੜੀ ਸਟਰਗਲ ਵਿੱਚੋਂ ਨਿਕਲ ਰਹੇ ਨੇ। ਸੋ ਇਟ ਵਾਜ਼ ਆਲਰੇਡੀ ਅ ਬਿਟ ਲੇਟ, ਪਰ ਫਿਰ ਜਦੋਂ ਮੈਨੂੰ ਸਮਝ ਆਈ ਉਸ ਚੀਜ਼ ਦੀ, ਫਿਰ ਤੁਹਾਨੂੰ ਪਤਾ ਮੈਂ ਬਹੁਤ ਸ਼ੋਰ ਹੋ ਜਾਂਦੀ ਹਾਂ, ਤੇ ਫਿਰ ਉਸ ਬਾਰੇ ਜੋ ਲਿਖਦੀ ਹੋਈ ਆ ਨਾ, ਇੱਕ ਤੁਸੀਂ ਲਹਿਰ ਹੀ ਲੈ ਆਉਂਦੇ ਹੋ ਜਾਗਰੂਕਤੀ ਦੀ। ਜੀ, ਐਟਲੀਸਟ ਆਪਣੇ ਘਰ ਵਿੱਚ, ਹੈ ਨਾ। ਸੋ ਮਤਲਬ ਟੂ ਮੀ ਇਹ ਨਹੀਂ ਆ ਕਿ ਉਹ ਜਿਹੜਾ ਕਮਿਊਨੀਕੇਸ਼ਨ ਦਾ ਫਲੋ ਹੈ ਨਾ, ਕਿ ਕੌਣ ਕਿਸ ਤਰ੍ਹਾਂ ਦੀ ਲੈਂਗੁਏਜ ਜਾਂ ਕੁਛ। ਤੇ ਇੱਕ ਗੱਲ ਮੈਂ ਹੋਰ ਸਮਝਦੀ ਹੁੰਦੀ ਹਾਂ, ਲੜਾਈ ਤੇ ਕਲੇਸ਼, ਦੋ ਚੀਜ਼ਾਂ ਦੇ ਵਿੱਚ ਬਹੁਤ ਫਰਕ ਹੁੰਦਾ ਹੈ। ਸੋ ਇੱਕ ਲੜਾਈ ਹੁੰਦੀ ਹੈ ਹੈਲਥੀ ਲੜਾਈ, ਮੇਰੇ ਖਿਆਲ 'ਚ ਉਹ ਹੋਣੀ ਕਾਫੀ ਜ਼ਿਆਦਾ ਜ਼ਰੂਰੀ ਹੁੰਦੀ ਹੈ। ਇੱਕ ਹੁੰਦੀ ਹੈ ਬਹਿਸ ਤੇ ਇੱਕ ਹੁੰਦੀ ਹੈ ਡਿਸਰਿਸਪੈਕਟ। ਬਹਿਸ ਵੀ ਬਹੁਤ ਜ਼ਰੂਰੀ ਹੈ। ਸੋ ਜਿਹੜੀ ਹੈਲਥੀ ਲੜਾਈ ਹੈ ਨਾ, ਉਹ ਲੜਦੇ ਹੀ ਰਹਿਣਾ ਚਾਹੀਦਾ, ਹੈ ਨਾ। ਉਹ ਲੜੋ ਤੇ ਬੈਟਰ ਹੈ ਇਨਸਟੈਡ ਕਿ ਉਹਨਾਂ ਚੀਜ਼ਾਂ ਨੂੰ ਅੰਦਰ ਅੰਦਰ ਬੰਦ ਕਰ ਦਿਓ। ਤੇ ਕਦੀ ਹੱਕਾਂ ਲਈ ਹੁੰਦੀ ਹੈ, ਕਦੀ ਖਿਆਲਾਂ ਲਈ ਹੁੰਦੀ ਹੈ, ਕਦੀ ਚੀਜ਼ਾਂ ਲਈ ਹੁੰਦੀ ਹੈ, ਜ਼ਰੂਰੀ ਹੁੰਦੀ ਹੈ। ਹਾਂ ਜੀ। ਸੋ ਜਦੋਂ ਹੁਣ ਗੱਲ ਕਰੀਏ ਬਈ ਮੇਰੇ ਡੈਡੀ ਦੀ ਜਨਰੇਸ਼ਨ ਜਿਹੜੇ ਕਿ ਪਾਕਿਸਤਾਨ ਦੇ ਬੋਰਨ ਨੇ, ਉਹਨਾਂ ਦੇ ਨਾਲ ਮੈਂ ਇਸ ਲੈਵਲ ਤੱਕ ਆ ਕਿ ਵੈਨ ਆਈ ਵਾਜ਼ ਪ੍ਰੈਗਨੈਂਟ ਆਈ ਕੁਡ ਟੇਕ ਮਾਈ ਫਾਦਰਸ ਹੈਂਡ ਐਂਡ ਆਈ ਕੁਡ ਪੁੱਟ ਇਟ ਔਨ ਮਾਈ ਸਟਮਕ ਐਂਡ ਆਈ ਸੈਡ ਡੈਡ ਦੇਖੋ ਮੂਵਮੈਂਟ ਹੋਈ। ਵਾਜ਼ ਹੀ ਅਨਕੰਫਰਟੇਬਲ ਇਨ ਦ ਬਿਗਿਨਿੰਗ? ਯੈਸ ਹੀ ਵਾਜ਼। ਪਰ ਇਹ ਆ ਕਿ
I wanted to make sure कि the discomfort becomes comfortable क्योंकि I know कि ਜਦੋਂ ਮੇਰੇ ਸ਼ਾਇਦ ਮਦਰ ਪ੍ਰੈਗਨੈਂਟ ਹੋਣਗੇ ਪਤਾ ਨਹੀਂ ਫੀਲ ਕੀਤਾ ਹੋਏਗਾ ਕਿ ਨਹੀਂ ਸੋ ਉਹ ਜਿਹੜੀ ਕਮਿਊਨੀਕੇਸ਼ਨ ਆ ਹੁਣ ਸਾਰਿਆਂ ਦੇ ਵਿੱਚ ਸੇਮ ਹੈ ਸੋ ਲੇਟਲੀ ਕੀ ਹੋਇਆ ਕਿ ਮਾਈ ਸਨਸ 5.5 ਮੈਨੂੰ ਪਤਾ ਕਿ ਉਹ ਕਿਸ ਕੋ ਲੈਵਲ ਤੱਕ ਕੀ ਅੰਡਰਸਟੈਂਡ ਕਰਦਾ ਸੋ ਲਾਸਟ ਮੰਥ ਮੈਂ ਉਹਦੇ ਨਾਲ ਇਹ ਕਨਵਰਸੇਸ਼ਨ ਕੀਤੀ ਕਿ ਉਹ ਮੈਨੂੰ ਕਹਿ ਰਿਹਾ ਸੀ ਕਿ ਮੰਮਾ ਉੱਠ ਜਾਓ ਮੇਰੇ ਨਾਲ ਕੁਝ ਕਰੋ ਮਾਰਨਿੰਗ ਦੇ ਵਿੱਚ ਆਈ ਵਾਂਟਡ ਟੂ ਸਲੀਪ ਇਨ ਇਟ ਵਾਸ ਵੀਕਐਂਡ ਸੋ ਮੈਂ ਉਹਨੂੰ ਦੱਸਿਆ ਕਿ ਆਜ਼ਾਦ ਮੰਮਾ ਹੈਜ਼ ਪੀਰੀਅਡਸ ਪੇਨ and he said mama periods pain ki hundi hai he speaks Punjabi with me with us so I told him कि आज़ाद ਜਦੋਂ ਉਹਦੇ ਲੈਵਲ ਦੀ ਸਟੋਰੀ ਬਣਾ ਕੇ ਇਹ ਨਹੀਂ ਕਿ it doesn't have to be complicated ਕਿ ਆਜ਼ਾਦ ਜਦੋਂ ਤੁਸੀਂ ਮੰਮਾ ਦੇ ਟੰਮੀ ਵਿੱਚ ਹੁੰਦੇ ਸੀ ਨਾ ਤੇ ਤੁਸੀਂ ਮੰਮਾ ਦੇ ਟੰਮੀ 'ਚ ਇੰਨੀ ਸਾਰੀ ਜੰਪਿੰਗ ਕਰਦੇ ਸੀ ਨਾ ਸੋ ਉਹ ਵਾਲੀ ਜਿਹੜੀ ਪੇਨ ਹੈ ਨਾ ਹੁਣ ਮੰਮਾ ਨੂੰ ਹਰ ਮੰਥ ਹੁੰਦੀ ਹੈ ਐਂਡ ਹਰ ਇੱਕ ਮੰਮਾ ਨੂੰ ਹੁੰਦੀ ਹੈ ਸੋ I can now he knows this much ਹੈ ਨਾ ਸੋ eventually you know ਮਤਲਬ ਕਿਹੜੀ ਕਨਵਰਸੇਸ਼ਨ ਹੈ ਜਿਹੜੀ I will not have with him ਸੋ ਇਹਨਾਂ ਦੀ ਗੱਲ ਤੋਂ ਬੇਸਿਕਲੀ ਇਹ ਮੈਸੇਜ ਹੈਗਾ ਕਿ ਜਿਹੜੀ ਐਜ਼ ਅ ਵੂਮਨ ਆਪਾਂ ਖਾਸ ਕਰਕੇ ਜਿਹੜੇ ਬੇਟਿਆਂ ਨੂੰ ਮੁੰਡਿਆਂ ਨੂੰ ਰੇਜ਼ ਕਰ ਰਹੇ ਨੇ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈਗਾ ਕਮਿਊਨਿਟੀ ਨੂੰ ਬਿਲਡ ਕਰਨ ਦਾ ਇਹ ਬਜਾਏ ਇਸ ਚੀਜ਼ ਦੇ ਕਿ ਦੂਸਰਿਆਂ ਦੀਆਂ ਕੁੜੀਆਂ ਤੇ ਟੀਕਾ ਟਿੱਪਣੀ ਕੀਤੀ ਜਾਏ ਆਪਣੇ ਬੱਚਿਆਂ ਨੂੰ ਸਮਝਾਓ ਕਿ ਆਪਣੇ ਬੇਟਿਆਂ ਨੂੰ ਸਮਝਾਓ ਕਿ ਕਿਵੇਂ ਇੱਕ ਔਰਤ ਦੀ ਰਿਸਪੈਕਟ ਕਰਨੀ ਚਾਹੀਦੀ ਹੈਗੀ ਹੈ ਬਾਕੀ ਕਹਿੰਦੇ ਨੇ ਕਿ ਇਫ ਯੂ ਕੈਨ ਟੈਲ ਜਦੋਂ ਅ ਗਾਈ ਇਜ਼ ਰੇਜ਼ਡ ਬਾਈ ਅ ਕੁਈਨ ਉਹ ਤੁਹਾਡੀ ਰਿਸਪੈਕਟ ਕਰੇਗਾ ਹੀ ਕਰੇਗਾ ਸੋ ਉਹ ਕੁਈਨਸ ਅਸੀਂ ਹਾਂ ਸਾਡੇ ਬੱਚੇ ਸਮਾਜ 'ਚ ਕੱਲ੍ਹ ਨੂੰ ਇਹਨਾਂ ਨੇ ਸਮਾਜ ਬਣਾਉਣਾ ਹੈ ਅਸੀਂ ourselves are very responsible for that ਹੈ ਨਾ ਸੋ ਇਹਦੇ ਵਿੱਚ ਇਹੀ ਮੈਸੇਜ ਹੈਗਾ ਕਿ ਵੀ ਤੁਸੀਂ ਜਿਹੜੇ ਤੁਹਾਨੂੰ ਹੱਕ ਇਹ ਨਹੀਂ ਕਿ ਤੁਹਾਨੂੰ ਕੋਈ ਆ ਕੇ ਫੜਾਏਗਾ ਤੇ ਤੁਸੀਂ ਲੈਣੇ ਨੇ ਨਜਾਇਜ਼ ਨਾ ਕਿਸੇ ਨਾਲ ਕਰੋ ਪਰ ਜਾਇਜ਼ ਲਈ ਹਮੇਸ਼ਾ ਖੜੇ ਰਹੋ ਸੋ ਇਹਦੇ ਬਾਰੇ ਤੁਸੀਂ ਹੋਰ ਬੋਲੋ ਕਿੱਦਾਂ ਤੁਸੀਂ ਫੀਲ ਕਰਦੇ ਹੋ ਜਿਵੇਂ ਨਾ ਹੁਣ ਤੁਸੀਂ ਜਿਹੜੀ ਗੱਲ ਕਰ ਰਹੇ ਸੀ ਕਿ ਬਈ ਬॉयਜ਼ ਨੂੰ ਦੱਸਣਾ ਜਾਂ ਕਿਹੜੀ ਏਜ ਤੋਂ ਦੱਸਣਾ ਕਿ ਕੀ ਦੱਸਣਾ ਐਜ਼ ਅ ਪੈਰੈਂਟ ਸਾਨੂੰ ਪਤਾ ਹੁੰਦਾ ਕਿ ਸਾਡਾ ਬੱਚਾ ਕਿੰਨੀ ਕੁ ਚੀਜ਼ ਅੰਡਰਸਟੈਂਡ ਕਰਦਾ ਕਿਹੜੇ ਲੈਵਲ ਦੀ ਸੋ ਮੈਂ ਆਪਣੇ ਫਰੈਂਡਸ ਨਾਲ ਇਸ ਬਾਰੇ ਗੱਲ ਕਰ ਰਹੀ ਸੀ ਤੇ ਮੈਨੂੰ ਕਿਸੇ ਨੇ ਕਿਹਾ ਕਿ ਉਹ ਹੀ ਇਜ਼ ਟੂ ਯੰਗ ਟੂ ਨੋ ਦਿਸ ਸੋ ਇਫ ਹੀ ਇਜ਼ ਟੂ ਯੰਗ ਟੂ ਨੋ ਦਿਸ ਕਿ ਮਮਾ ਹੈਜ਼ ਪੀਰੀਅਡ ਪੇਨ ਦੈਨ ਇਜ਼ ਹੀ ਨਾਟ ਟੂ ਯੰਗ ਟੂ ਵਾਚ ਦੋਜ਼ ਵੀਡੀਓ ਗੇਮਸ ਜਿਨ੍ਹਾਂ ਦੇ ਵਿੱਚ ਅਸੀਂ ਕਿੱਥੇ ਕਿੱਥੇ ਸੈਂਸਰਸ ਲਗਾ ਦੇਵਾਂਗੇ ਜਿੱਥੇ ਇੰਨੇ ਸਾਰੇ ਮਰਡਰਸ ਹੋ ਰਹੇ ਜਿੱਥੇ ਹਰ ਪਾਸੇ ਬਲੱਡ ਸ਼ੈਡ ਦਿਸ ਐਂਡ ਦੈਟ ਐਂਡ ਲੜਾਈ ਐਂਡ ਆਲ ਦੋਜ਼ ਸੁਪਰ ਹੀਰੋਜ਼ ਐਂਡ ਜੋ ਵੀ ਉਹ ਕਰਦੇ ਆ ਸੋ ਐਂਡ ਵੇਅਰ ਐਜ਼ ਦਿਸ ਇਜ਼ much more real and he's made up of it ਹੈ ਨਾ ਹਾਂ ਬਿਲਕੁਲ ਬਿਲਕੁਲ ਸੋ ਇਹ ਜਿਹੜੀ ਹੈਗੀ ਹੈ ਬੱਚਿਆਂ ਨੂੰ ਰੇਜ਼ ਕਰਨ ਦੀ ਇੱਕ ਮਾਂ ਤੇ ਹੈਗੀ ਹੈ ਇਹ ਜਿਹੜਾ ਹੈਗਾ ਆਪਣਾ ਸਾਡਾ ਜਿਹੜਾ ਫਰਜ਼ ਹੈਗਾ ਸਾਨੂੰ ਇਹ ਇੱਕ ਜਿਹੜਾ ਰੁਤਬਾ ਮਾਂ ਦਾ ਮਿਲਿਆ ਉਹ ਸਭ ਤੋਂ ਵੱਧ ਬਰਕਰਾਰ ਹਮੇਸ਼ਾ ਰਹਿਣਾ ਚਾਹੀਦਾ ਹੈਗਾ ਨਾ ਸੋ ਲਵੀਨ I wanted to actually add to what you just said ਦੇਖੋ ਮੇਰੇ ਕੋਲ ਬੇਟੀ ਨਹੀਂ ਹੈ I wish ਇਹ ਹੋਏ ਕਦੇ ਤੇ ਉਹ ਚੀਜ਼ ਜਿਹੜੀ ਹੈ ਨਾ ਉਹ ਇਹ ਵੀ ਹੋ ਜਾਵੇ ਕਿ how to raise a girl ਵਾਲੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਹੈ ਨਾ ਕਿ ਬੇਟੇ ਨੂੰ ਰੇਜ਼ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਦੋਂ ਪੇਰੈਂਟਿੰਗ ਦੀ ਗੱਲ ਆਉਂਦੀ ਹੈ ਨਾ ਐਟਲੀਸਟ ਮੈਂ with my very little capability ਕਿ ਬੱਚੇ ਨੂੰ ਰੇਜ਼ ਕਰਨਾ ਇੰਨਾ ਸਹਿਜ ਨਹੀਂ ਹੈਗਾ ਕਿ ਉਹਨਾਂ ਨੂੰ ਅਸੀਂ ਫੀਡ ਕਰ ਦਿੱਤਾ ਤੇ ਉਹਨਾਂ ਨੂੰ ਜੋ ਜੋ ਚਾਹੀਦਾ ਉਹਨਾਂ ਨੂੰ ਟੋਇਜ਼ ਦੇਤੇ ਤੇ ਉਹ ਵੱਡੇ ਹੋ ਗਏ ਆਈ ਥਿੰਕ ਇਟ ਬਹੁਤ ਜ਼ਿਆਦਾ ਦਿਮਾਗ ਲੱਗਦਾ ਇਸ ਚੀਜ਼ ਦੇ ਵਿੱਚ ਕਿ ਬੱਚਾ ਕੀ ਦੇਖ ਰਿਹਾ ਯੂ ਮੇਕ ਸ਼ੋਰ what your child's watching what your child's hearing what he or she is learning and what you want to make him unlearn immediately before it becomes a solid in their mind ਤਾਂ ਹੀ ਤੇ ਕਹਿੰਦੇ ਹੁੰਦੇ ਸੀ it takes a village to raise a kid ਹੈ ਨਾ ਜਿਹੜਾ ਪ੍ਰੋਪਰ ਬੱਚੇ ਪਹਿਲਾਂ ਬੱਚਿਆਂ ਨੂੰ ਪੁਰਾਣੇ ਜ਼ਮਾਨੇ ਦੇ ਵਿੱਚ ਸਾਰੇ ਮਹੱਲੇ ਦਾ ਹੀ ਬੱਚਾ ਹੁੰਦਾ ਸੀ ਕੋਈ ਉਹਨੂੰ ਸਾਂਭ ਰਿਹਾ ਕੋਈ ਖਵਾ ਰਿਹਾ ਹੈ ਨਾ ਉਹ ਕਿਸੇ ਤੋਂ ਕੀ ਸਿੱਖ ਰਿਹਾ ਕਿਸੇ ਤੋਂ ਕੀ ਸਿੱਖ ਰਿਹਾ ਸੋ ਮੈਂ ਹਮੇਸ਼ਾ ਆਪਣੇ ਪ੍ਰੋਗਰਾਮ 'ਚ ਇੱਕ ਗੱਲ ਜ਼ਰੂਰ ਕਹਿੰਦੀ ਹੁੰਦੀ ਆ ਕਿ ਜਿਵੇਂ ਤੁਸੀਂ ਕਹੇ ਮੇਰੀ ਤਾਂ ਬੇਟਾ ਵੀ ਹੈ ਬੇਟੀ ਵੀ ਹੈ ਨਾ ਸੋ ਜਦੋਂ ਵੀ ਕਹਿੰਦੇ ਬੱਚੇ ਨੂੰ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ ਉਹ ਦੇਖ ਕੇ ਲਰਨ ਕਰਦੇ ਰਹਿੰਦੇ ਨੇ ਸੋ ਤੁਸੀਂ ਐਜ਼ ਅ ਪੇਰੈਂਟ ਉਹਨਾਂ ਦੇ ਸਾਹਮਣੇ ਉਹ ਚੀਜ਼ਾਂ ਕਰੋ ਜਿਹੜੀਆਂ ਕਿ ਤੁਸੀਂ ਕੱਲ ਆਪਣੇ ਬੱਚਿਆਂ ਵਿੱਚ ਦੇਖਣੀਆਂ ਚਾਹੁੰਦੇ ਹੋ ਜੇ ਆਪਾਂ ਮਾਰ ਕਟਾਈ ਕਰਾਂਗੇ ਕਾਲੀ ਗਲੋਚ ਕਰਾਂਗੇ ਬੱਚੇ ਨੈਚੁਰਲੀ ਸਿੱਖਦੇ ਰਹਿਣਗੇ ਉਹਨਾਂ ਚੀਜ਼ਾਂ ਨੂੰ ਹਨਾ ਸੋ ਇਹ ਇੱਕ ਬੜੀ ਵੱਡੀ ਰਿਸਪੌਂਸਿਬਿਲਿਟੀ ਹੁੰਦੀ ਹੈ ਤੇ ਮੇਰੇ ਖਿਆਲ ਨਰਿਸ਼ਿੰਗ ਜ਼ਿਆਦਾ ਔਰਤ ਦੇ ਹਿੱਸੇ ਆਉਂਦੀ ਹੈ ਜੀ ਜੇ ਮੇਰੇ ਖਿਆਲ ਚ ਬੇਟੀ ਹੋਵੇ ਵੀ
ਤੇ ਮੈਂ ਵੈਸੇ ਪਰਸਨਲੀ ਉਹਨੂੰ ਬੇਟੀਆਂ ਦੀ ਤਰ੍ਹਾਂ ਬਿਲਕੁਲ ਨਾ ਰੇਜ਼ ਕਰਾਂ। ਆਈ ਵਿਲ ਰੇਜ਼ ਹਰ ਲਾਈਕ ਅ ਬੇਟੀ। ਹਾਂ ਕਿ ਦੋਵਾਂ ਨੂੰ ਤੁਸੀਂ ਇਸ ਤਰ੍ਹਾਂ ਕਹਿਣ ਦੀ ਵੀ ਕੀ ਜ਼ਰੂਰਤ ਆ ਕਿ ਅਸੀਂ ਤੁਹਾਨੂੰ ਬੇਟਿਆਂ ਦੀ ਤਰ੍ਹਾਂ ਰੇਜ਼ ਕਰਦੇ ਹਾਂ, ਤੇ ਬੇਟੇ ਨੂੰ ਅਸੀਂ ਇਹ ਨਹੀਂ ਜਦੋਂ ਕਹਿੰਦੇ ਬਈ ਅਸੀਂ ਤੁਹਾਨੂੰ ਬੇਟੀ ਦੀ ਤਰ੍ਹਾਂ ਰੇਜ਼ ਕਰਦੇ ਹਾਂ, ਵਾਈ ਸੇ ਇਟ ਅਦਰਵਾਈਜ਼, ਹੈ ਨਾ। ਸੋ ਆਈ ਵਿਲ ਰੇਜ਼ ਹਰ ਲਾਈਕ ਅ ਬੇਟੀ। ਆਈ ਵਿਸ਼ ਆਈ ਹੈਵ ਵਨ। ਜਿਵੇਂ ਆਪਾਂ ਸ਼ੁਰੂ ਚ ਗੱਲ ਕੀਤੀ ਸੀ ਨਾ ਕਿ ਕੰਪੈਰੀਜ਼ਨ ਨਹੀਂ ਹੋਣਾ ਚਾਹੀਦਾ। ਡੋਂਟ ਕੰਪੇਅਰ। ਇਹ ਨਾ ਕੋ ਬੇਟਾ ਹੈ ਬੇਟੀ ਹੈ ਤੂੰ ਇਸ ਕਰਕੇ ਨਹੀਂ ਕਰ ਸਕਦੀ ਕਿਉਂਕਿ ਤੂੰ ਕੁੜੀ ਹੈ। ਡੋਂਟ। ਮੇਰੀ ਡਾਟਰ ਨੂੰ ਪਤਾ ਨਹੀਂ ਹੈਗਾ ਕਿ ਵੀ ਤੂੰ ਕੁੜੀ ਹੈ ਇਸ ਕਰਕੇ ਨਹੀਂ ਕਰ ਸਕਦੀ। ਕਿਸੇ ਨੇ ਉਹਨੂੰ ਇੱਕ ਵਾਰੀ ਕਿਹਾ ਤੇ ਉਹਨੇ ਰਾਈਟ ਵੇ ਜਵਾਬ ਦਿੱਤਾ, ਕਹਿੰਦੀ ਰੀਅਲੀ ਇਫ ਆਮ ਅ ਗਰਲ, ਕਿ ਉਹਨੇ ਕਦੇ ਇਹ ਚੀਜ਼ ਘਰ ਦੇ ਵਿੱਚ ਸੁਣੀ ਨਹੀਂ ਸੀ ਆਪਣੇ ਪੇਰੈਂਟਸ ਤੋਂ ਜਾਂ ਗ੍ਰੈਂਡ ਪੇਰੈਂਟਸ ਤੋਂ। ਸੋ ਇਹ ਬੜੀ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਬੱਚੇ ਨੂੰ ਐਜ਼ ਅ ਬੱਚਾ ਤੁਸੀਂ ਰੇਜ਼ ਕਰੋ। ਸੋ ਜੀ ਤਾਂ ਕਰਦਾ ਤੁਹਾਡੇ ਨਾਲ ਗੱਲਾਂ ਕਰੀ ਜਾਈਏ, ਪਰ ਸਾਡਾ ਪ੍ਰੋਗਰਾਮ ਹੁਣ ਸਮਾਪਤੀ ਵੱਲ ਆ ਰਿਹਾ ਹੈ। ਸੋ ਮੈਂ ਜ਼ਰੂਰ ਜਾਣਨਾ ਚਾਹਾਂਗੀ ਕਿ ਇੰਨੀ ਪਿਆਰੀ ਸ਼ਖਸੀਅਤ ਦਾ ਰੋਲ ਮਾਡਲ ਕੌਣ ਹੈ? ਪਤਾ ਕੀ ਹੈ, ਰੋਲ ਮਾਡਲਸ ਮੇਰੇ ਤੇ ਰੋਲ ਮਾਡਲਸ ਬਦਲਦੇ ਰਹਿੰਦੇ ਆ। ਮਤਲਬ ਮੈਨੂੰ ਕੌਣ ਇਨਸਪਾਇਰ ਕਰਦਾ ਹੈ ਕਿ ਮੈਨੂੰ ਐਟ ਅ ਟਾਈਮ ਇਟ ਕੈਨ ਬੀ ਅ ਪਰਸਨ, ਐਨ ਐਨੀਮਲ, ਅ ਫਲਾਵਰ, ਅ ਲਿਵਿੰਗ ਔਰ ਨਾਨ ਲਿਵਿੰਗ, ਜਿਹੜਾ ਮੈਨੂੰ ਕੋਈ ਇਨਸਪਾਇਰ ਕਰ ਸਕਦਾ। ਸੋ ਇਨਸਪਾਇਰ ਹੋਣ ਲਈ ਮੋਟੀਵੇਟ ਜਿਹੜੇ ਕਰਦੇ ਆ, ਉਹ ਮੇਰੀ ਜਿਹੜੀ ਸਟਰੈਂਥ ਆ ਮੇਰੀ ਫੈਮਿਲੀ ਆ, ਮਾਈ ਬॉयਜ਼ ਐਟ ਹੋਮ, ਮਾਈ ਅਜੀਤ ਐਂਡ ਮਾਈ ਆਜ਼ਾਦ ਐਂਡ ਮਾਈ ਪੈਰੈਂਟਸ, ਹੈ ਨਾ। ਉਹ ਮੈਨੂੰ ਮੋਟੀਵੇਟ ਕਰਦੇ ਆ ਕਿ ਮੈਂ ਇਨਸਪਾਇਰ ਹੋਣ ਲਾਇਕ ਮੇਰਾ ਮਾਈਂਡ ਸੈਟ ਬਣਿਆ ਰਵੇ। ਸੋ ਰੋਲ ਮਾਡਲਸ ਸਾਰੇ ਤੁਹਾਡੇ ਵਰਗੇ, ਜਿਹੜੀ ਸਾਡੀ ਕਮਿਊਨਿਟੀ ਦੇ ਵਿੱਚ ਇੰਨੀਆਂ ਅੱਛੀਆਂ ਅੱਛੀਆਂ ਪੋਜ਼ਿਟਿਵ ਸਟੋਰੀਜ਼ ਹੈ, ਟਾਈਮ ਟੂ ਟਾਈਮ ਉਹ ਤੁਹਾਡੀ ਇੰਸਪੀਰੇਸ਼ਨ ਬਣਦੇ ਰਹਿੰਦੇ ਆ ਕਿ ਕਿੰਨੀਆਂ ਅੱਛੀਆਂ ਅੱਛੀਆਂ ਜਿਹੜੀਆਂ ਸਟੋਰੀਜ਼ ਨੇ। ਬਿਲਕੁਲ ਬਿਲਕੁਲ। ਸੋ ਜੀ ਤਾਂ ਕਰਦਾ ਲਵੀਨ ਤੁਹਾਡੇ ਨਾਲ ਗੱਲਾਂ ਕਰਦੇ ਹੀ ਰਹੀਏ, ਪਤਾ ਹੀ ਨਹੀਂ ਲੱਗਿਆ ਕਿ ਇੰਨਾ ਟਾਈਮ ਕਿਵੇਂ ਲੰਘ ਗਿਆ। ਸੋ ਅਸੀਂ ਵਾਅਦਾ ਕਰਦੇ ਹਾਂ ਕਿ ਵੀ ਵਿਲ ਬ੍ਰਿੰਗ ਯੂ ਅਗੇਨ, ਕਿਉਂਕਿ ਹਾਲੇ ਤਾਂ ਅਸੀਂ ਇਹਨਾਂ ਦੀਆਂ ਜਿਹੜੀ ਜ਼ਿੰਦਗੀ ਹੈ ਛੂਈ ਹੈ, ਹਨਾ। ਤੇ ਇਹ ਬੜਾ ਹੀ ਭਰਿਆ ਹੋਇਆ ਖਜ਼ਾਨਾ ਨੇ ਜਿਹੜਾ ਕਿ ਅਸੀਂ ਆਉਂਦੇ ਦਿਨਾਂ ਦੇ ਵਿੱਚ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਤੁਹਾਡਾ ਬਹੁਤ ਬਹੁਤ ਥੈਂਕ ਯੂ। ਤੇ ਅਸੀਂ ਸਾਰੀਆਂ ਹੀ ਆਪਣੀਆਂ ਭੈਣਾਂ ਨੂੰ, ਜਿੱਥੇ ਕਿ ਤੁਸੀਂ ਟਾਈਮ ਅਸੀਂ ਸ਼ੇਅਰ ਕਰਦੇ ਰਹੇ ਹਾਂ ਇਹਨਾਂ ਦੀ ਲਾਈਫ ਚੋਂ ਕਿ ਕਿਵੇਂ ਇੰਸਪਾਇਰ ਹੋ ਸਕਦੇ ਹਾਂ, ਤੇ ਨਾਲ ਦੀ ਨਾਲ ਅਸੀਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦੇ ਹਾਂ ਇੰਟਰਨੈਸ਼ਨਲ ਵੂਮਨ ਡੇ ਦੀ। ਤੇ ਕੰਗ੍ਰੈਚੁਲੇਸ਼ਨਸ, ਯੂ ਆਰ ਅ ਵੂਮਨ ਐਂਡ ਯੂ ਆਰ ਸਪੈਸ਼ਲ। ਹਮੇਸ਼ਾ ਆਪਣੇ ਆਪ ਨੂੰ ਇੱਕ ਸਪੈਸ਼ਲ ਗਿਫਟ ਫਰੋਮ ਗੋਡ, ਤੁਸੀਂ ਹੋ ਸਭ ਤੋਂ ਵੱਡਾ ਗਿਫਟ ਟੂ ਯੋਰਸੈਲਫ। ਸੋ ਜਦੋਂ ਆਪਾਂ ਉਹ ਸੋਚਣ ਲੱਗ ਜਾਾਂਗੇ ਨਾ, ਫਿਰ ਜ਼ਿੰਦਗੀ ਬੜੀ ਸੁਹਾਨੀ ਰਹਿੰਦੀ ਹੈ। ਤੇ ਤੁਸੀਂ ਵੀ ਜ਼ਰੂਰ ਮੈਸੇਜ ਦਿਓ ਸਾਡੀਆਂ ਭੈਣਾਂ ਨੂੰ। ਵੈਸੇ ਤੇ ਤੁਸੀਂ ਐਡਾ ਖੂਬਸੂਰਤ ਤਰੀਕੇ ਨਾਲ ਮੈਸੇਜ ਦੇ ਹੀ ਦਿੱਤਾ। ਮੈਨੂੰ ਤੇ ਲੱਗਦਾ ਕਿ ਵੈਸੇ ਤੇ ਮੈਸੇਜ ਵਾਲੀ ਮੇਰੇ ਕੋਲ ਤੇ ਕੋਈ ਐਡੀ ਵੱਡੀ ਉਹ ਨਹੀਂ ਹੈ, ਪਰ ਮੇਰੇ ਖਿਆਲ 'ਚ ਸਾਨੂੰ ਸਾਰਿਆਂ ਨੂੰ, ਸਾਨੂੰ ਤੁਹਾਨੂੰ ਆਪਣੇ ਘਰ 'ਚ ਜ਼ਰੂਰ ਕਮਿਊਨੀਕੇਸ਼ਨ ਕਰਨੀ ਚਾਹੀਦੀ ਹੈ। ਜੇ ਸਾਨੂੰ ਲੱਗਦਾ ਕਿ ਆਹ ਗੱਲ ਬਹੁਤ ਵੱਡੀ ਹੈ, ਇਹ ਮੇਰੇ ਕਿਸੇ ਨੇ ਅੰਡਰਸਟੈਂਡ ਨਹੀਂ ਕਰਨੀ, ਇਹ ਹਾਲੇ ਵੀ ਇਟਸ ਨਾਟ ਟੂ ਲੇਟ ਟੂ ਸਟਾਰਟ। ਹਾਂਜੀ, ਇਟਸ ਨੈਵਰ ਟੂ ਲੇਟ। ਹਾਂਜੀ, ਕਮਿਊਨੀਕੇਸ਼ਨ ਇਜ਼ ਦ ਬਿਗੇਸਟ ਕਹਿੰਦੇ ਨੇ ਟੂਲ ਜਿਹੜਾ ਕਿ ਤੁਹਾਡੇ ਰਿਲੇਸ਼ਨਸ਼ਿਪਸ ਨੂੰ ਬਰਕਰਾਰ ਰੱਖਦਾ ਹੈ। ਹਾਂ, ਜਿੱਥੇ ਤੁਸੀਂ ਚੁੱਪ ਕਰ ਜਾਂਦੇ ਹੋ, ਅਗਲੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜੀ ਗੱਲ ਹੈਗੀ ਹੈ ਨਾ। ਸੋ ਇਹਦੇ ਨਾਲ ਹੀ ਟਾਈਮ ਆ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਹੀ ਵੈਰੀ ਵੈਰੀ ਹੈਪੀ ਇੰਟਰਨੈਸ਼ਨਲ ਵੂਮਨ ਡੇ। ਸਤਿ ਸ਼੍ਰੀ ਅਕਾਲ ਜੀ।